ਹਾਈ ਕੋਰਟ ਆਪ ਹੀ ਟਿੱਪਣੀਆਂ ਕਰ ਰਿਹਾ ਕਿ ਪੰਜਾਬ ਦੇ ਵਿੱਚ ਬੇਤਹਾਸ਼ਾ ਨਸ਼ੇ ਨੇ ਜੀ, ਤੇ ਫਿਰ ਉਹ ਰਿਪੋਰਟਾਂ ਕਿਉਂ ਨਹੀਂ ਖੋਲਦੇ ਜੀ? ਖੋਲ ਕੇ ਦੱਸਣ ਲੋਕਾਂ ਨੂੰ ਕਿ ਅਸਲ ਬੰਦੇ ਜਿਹੜੇ ਇਸ ਧੰਦੇ ਵਿੱਚ ਇਨਵੋਲਵ ਨੇ, ਜਿਨ੍ਹਾਂ ਨੇ ਬੇਨਾਮੀ ਪ੍ਰਾਪਰਟੀਆਂ ਬਣਾਈਆਂ ਨੇ, ਇਹ ਆ ਕੇਸ ਈਡੀ ਨੂੰ ਜਿਹੜਾ ਚੱਕਣਾ ਚਾਹੀਦਾ। ਜਿਹੜੇ ਕੇਸ ਮੈਨੂੰ ਫਸਾਇਆ ਸੀ ਨਾ ਜੀ, ਉਹਦੇ 'ਚ 20 ਸਾਲ ਕੈਦ ਹੋਈ ਹੈ। ਜਸਟ ਇਮੇਜਿਨ ਇਫ ਆਈ ਵਾਸ ਸੈਂਟੈਂਸ ਫॉर 20 ਇਅਰਸ, ਗੱਲ ਖਤਮ ਹੀ ਹੋਣੀ ਸੀ। ਯੈਸ, ਖਤਮ ਹੋਣੀ। ਤੁਹਾਨੂੰ ਤਾਂ ਪੰਜਾਬੀ, ਹਿੰਦੀ, ਇੰਗਲਿਸ਼ ਆਉਂਦੀ ਹੈ, ਤੁਸੀਂ ਤਾਂ ਵਕੀਲਾਂ ਨੂੰ ਜਾਣਦੇ ਹੋ, ਕਾਨੂੰਨ ਜਾਣਦੇ ਹੋ, ਤੁਸੀਂ ਤਾਂ ਉੱਪਰ ਤੱਕ ਕੁੰਡਾ ਖੜਕਾ ਲਿਆ। ਇਹਦਾ ਮਤਲਬ ਕਿ ਜੇ ਕਿਸੇ ਆਮ ਬੰਦੇ ਨੂੰ ਮਤਲਬ ਹੀ ਕੋਈ ਨਹੀਂਗਾ, ਫਸਾਤਾ ਜਾਵੇ, ਕੋਈ ਬਚ ਹੀ ਨਹੀਂ ਸਕਦਾ। ਛੋਟੇ ਛੋਟੇ ਗਰੀਬ ਆਦਮੀਆਂ ਨੂੰ ਚੱਕ ਕੇ ਜੇਲ੍ਹਾਂ 'ਚ ਸੁੱਟਿਆ, ਵੱਡਾ ਤਾਂ ਕੋਈ ਫੜਿਆ ਨਹੀਂ ਗਿਆ। ਉਹ ਬਹੁਤ ਬੇਗੁਨਾਹ ਲੋਕ ਨੇ, ਮੈਂ ਤਾਂ ਕਈਆਂ ਦੀ ਦਾਸਤਾਨ ਸੁਣੀ ਉੱਥੇ ਜੀ। ਤਾਂ ਹੁਣ ਤੁਸੀਂ ਮੇਰਾ ਕੇਸ ਲਵੋ, ਸਪੋਜ਼ ਮੇਰੀ ਜਗ੍ਹਾ ਦੇ ਉੱਤੇ ਕੋਈ ਹੋਰ ਬੰਦਾ ਹੁੰਦਾ, ਕੀ ਸਾਰੇ ਹਾਈ ਕੋਰਟ, ਸੁਪਰੀਮ ਕੋਰਟ ਜਾ ਸਕਦੇ ਜੀ? ਤੁਹਾਨੂੰ ਪਤਾ ਬਾਟ ਸਾਹਿਬ ਕਿ ਸੁਪਰੀਮ ਕੋਰਟ ਦੇ ਲਾਇਰ ਦੀ ਕਿੰਨੀ ਫੀਸ ਹੈ ਇੱਕ ਦਿਨ ਦੀ? ਜਿਹੜਾ ਅੱਛਾ ਲਾਇਰ ਆ ਜੀ, 5 ਲੱਖ ਰੁਪਏ ਇੱਕ ਦਿਨ ਦੀ ਇੱਕ ਪੇਸ਼ੀ ਹੈ। ਇੱਕ ਪੇਸ਼ੀ ਦੀ? ਹਾਂ, ਮੇਰੀ 37 ਪੇਸ਼ੀਆਂ ਪਈਆਂ। ਉਹ ਕਹਿੰਦੇ ਨਸ਼ਾ ਨੁਸ਼ਾ ਨਹੀਂ ਬੰਦ ਹੋ ਸਕਦਾ, ਇਹ ਤਾਂ ਚੱਲੀ ਚੁੱਲੀ ਜਾਂਦਾ। ਜਾਣੀ ਕਿ ਜੇ ਸਾਡੀ ਲੀਡਰਸ਼ਿਪ ਦੇ ਕੋਲ, ਸਾਡੀਆਂ ਸਰਕਾਰਾਂ ਦੇ ਕੋਲ, ਵਿਰੋਧੀ ਧਿਰਾਂ ਦੇ ਕੋਲੇ ਵਿਲ ਪਾਵਰ ਹੋਵੇ, ਪੰਜਾਬ 'ਚੋਂ ਨਸ਼ਾ 90-95% ਮੁਕਾਇਆ ਜਾ, ਸੰਭਾਵਨਾ ਹੈਗੀ। ਪੀਏ ਦੀ ਜ਼ਰੂਰਤ ਹੈ ਕਿ 25 ਲੱਖ ਰੁਪਏ ਦੀ ਗ੍ਰਾਂਟ ਉਹਨੂੰ ਦਵਾ ਦਿੰਦਾ ਸਰਪੰਚ ਨੂੰ, BDO ਜਾਂ DDPO ਨੂੰ ਕਹਿ ਕੇ। ਵਿਦਆਊਟ ਦੀ ਕਨਾਈਵੈਂਸ ਆਫ MLA ਹੋ ਹੀ ਨਹੀਂ ਸਕਦਾ। ਹੁਣ MLA ਨੂੰ ਬਚਾ ਰਹੇ ਨੇ। ਇਹਨਾਂ ਦੇ ਪੋਰਟਲ ਤੇ ਖਰੇ 3.5 ਕੇ 4 ਲੱਖ ਕੰਪਲੇਂਟ ਗਈ, ਪਰਚੇ ਦਰਜ ਹੋਏ ਨੇ 28। ਮੈਂ ਕੀਤੀਆਂ 3-4 ਕੰਪਲੇਂਟਸ ਆ ਲਵਲੀ ਯੂਨੀਵਰਸਿਟੀ ਵਾਲੇ ਕੋ। ਹਾਂ, ਮੇਰੇ ਭਗਵੰਤ ਮਾਨ ਦੀ, ਤੁਸੀਂ ਉਸ ਪੋਰਟਲ ਤੇ ਗਏ ਹੋ? ਭਗਵੰਤ ਮਾਨ ਦੀ ਨੂੰ ਸ਼ਿਕਾਇਤ ਈਮੇਲ ਤੇ ਭੇਜੀ ਆ ਕਿ ਲਵਲੀ ਯੂਨੀਵਰਸਿਟੀ ਵਾਲੇ ਕੋਲ 100 ਕਰੋੜ ਰੁਪਏ ਦੀ 13 ਏਕੜ ਜ਼ਮੀਨ ਚਹੇੜੂ ਪਿੰਡ ਦੀ, ਜਿਹੜਾ ਇਹਦੇ ਕੋਲ ਨਜਾਇਜ਼ ਕਬਜ਼ੇ 'ਚ ਆ। ਨੋ ਐਕਸ਼ਨ। ਬੁੱਢੇ ਨਾਲੇ ਦੇ ਵਿੱਚ ਜਾਂ ਬਾਕੀ ਥਾਵਾਂ ਦੇ ਉੱਤੇ ਜਿਹੜੇ ਫੈਕਟਰੀਆਂ ਦਾ ਪਾਣੀ ਪੈਂਦਾ ਹੈ, ਜੇ ਸਰਕਾਰ ਕਿਤੇ ਕਹਿੰਦੀ ਹੈ ਕਿ ਭਾਈ ਅਸੀਂ ਬੰਦ ਕਰਨੇ ਆ, ਕੱਲ੍ਹ ਨੂੰ ਤੁਸੀਂ ਜਾ ਕੇ ਧਰਨਾ ਲਾ ਕੇ ਤਾਂ ਨਹੀਂ ਬਹਿ ਜਾਓਗੇ ਵਿਰੋਧੀ ਧਿਰ ਵਾਲੇ ਕਿ ਭਾਈ ਇੱਥੇ ਤਾਂ ਹੁਣ ਫੈਕਟਰੀਆਂ ਜਿਹੜੀਆਂ ਨੇ ਜੋ ਬੰਦ ਹੋ ਜਾਣਗੀਆਂ ਤਾਂ ਬੇਰੁਜ਼ਗਾਰੀ ਹੋ ਜੂਗੀ। ਸਿੱਚੇਵਾਲ ਸਾਹਿਬ ਜੀ, ਵਾਤਾਵਰਨ ਪ੍ਰੇਮੀ, 23 ਕਿੱਲੇ ਉਹਨਾਂ ਕੋਲ ਸ਼ਾਹਕੋਟ 'ਚ। ਜਦੋਂ ਮੈਂ ਉਠਾਇਆ ਮਸਲਾ ਜੀ, ਉਹ ਇਮੀਡੀਏਟਲੀ ਸੋਸ਼ਲ ਮੀਡੀਆ 'ਤੇ ਕਹਿੰਦੇ ਜੇ ਅਸੀਂ ਤਾਂ ਗਾਈਆਂ ਪਾਲ ਰਹੇ ਹਾਂ। ਵੀ ਗਾਈਆਂ ਪਾਲਣਾ ਸਿੱਚੇਵਾਲ ਸਾਹਿਬ ਦਾ ਕੰਮ ਨਹੀਂਗਾ। ਵੀ ਆਰ ਪੇਇੰਗ, ਹਰ ਘਰ ਦਾ ਬੰਦਾ ਬਿਜਲੀ ਦੇ ਬਿੱਲ ਤੇ 0.8% ਬਿਜਲੀ ਦੇ ਬਿੱਲ ਤੇ ਸੈਸ ਦੇ ਰਿਹਾ, ਕਾਓ ਸੈਸ। ਹਰ ਸ਼ਰਾਬ ਦੀ ਬੋਤਲ ਦੇ ਉੱਤੇ ਕਾਓ ਸੈਸ ਆ। ਔਰ ਹੁਣ ਪਤਾ ਲੱਗੇਗਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਲਈ ਕਿੰਨੀ ਸੁਹਿਰਦ ਆ। ਕੀ ਬਿੱਲ ਇਸ਼ੂ ਇਹ ਆ ਕਿ ਹਿਮਾਚਲ ਪ੍ਰਦੇਸ਼ ਔਰ ਰਾਜਸਥਾਨ ਦੀ ਤਰਜ਼ ਤੇ ਠੀਕ ਹੈ, ਕਿਸੇ ਵੀ ਗੈਰ ਪੰਜਾਬੀ ਨੂੰ ਡਾਇਰੈਕਟਲੀ ਪੰਜਾਬ ਦੇ ਵਿੱਚ ਜ਼ਮੀਨ ਲੈਣ ਦਾ, ਮਾਲਕ ਬਣਨ ਦਾ ਤੇ ਵੋਟਰ ਬਣਨ ਦਾ ਅਧਿਕਾਰ ਨਾ ਦਿੱਤਾ। ਦੇयर ਸ਼ੁੱਡ ਬੀ ਸਰਟਨ ਰੂਲਸ। ਜੀ, ਤੁਸੀਂ ਜਾ ਨਹੀਂ ਸਕਦੇ, ਹਿਮਾਚਲ ਨਹੀਂ ਲੈ ਸਕਦੇ। ਔਰ ਹਿਮਾਚਲ ਦਾ ਐਕਟ YS ਪਰਮਾਰ ਚੀਫ ਮਿਨਿਸਟਰ ਸੀ ਕਾਂਗਰਸ ਦੇ, ਠੀਕ ਹੈ, 72 ਚ ਪਾਸ ਕੀਤਾ। ਅਗਰ ਨਾ ਕੀਤਾ ਹੁੰਦਾ, ਦਿੱਲੀ ਵਾਲਿਆਂ ਨੇ ਸਾਰੇ ਬਾਗ ਖਰੀਦ ਲੈਣੇ ਸੀ ਹਿਮਾਚਲ। ਠੀਕ ਹੈ। ਹੁਣ ਕਿਸੇ ਵੀ ਤਰ੍ਹਾਂ ਦੀ ਡਿਸ਼, ਕੇਬਲ ਜਾਂ ਬਾਕਸ ਤੋਂ ਬਿਨਾਂ ਦੇਖੋ ਪ੍ਰਾਈਮ ਏਸ਼ੀਆ TV ਬਿਲਕੁਲ ਫ੍ਰੀ। ਜੇਕਰ ਤੁਹਾਡੇ ਕੋਲ ਸੈਮਸੰਗ, LG, roku, Apple TV ਜਾਂ ਹੋਰ ਕੋਈ ਵੀ ਸਮਾਰਟ TV ਹੈ ਤਾਂ ਪ੍ਰਾਈਮ ਏਸ਼ੀਆ TV ਦੀ ਐਪ ਸਰਚ ਕਰਕੇ ਇੰਸਟਾਲ ਕਰ ਲਓ। ਤੁਸੀਂ ਜਿਸ ਵੀ ਦੇਸ਼ 'ਚ ਰਹਿੰਦੇ ਹੋ ਉੱਥੋਂ ਦੇ ਪ੍ਰੋਗਰਾਮ ਤੇ ਖਬਰਾਂ ਵੇਖ ਸਕਦੇ ਹੋ, ਕਿਉਂਕਿ ਹੁਣ ਹਰ ਦੇਸ਼ ਲਈ ਵੱਖਰਾ ਪ੍ਰਾਈਮ ਏਸ਼ੀਆ TV ਚੈਨਲ ਹੈ, ਜਿਵੇਂ ਕੈਨੇਡਾ, USA, UK, ਯੂਰਪ, ਨਿਊਜ਼ੀਲੈਂਡ, ਆਸਟ੍ਰੇਲੀਆ ਤੇ ਇੰਡੀਆ। ਇਹ ਐਪ ਤੁਸੀਂ ਘਰ ਦੇ ਸਾਰੇ ਸਮਾਰਟ TVs ਤੇ ਡਾਊਨਲੋਡ ਕਰ ਸਕਦੇ ਹੋ ਬਿਲਕੁਲ ਫ੍ਰੀ। ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ TV। ਮੈਂ ਪਰਮਵੀਰ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਤੇ ਅੱਜ ਸਰਦਾਰ ਸੁਖਪਾਲ ਸਿੰਘ ਖਹਿਰਾ ਸਾਹਿਬ ਦੇ ਨਾਲ ਚਰਚਾ ਚੱਲੇਗੀ, ਗੱਲਬਾਤ ਚੱਲੇਗੀ। ਕਾਂਗਰਸ ਪਾਰਟੀ ਦੇ ਕਿਸਾਨ ਵਿੰਗ, ਜਿਹੜਾ ਕਿ ਆਲ ਇੰਡੀਆ ਕਿਸਾਨ ਵਿੰਗ ਹੈ, ਉਹਦੇ ਪ੍ਰੈਜ਼ੀਡੈਂਟ ਨੇ, ਭੁਲੱਥ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਨੇ। ਤੇ ਸਭ ਤੋਂ ਵੱਡੀ ਗੱਲ ਕਿ ਜਦੋਂ ਦੀ ਅਸੀਂ ਸੁਰਤ ਸਾਂਭੀ ਹੈ, ਜਿਹੜੇ ਪੰਜਾਬ ਦੇ 7-8 ਉਹ ਨੇਤਾ ਕਿ ਗਰਜ ਕੇ ਬੋਲਦੇ ਹੁੰਦੇ ਆ, ਠੋਕ ਵਜਾ ਕੇ ਬੋਲਦੇ ਹੁੰਦੇ ਆ, ਹਰ ਇੱਕ ਮੁੱਦੇ ਦੇ ਉੱਤੇ ਆਪਣੀ ਰਾਏ ਜਿਹੜੀ ਹੈ ਉਹ ਜ਼ਰੂਰ ਰੱਖਦੇ ਹੁੰਦੇ। ਸਰਦਾਰ ਸੁਖਪਾਲ ਸਿੰਘ ਖਹਿਰਾ ਉਹਨਾਂ ਦੇ ਵਿੱਚੋਂ ਇੱਕ ਨੇ। ਪਰ ਜਿੰਨੀ ਬੇਬਾਕੀ ਦੇ ਨਾਲ ਬੋਲਦੇ ਰਹੇ ਹੈ, ਓਡੇ ਹੀ ਵੱਡੇ ਮਸਲੇ ਦੇ ਵਿੱਚ ਕਸੂਤੇ ਫਸ ਗਿਆ ਸੀ। ਲੋਕਾਂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਸੀ ਕਿ ਨਸ਼ੇ ਦਾ ਕੇਸ ਹੋਵੇ, ਸਰਦਾਰ ਸੁਖਪਾਲ ਸਿੰਘ ਖਹਿਰਾ ਦਾ ਨਾਂ ਵਿੱਚ ਵੱਜੇ, ਛਾਪੇ ਪੈਣ, ਵੀ ਭਾਈ ਫਿਰ ਯਕੀਨ ਕਿਹਦੇ ਉੱਤੇ ਕਰੀਏ। ਹੁਣ ਐਡੇ ਵੱਡੇ ਦੋਸ਼ ਲੱਗੇ ਆ, ਲੋਕਾਂ ਦੇ ਮਨ ਦੇ ਵਿੱਚੋਂ ਜਾਂਦੀ ਨਹੀਂ ਹੁੰਦੀ ਗੱਲ। ਖਹਿਰਾ ਸਾਹਿਬ ਤੋਂ ਪੁੱਛਦੇ। ਖਹਿਰਾ ਸਾਹਿਬ, ਸਵਾਗਤ ਹੈ ਸਭ ਤੋਂ ਪਹਿਲਾਂ। ਬਹੁਤ ਸ਼ੁਕਰੀਆ, ਥੈਂਕ ਯੂ ਜੀ। ਖਹਿਰਾ ਸਾਹਿਬ, ਵੱਡੇ ਦੋਸ਼ ਲੱਗੇ, ਅਦਾਲਤਾਂ ਤੱਕ ਮਸਲਾ ਗਿਆ, ਛਾਪੇ ਛੂਪੇ ਪਏ, ਵਿਧਾਨ ਸਭਾ ਦੇ ਸੈਸ਼ਨ ਤੋਂ ਪਹਿਲਾਂ ਤੁਹਾਡੀਆਂ ਘਰ 'ਚ ਹੀ ਬ੍ਰੇਕਾਂ ਲੱਗੀਆਂ ਸੀ, ਦੇਖੀਆਂ। ਤੂੰ ਐਵੇਂ ਹੀ ਉੱਠ ਗਿਆ, ਜਾਣੀ ਕਿੱਥੇ ਖੜਾ ਕੇਸ, ਜਾਣੀ ਦੋਸ਼ ਵੱਡੇ ਸੀ। ਓਕੇ,
ਇਹ ਨਾ ਪਰਮਵੀਰ ਇੱਕ ਕਲਾਸਿਕ ਕੇਸ ਆਫ ਪੋਲੀਟੀਕਲ ਵੈਂਡੇਟਾ। ਇੱਕ ਤਾਂ ਨਾ ਕੈਪਟਨ ਸਾਹਿਬ ਕਹਿੰਦੇ ਸੀ ਜੀ ਮੇਰੇ ਤੇ ਬਾਦਲਾਂ ਨੇ ਬਦਲਾਖੋਰੀ ਕੀਤੀ ਜੀ ਸਿਟੀ ਸੈਂਟਰ ਵਾਲੇ 'ਚ, ਫਿਰ ਬਾਦਲ ਉਹਨੇ ਕਹਿੰਦੇ ਸੀ ਜੀ ਸਾਡੇ ਹੋਟਲਾਂ ਦੀ ਜਾਂਚ ਕਰਾਤੀ ਇਹਨੇ ਕੈਪਟਨ ਅਮਰਿੰਦਰ ਸਿੰਘ ਨੇ ਜੀ, ਇਹ ਬਦਲਾਖੋਰੀ ਹੈ। ਹਾਲਾਂਕਿ ਉਹਦੇ ਤੋਂ ਬਾਅਦ ਇਹ ਸਾਰੇ ਆਪਸ ਵਿੱਚ ਸੈਟਲਮੈਂਟ ਹੋ ਗਈ, ਕੁਝ ਨਹੀਂ ਨਿਕਲਿਆ। ਜਿਹੜਾ ਮੇਰਾ ਕੇਸ ਹੈ ਇਹ ਪ੍ਰੂਵਨ ਕੇਸ ਆਫ ਪੋਲੀਟੀਕਲ ਵੈਂਡੇਟਾ ਵਾ। 2015 'ਚ ਮੇਰੀ ਕੌਂਸਟੀਟੂਐਂਸੀ ਦਾ ਇੱਕ ਗੁਰਦੇਵ ਸਿੰਘ ਫਾਰਮਰ ਚੇਅਰਮੈਨ ਢਿਲਵਾਂ ਮਾਰਕੀਟ ਕਮੇਟੀ ਮੇਰਾ ਦੋਸਤ ਸੀ। ਠੀਕ ਹੈ। ਉਹ ਕਿਤੇ ਆਪਣੇ ਪ੍ਰਾਈਵੇਟ ਲਾਈਫ ਵਿੱਚ ਕਿਤੇ ਜਲਾਲਾਬਾਦ ਸਾਈਡ ਤੇ ਕਿਸੇ 8-10 ਬੰਦਿਆਂ ਦੇ ਗਰੋਹ ਦੇ ਨਾਲ NDPS ਦੇ ਇੱਕ ਮੁਕੱਦਮੇ 'ਚ ਨਾਮਜ਼ਦ ਹੋ ਗਿਆ। ਠੀਕ ਹੈ। ਉਹ ਜਦੋਂ ਥੋੜਾ 3-4 ਦਿਨ ਭਗੌੜਾ ਸੀਗਾ, ਉਹਨੇ ਮੈਨੂੰ ਕਾਲਿੰਗ ਸਟਾਰਟ ਕਰਤੀ ਜਦੋਂ ਫਸ ਗਿਆ। ਮੈਂ ਹੁਣ ਆਫਟਰ ਆਲ ਰਿਪਰੈਜ਼ੈਂਟੇਟਿਵ ਹੈ ਆਪਣੇ ਇਲਾਕੇ ਦਾ, ਮੈਂ ਸਭ ਦੀ ਕਾਲ ਚੱਕਣੀ ਹੈ। ਮੈਂ ਉਹਦੀ ਕਾਲ ਚੱਕ ਲਈ। ਕਾਲ ਚੱਕ ਕੇ ਉਹਨੇ ਮੈਨੂੰ ਕਿਹਾ ਜੀ ਮੈਂ ਇੱਦਾਂ, ਹਰ ਇੱਕ ਆਦਮੀ ਆਪਣੇ ਆਪ ਨੂੰ ਬੇਗੁਨਾਹ ਕਹਿੰਦਾ। ਮੈਂ ਉਹਦੀ ਸਾਰੀ ਗੱਲਬਾਤ ਸੁਣ ਕੇ ਤੇ ਮੈਂ ਉੱਥੇ ਜਿਹੜੇ ਕੰਸਰਨ ਪੁਲਿਸ ਆਫਸਰ ਸੀ ਉਹਨਾਂ ਨੂੰ ਸਿਰਫ ਇਹ ਕਿਹਾ ਕਿ ਇਹ ਚੈੱਕ ਕਰ ਲੈਣਾ ਕਿ ਇਹ ਬੰਦਾ ਅਗਰ ਨਿਰਦੋਸ਼ ਆ ਤੇ ਇਸ ਮੁਕੱਦਮੇ 'ਚ ਨਾ ਇਹਨੂੰ ਫਸਾ ਦਿਓ। ਨਹੀਂ ਤੁਸੀਂ ਇਦਾਂ ਨਹੀਂ ਕਿਹਾ ਵੀ ਇਹਨੂੰ ਛੱਡਣਾ ਹੀ ਛੱਡਣਾ? ਮਤਲਬ ਹੀ ਕੋਈ ਨਹੀਂ ਇੱਦਾਂ। ਮੈਂ ਓਪੋਜੀਸ਼ਨ ਸੀ। ਠੀਕ ਹੈ। 2000 ਮੈਂ ਬਾਦਲ ਪਰਿਵਾਰ ਦਾ ਸਭ ਤੋਂ ਵੱਡਾ ਕ੍ਰਿਟਿਕ ਸੀ ਤਾਂ ਸਰਕਾਰ ਉਹਨਾਂ ਦੀ ਤੇ ਸਰਕਾਰ ਉਹਨਾਂ ਦੀ ਸੀ ਜੀ। 2015 'ਚ ਤੇ ਮੇਰੇ ਕਹਿਣ ਤੇ ਪੁਲਿਸ ਕਿੱਦਾਂ ਛੱਡ ਦੂ, ਉਹ ਵੀ NDPS ਕੇਸ 'ਚ ਜੀ। ਬਸ ਉਸ ਤੋਂ ਬਾਅਦ ਉਹਦੇ ਪਰਿਵਾਰ ਨੇ ਕਾਲਿੰਗ ਸ਼ੁਰੂ ਕਰਤੀ। ਪੁਲਿਸ ਨੇ ਉਸ ਵੇਲੇ ਦੀ ਸਰਕਾਰ ਨੇ ਸਿਰਫ ਕਾਲ ਰਿਕਾਰਡ ਚੁੱਕ ਕੇ ਮੇਰੇ ਖਿਲਾਫ ਇੱਕ SIT ਬਣਾਤੀ। ਉਹਨਾਂ ਨੇ ਤਹਿਕੀਕਾਤ ਕੀਤੀ, ਮੇਰੇ ਤੋਂ ਕੁਝ ਨਹੀਂ ਲੱਭਿਆ। ਉਹਨਾਂ ਨੇ ਐਜ਼ ਇਟ ਇਜ਼ ਤਹਿਕੀਕਾਤ ਖੁੱਲੀ ਛੱਡ ਦਿੱਤੀ, ਬੰਦ ਨਹੀਂ ਕੀਤੀ, ਕਲੀਨ ਚਿੱਟ ਨਹੀਂ ਦਿੱਤੀ। ਉਸ ਤੋਂ ਬਾਅਦ ਮੈਂ ਬਣ ਗਿਆ ਲੀਡਰ ਆਫ ਆਪੋਜੀਸ਼ਨ 2017 'ਚ ਜੀ। ਰਾਣੇ ਗੁਰਜੀਤ ਦਾ ਮਸਲਾ ਉੱਠਿਆ, ਖੱਡਾਂ ਦਾ, ਨਿਲਾਮੀ ਦਾ। ਇਹਦੇ ਇੱਕ ਨੌਕਰ ਨੇ ਅਮਿਤ ਬਹਾਦਰ ਨੇ 25 ਕਰੋੜ ਰੁਪਇਆ ਬੇਨਾਮੀ ਜਮ੍ਹਾਂ ਕਰਾਤਾ। ਮੈਂ ਲੀਡਰ ਆਫ ਆਪੋਜੀਸ਼ਨ 'ਚ, ਮੈਂ ਤਾਂ ਆਪਣੀ ਕਾਰਵਾਈ ਆਪਣੀ ਜ਼ਿੰਮੇਵਾਰੀ ਨਿਭਾਉਣੀ ਸੀਗੀ। ਮੈਂ ਜਦੋਂ ਉਸ ਸਾਰੇ ਕੇਸ ਨੂੰ ਪਰਸਿਊ ਕੀਤਾ ਜੀ, ਮਾਈਨਿੰਗ ਸਕੈਂਡਲ ਨੂੰ, ਇਹਨਾਂ ਨੇ ਕਿਉਂਕਿ ਤਾਕਤਵਰ ਸੀ, ਇਹ ਮਿਨਿਸਟਰ ਸੀ ਸਰਕਾਰ ਦੇ ਵਿੱਚੋਂ, ਇਹਨਾਂ ਨੇ ਉਸੇ ਕੇਸ ਨੂੰ ਚੱਕ ਕੇ ਉਹ ਕਾਲ ਰਿਕਾਰਡਸ ਨੂੰ ਮੇਰਾ ਨਾਮ ਇੰਨੀ ਤਰੀਕੇ ਨਾਲ ਅਦਾਲਤ ਵਿੱਚ ਜੋੜ ਦਿੱਤਾ। ਮਤਲਬ ਕਿ ਪ੍ਰੋਸੀਕਿਊਸ਼ਨ ਕੋਲੋਂ ਇੱਕ ਟਰਾਇਲ ਵਿੱਚ ਅਰਜ਼ੀ ਦਵਾਤੀ ਕਿ ਜਿਹੜੇ ਪੁਲਿਸ ਆਫਸਰਸ ਇਨਵੈਸਟੀਗੇਸ਼ਨ ਕਰਦੇ ਉਹਨੂੰ ਰੀਕਾਲ ਕਰਾਇਆ। ਮਤਲਬ ਪਹਿਲਾਂ ਨਹੀਂ ਉਹਨਾਂ ਨੇ ਮੇਰਾ ਨਾਮ ਲਿਆ, ਠੀਕ ਹੈ ਜੀ, ਦੁਬਾਰਾ ਕਾਲ ਕਰਾ ਕੇ ਮੇਰੇ ਖਿਲਾਫ ਬਿਆਨ ਦਵਾ ਕੇ ਕਿ ਇਹ ਡਰੱਗਸ ਦਾ ਸਰਗਨਾ ਸਿਰਫ ਟੈਲੀਫੋਨ ਕਾਲ ਰਿਕਾਰਡ ਸੇ, ਤੇ ਅਦਾਲਤ ਨੇ ਮੈਨੂੰ ਤਲਬ ਕਰ ਲਿਆ। ਉਹ ਗਲਤ ਸੀ, ਉਹਦੀ ਤਲਬ ਹੀ ਗਲਤ ਸੀ ਅਦਾਲਤ ਦੀ। ਹਾਂ, ਉਹ ਸੁਪਰੀਮ ਕੋਰਟ ਨੇ 2017 ਸਟੇ ਕਰਤੀ। ਔਰ ਇਨ ਦ ਮੀਨ ਟਾਈਮ ਮੈਂ ਬਾਕੀ ਗੱਲ ਐਕਸਪਲੇਨ, ਉਹ ਜਿਹੜਾ ਜੱਜ ਉਹ ਵੀ ਮੈਨੂਪਲੇਟ ਹੋਇਆ ਸੀ, ਉਹ ਕਪੂਰਥਲੇ ਦਾ ਰਹਿਣ ਵਾਲਾ ਸੀ, ਪਿੱਛੋਂ ਸ਼ਹਿਰ ਦਾ। ਮੈਂ ਉਹਦਾ ਨਾਮ ਨਹੀਂ ਲੈਂਦਾ, ਫਿਰ ਕੰਟੈਂਪਟ ਨੂੰ ਜਾਣਗੇ। ਠੀਕ ਹੈ ਜੀ। ਉਹ ਜੱਜ ਅੱਜ ਡਿਪਾਰਟਮੈਂਟਲ ਇਨਕੁਆਇਰੀ ਫॉर ਮੋਰਲ ਇਨਕੰਡਕਟ ਫॉर ਮੋਰਲ ਅਨਐਥੀਕਲ ਕੰਡਕਟ ਜੀ, ਉਹਦੀ ਹਾਈ ਕੋਰਟ ਦੀ ਇਨਕੁਆਇਰੀ ਜਾਂਚ ਜਾਰੀ। ਉਹ ਮੋਸਟ ਲਾਈਕਲੀ ਉਹਦੀ ਨੌਕਰੀ ਜਾਵੇਗੀ, ਉਸ ਜੱਜ ਸਾਹਿਬ ਦੀ। ਯੈਸ। ਔਰ ਇਸ ਤੋਂ ਬਾਅਦ ਮੇਰੇ ਤੇ ਉਹਨਾਂ ਨੇ ਜਦੋਂ ਇਹ ਸਮਨ ਜਾਰੀ ਕਰਤੇ ਫਾਜ਼ਿਲਕਾ ਦੀ ਅਦਾਲਤ ਨੇ, ਮੈਂ ਸੁਪਰੀਮ ਕੋਰਟ ਤੋਂ ਸਟੇ ਲੈ ਲਿਆ। ਮੈਂ ਲੜਾਈ ਲੜਦਾ ਰਿਹਾ ਔਰ ਉਸ ਤੋਂ ਬਾਅਦ ਇਸੇ ਫਾਜ਼ਿਲਕਾ ਦੇ ਸਮਨਿੰਗ ਨੂੰ, ਜਿਹੜੀ ਕਿ ਸੁਪਰੀਮ ਕੋਰਟ ਨੇ ਸਟੇ ਕੀਤੀ ਸੀ, ਈਡੀ ਨੇ ਚੱਕ ਕੇ ਮੇਰੇ ਖਿਲਾਫ ਮੁਕੱਦਮਾ ਦਰਜ ਕਰਤਾ। ਈਡੀ ਨੇ ਇਸ ਕਰਕੇ ਕੀਤਾ ਕਿਉਂਕਿ ਮੈਂ ਯੂਆਪਾ ਦੀ ਲੜਾਈ ਲੜਦਾ ਸੀ। ਮੈਂ ਪੰਜਾਬ ਦੇ ਵਿੱਚ ਬਹੁਤ ਬੇਗੁਨਾਹ ਸਿੱਖ ਦਲਿਤ ਬੱਚਿਆਂ ਨੂੰ ਜੇਲ੍ਹਾਂ ਚੋਂ ਕਢਾਇਆ ਜੀ। ਠੀਕ ਹੈ। ਮੈਂ ਉਹਨਾਂ ਦੀ ਰਿਡਾਰ ਤੇ ਆ ਗਿਆ ਵੀ ਇਹ ਬੰਦਾ ਕਿਹੜਾ ਜਿਹੜਾ ਯੂਆਪਾ ਨੂੰ ਚੈਲੰਜ ਕਰਦਾ। ਕਿਸਾਨ ਅੰਦੋਲਨ ਦੀ ਸਪੋਰਟ, ਨਵਰੀਤ ਡਿਬਡੇਬੇ ਦੀ ਸਪੋਰਟ, 26 ਜਨਵਰੀ ਜਿਹੜਾ ਮਾਰਿਆ ਗਿਆ ਸੀ ਟਰੈਕਟਰ ਪਰੇਡ, ਉਹਨਾਂ ਨੇ ਚੱਕ ਕੇ ਮੈਨੂੰ ਉਹਦੇ ਤੇ ਤਲਬ ਕਰ। ਜਿੱਦਾਂ ਇਲੈਕਸ਼ਨ ਨੇੜੇ ਆਈ, ਈਡੀ ਨੇ ਚੱਕ ਕੇ ਮੈਨੂੰ ਉਸੇ ਕੇਸ ਵਿੱਚ ਅਰੈਸਟ, ਹਾਲਾਂਕਿ ਮੈਂ ਪੂਰਾ ਕੋਆਪਰੇਟ ਕਰ ਰਿਹਾ ਸੀ। ਮੇਰੇ ਕੋਲੋਂ ਉਹਨਾਂ ਨੇ ਕੋਈ ਰਿਕਵਰੀ ਤਾਂ ਕਰਨੀ ਨਹੀਂ ਸੀਗੀ। ਮੇਰੀ ਕਸਟੋਡੀਅਲ ਜਿਹੜੀ ਜੁਡੀਸ਼ੀਅਲ ਕਸਟਡੀ ਚਾਹੀਦੀ ਨਹੀਂ ਸੀਗੀ, ਕਸਟੋਡੀਅਲ ਇੰਟਰੋਗੇਸ਼ਨ ਵੀ ਚਾਹੀਦੀ, ਪਰ ਉਹਨਾਂ ਨੇ ਪਰਚਾ ਦਰਜ ਕਰਕੇ ਅਰੈਸਟ ਕਰਕੇ ਮੈਨੂੰ ਭੇਜਤਾ। ਠੀਕ ਹੈ। ਆਪਣੇ ਵੱਲੋਂ ਸਾਰਿਆਂ ਨੇ, ਇਹ ਹੁਣ 4 ਸਰਕਾਰਾਂ ਆ ਗਈਆਂ, ਬਾਦਲ ਸਰਕਾਰ, ਅਮਰਿੰਦਰ ਸਿੰਘ ਸਰਕਾਰ, ਰਾਣੇ ਗੁਰਜੀਤ ਵਾਲੀ ਜੀ, ਉਸ ਤੋਂ ਬਾਅਦ BJP ਦੀ ਕੇਂਦਰ ਸਰਕਾਰ, ਤੇ ਹੁਣ ਭਗਵੰਤ ਸਿੰਘ ਮਾਨ ਦੀ ਸਰਕਾਰ। ਇਹਦੇ ਰੋਲ ਤੇ ਮੈਂ ਥੋੜਾ ਬਾਅਦ ਚਾਹੁੰਦਾ, ਮੈਨੂੰ ਚੱਕ ਕੇ ਅਰੈਸਟ ਕਰਤਾ। ਠੀਕ ਹੈ। ਔਰ ਸੌਰੀ, ਈਡੀ ਦੇ ਵਿੱਚ ਬਿਆਨ ਦਿਵਾਉਣ 'ਚ ਕੇਜਰੀਵਾਲ ਦਾ ਬਹੁਤ ਵੱਡਾ ਰੋਲ ਹੈ ਮੇਰੇ ਖਿਲਾਫ। ਇਸਨੇ ਪੰਕਜ ਗੁਪਤਾ ਆਪਣਾ ਸੈਕਟਰੀ ਭੇਜਿਆ, ਜਿਹੜਾ ਇਹਦਾ ਆਮ ਆਦਮੀ ਪਾਰਟੀ ਦਾ। ਠੀਕ ਹੈ। ਉਹਨੇ ਕਿਹਾ ਜੀ ਕਿ ਈਡੀ ਇੱਕ ਪੱਖ ਕਰ ਰਹੀ ਸੀ ਫੋਰਨ ਫੰਡਿੰਗ ਦਾ, ਕਿ ਜੀ ਖਹਿਰੇ ਨੂੰ ਅਸੀਂ ਖਹਿਰਾ ਬਾਹਰ ਗਿਆ ਸੀਗਾ, ਭੇਜਿਆ ਇਹਨਾਂ ਨੇ ਸੀ। ਮੇਰਾ ਟੂਰ ਰਿਕਾਰਡਡ ਹੈ ਸਾਰਾ ਨਾਰਥ ਅਮਰੀਕਾ ਦਾ, ਤੇ ਆਖੇ ਜੀ ਪੈਸੇ ਇਹ ਜਿਹੜੇ ਸਾਰੇ ਫੋਰਨ ਫੰਡਿੰਗ ਇਹਦੇ ਕੋਲ, ਕੀ ਮੈਂ $1-2 ਲੱਖ ਆਪਣੀ ਜੇਬ 'ਚ ਪਾ ਕੇ ਲਿਆ ਸਕਦਾ ਸੀ ਕੈਸ਼? ਇਹ ਬਿਆਨ ਦਵਾਇਆ, ਪਰ ਈਡੀ ਨੇ ਜਦੋਂ ਤਹਿਕੀਕਾਤ ਕੀਤੀ ਉਸ ਚਾਰਜ ਵਿੱਚ ਕੁਝ ਨਹੀਂ ਸੀਗਾ। ਜਿਹੜਾ ਚਲਾਨ ਪੇਸ਼ ਕੀਤਾ ਉਹਦੇ 'ਚ ਉਹ ਇਲਜ਼ਾਮ ਲਾਇਆ ਹੀ ਨਹੀਂ ਉਹਨਾਂ ਨੇ। ਸੋ ਕੇਜਰੀਵਾਲ ਵੀ ਆ ਗਿਆ ਜੀ ਵਿੱਚ। ਉਸ ਤੋਂ ਬਾਅਦ ਮੈਨੂੰ ਜੇਲ੍ਹ ਭੇਜ ਦਿੱਤਾ। ਪਰ ਕਹਿੰਦੇ ਹੁੰਦੇ ਕਿ ਪ੍ਰਮਾਤਮਾ ਵਾਹਿਗੁਰੂ ਬਹੁਤ ਬੇਅੰਤ ਹੈ, ਕੂੜ ਨੂੰ ਖੁੱਟੇ ਨਾਨਕਾ ਉੜਕ ਸੱਚ ਰਹੇ ਜੀ। ਤੇ ਮੈਂ ਜਦੋਂ ਜੇਲ੍ਹ ਸੀਗਾ ਅੰਦਰ, ਚੰਦ ਦਿਨ ਪਹਿਲਾਂ ਇਲੈਕਸ਼ਨ ਤੋਂ ਬਾਅਦ ਮੈਨੂੰ ਇਲੈਕਸ਼ਨ ਤੋਂ ਪਹਿਲਾਂ ਛੱਡਿਆ, ਤੇ ਵਾਹਿਗੁਰੂ ਦੀ ਕਿਰਪਾ ਨੇ ਭਲੱਥ ਦੇ ਲੋਕਾਂ ਨੂੰ ਪਤਾ ਸੀਗਾ ਕਿ ਮੈਂ ਕੌਣ ਆ। ਅਸੀਂ 50 ਸਾਲ ਦੇ ਉਹਨਾਂ ਨਾਲ ਵਿਚਰਦੇ, ਉਹਨਾਂ ਨੇ ਮੈਨੂੰ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਭੇਜਤਾ। ਉੱਥੇ ਜਦੋਂ ਸਾਰੀ ਪਾਰਟੀਆਂ ਉੱਡ ਗਈਆਂ, ਵੱਡੇ ਵੱਡੇ ਲੀਡਰ ਉੱਡ ਗਏ, ਵੱਡੇ ਵੱਡੇ ਥੰਮ ਡਿੱਗ ਗਏ, ਤਾਂ ਮੈਂ ਵਿਧਾਨ ਸਭਾ।
ਹੁਣ ਮੇਰਾ ਕੇਸ ਦੁਬਾਰਾ ਨਿਕਲਿਆ ਜਦੋਂ ਹੁਣ ਕੁਆਸ਼ ਕੀਤਾ, ਸੁਪਰੀਮ ਕੋਰਟ ਨੇ ਮੇਰੇ ਹੱਕ 'ਚ ਫੈਸਲਾ ਕੀਤਾ ਹੁਣੇ। ਠੀਕ ਹੈ ਜੀ। ਇਹ ਕੇਸ ਪਹਿਲਾਂ 3 ਦਿਨ ਬਹਿਸ ਹੋਈ ਸੁਪਰੀਮ ਕੋਰਟ ਆਫ ਇੰਡੀਆ 'ਚ। ਠੀਕ ਹੈ ਜੀ। ਕਿਉਂਕਿ ਉਹਦੇ ਤੇ ਇੱਕ ਲਾਅ ਪੁਆਇੰਟ ਇਨਵੋਲਵਡ ਸੀਗਾ ਕਿ ਕੀ ਇੱਦਾਂ ਤਲਬ ਕਰ ਸਕਦੇ ਕਿਸੇ ਨੂੰ। ਤੇ ਜਦੋਂ ਸੁਪਰੀਮ ਕੋਰਟ ਨੇ 3 ਦਿਨ ਬਹਿਸ ਕੀਤੀ ਤੇ ਭਗਵੰਤ ਮਾਨ ਨੇ ਸਪੈਸ਼ਲ ਇੰਸਟਰਕਸ਼ਨ ਦੇ ਕੇ ਐਡਵੋਕੇਟ ਜਨਰਲ ਵਿਨੋਦ ਕਈ ਨੂੰ ਮੇਰੇ ਖਿਲਾਫ ਪੇਸ਼ ਕੀਤਾ। ਹੁਣ ਬਾਕੀਆਂ ਦੇਖੋ, ਬਾਦਲ ਦੀ ਮੁਖਾਲਫਤ ਮੈਂ ਕਰਦਾ ਸੀ, ਮੈਨੂੰ ਪਤਾ ਕਿ ਮੇਰੇ ਦੁਸ਼ਮਣ ਨੇ ਜੀ। ਰਾਣੇ ਗੁਰਜੀਤ ਨਾਲ ਮੇਰਾ ਇਟਕੜਿੱਕਾ ਲੰਬਾ ਚੱਲਦਾ ਪੁਰਾਣਾ, ਚੱਲੀ ਜਾਣ ਦਿਓ ਜੀ। ਪਰ ਇਹ ਤਾਂ ਮੇਰੇ ਨਾਲ ਸੀ ਨਾ। ਇਹਨਾਂ ਦੇ ਕਰਕੇ ਮੈਂ ਸਾਰੀ ਉਹ ਮਾਈਨਿੰਗ ਸਕੈਂਡਲ ਚੱਕਿਆ ਸੀਗਾ ਜਦੋਂ ਮੈਂ ਲੀਡਰ ਆਫ ਆਪੋਜੀਸ਼ਨ ਸੀਗਾ। ਇਹਨਾਂ ਨੇ ਮੇਰੇ ਖਿਲਾਫ ਜਿਹੜਾ ਏਜੀ ਪੇਸ਼ ਕਰਾਇਆ, ਦਾ ਮਤਲਬ ਇਹਨੇ ਵੀ ਆਪਣੀ ਨਫ਼ਰਤ ਦੀ ਭਾਵਨਾ ਦਾ ਮੁਜ਼ਾਹਰਾ ਕਰ ਦਿੱਤਾ, ਪਰ ਕਿਸੇ ਦੀ ਪੇਸ਼ ਨਹੀਂ ਗਈ। ਠੀਕ ਹੈ। ਫਿਰ ਗੱਲ ਉਹ ਆਉਂਦੀ ਕਿ ਅਲਟੀਮੇਟਲੀ ਟਰੁਥ ਪ੍ਰੀਵੇਲਸ। ਤੇ ਅੱਜ ਤੁਹਾਡੇ ਸਾਹਮਣੇ ਮੈਂ ਬੈਠਾ, ਉਹ ਜਿਹੜੇ ਸਮਨ ਸੀ ਕੁਆਸ਼ ਫਾਜ਼ਿਲਕਾ ਅਦਾਲਤ ਦੇ, ਉਹ ਮੁੱਢੋਂ ਰੱਦ ਕਰ ਦਿੱਤੇ। ਤੇ ਜਿਹੜਾ ਈਸੀ ਨੇ ਈਡੀ ਨੇ ਕੇਸ ਬਣਾਇਆ ਸੀਗਾ, ਉਹ ਵੀ ਇਹਨਾਂ ਇਸੇ ਫੈਸਲੇ ਕਰਕੇ ਉਹ ਵੀ ਢਹਿ ਢੇਰੀ ਹੋ ਗਏ। ਅੱਛਾ, ਰੱਦ ਹੋ ਗਿਆ ਜੋ ਵੀ ਖਤਮ। ਮੈਂ ਇੱਕ ਸਿਰਫ ਪਟੀਸ਼ਨ ਪਾਉਣੀ ਆ ਔਨ ਦ ਬੇਸਿਸ ਆਫ ਸੁਪਰੀਮ ਕੋਰਟ ਆਰਡਰ ਜੀ, ਐਂਡ ਈਡੀ ਵਿਲ ਨਾਟ ਬੀ ਏਬਲ ਟੂ ਪ੍ਰੋਸੀਡ ਅਗੇਂਸਟ ਮੀ ਬਿਕੋਜ਼ ਕਨਸਟੀਟਿਊਸ਼ਨਲ ਬੈਂਚ ਦਾ ਇੱਕ ਹੋਰ ਫੈਸਲਾ ਸੁਪਰੀਮ ਕੋਰਟ ਦਾ ਕਿ ਜੇ ਸ਼ਡਿਊਲਡ ਅਫੈਂਸ ਕੁਆਸ਼ ਕਰਤਾ ਕੋਰਟ ਨੇ ਜੜ ਵਾਲਾ, ਤਾਂ ਈਡੀ ਕੈਨ ਨਾਟ ਪ੍ਰੋਸੀਡ ਅਗੇਂਸਟ ਅੰਡਰ ਪੀਐਮਐਲਏ। ਠੀਕ ਹੈ ਜੀ। ਖਹਿਰਾ ਸਾਹਿਬ ਮੈਨੂੰ ਇੱਕ ਗੱਲ ਇੱਥੇ ਆ, ਪਲੀਜ਼ ਡਰੱਗਸ ਦੀ ਗੱਲ ਤੁਸੀਂ ਸ਼ੁਰੂਆਤ ਉੱਥੋਂ ਕੀਤੀ ਜੀ। ਦੇਖੋ, ਡਰੱਗਸ ਏਡਾ ਵੱਡਾ ਮਸਲਾ ਪੰਜਾਬ ਦਾ, ਅਗਰ ਮੈਂ ਗਲਤ ਨਾ ਹੋਵਾਂ ਤਾਂ ਇਹ 50 60 70 ਹਜ਼ਾਰ ਕਰੋੜ ਦਾ ਟ੍ਰੇਡ ਹੈ ਸਾਲਾਨਾ। ਠੀਕ ਹੈ। ਤੁਸੀਂ ਸਭ ਕੁਝ ਸੁਣਿਆ, ਕਈ ਇਸ ਵਕਤ ਵਿਅਕਤੀ ਬੋਲ ਰਹੇ ਨੇ ਪੰਜਾਬ ਚੋਂ। ਇੱਕ ਐਸਟੀਐਫ ਦੀ ਰਿਪੋਰਟ ਜਿਹੜੀ ਹਰਪ੍ਰੀਤ ਸਿੱਧੂ ਸੀ ਤੇ ਇੱਕ ਚੱਟੋਪਾਧਿਆ ਦੀ ਰਿਪੋਰਟ ਤੇ ਜੀ, ਇੱਕ ਰਿਪੋਰਟ ਖੁੱਲੀ ਤੇ ਉਹਦੇ ਵਿੱਚ ਬਿਕਰਮ ਮਜੀਠੀਆ ਨੂੰ ਉਹਨਾਂ ਨੇ ਨਾਮਜ਼ਦ ਕੀਤਾ। 4 ਰਿਪੋਰਟਸ ਹਾਈ ਕੋਰਟ ਦੇ ਵਿੱਚ ਸੀਲਡ ਕਵਰ 'ਚ ਹਲੇ ਵੀ 5 ਸਾਲਾਂ ਤੋਂ ਪਈਆਂ ਨੇ। ਔਰ ਉਹਨਾਂ ਵਿੱਚ ਕੌਣ ਆ? ਉਹਦੇ 'ਚ ਆਈਪੀਐਸ ਆਫਸਰ, ਇੱਕ ਤਾਂ ਉਹਦੇ 'ਚ ਰਾਜਜੀਤ ਦਾ ਤਾਂ ਨਾਮ ਆ ਗਿਆ ਸੀ, ਜਿਹੜਾ ਯਾਦ ਆ ਤੁਹਾਨੂੰ, ਇੰਦਰਜੀਤ ਫੜਿਆ ਗਿਆ ਸੀ ਇੰਸਪੈਕਟਰ। ਉਹਦੇ ਕੋਲ ਖਰੇ 4-5 ਕਿਲੋ ਹੈਰੋਇਨ ਫੜੀ ਗਈ, AK-47 ਫੜੀਆਂ ਗਈਆਂ, ਹੋਰ ਬੜਾ ਕੁਝ ਫੜਿਆ ਗਿਆ। ਤੁਹਾਡਾ ਖਿਆਲ ਹੈ ਕਿ SHO ਜਿਹੜਾ ਤੈਨਾਤ ਸੀਗਾ ਉਹ ਇਕੱਲਾ ਕਰ ਰਿਹਾ ਸਭ ਕੁਝ? ਉਹਨੂੰ ਉੱਤੇ ਛਤਰ ਛਾਇਆ ਕੋਈ ਨਹੀਂ ਦੇ ਰਿਹਾ ਸੀਗਾ। ਇਟਸ ਅ ਚੇਨ ਆਫ ਪੀਪਲ ਜਿਹੜੇ ਉੱਤਰ ਤੱਕ, ਐਂਡ ਦੇਰ ਆਰ DGPs ਇਨਵੋਲਵਡ ਇਨ ਦੈਟ, ਵੈਰੀ ਪਾਵਰਫੁਲ ਪੀਪਲ। ਲੇਕਿਨ ਉਹ 4 ਰਿਪੋਰਟਾਂ ਬੰਦ ਪਈਆਂ। ਮੇਰੇ ਖਿਲਾਫ ਇਕੱਲਾ ਕਾਲਾਂ ਦੇ ਆਧਾਰ ਤੇ ਚੱਕਤਾ ਕੰਮ ਜੀ। ਤਾਂ ਜਿਹੜੇ ਬੰਦਿਆਂ ਕੋਲੋਂ 5 ਕਿਲੋ ਹੀਰੋਇਨ ਲੱਭੀ, ਜਿਹੜੇ ਉਹਨੂੰ ਛਤਰ ਛਾਇਆ ਦਿੰਦੇ ਸੀ, ਉਹਨੂੰ ਬਚਾਉਂਦੇ ਸੀ, ਉਹਨੂੰ ਦੁਬਾਰਾ ਚੰਗੀਆਂ ਪੋਸਟਾਂ ਤੇ ਲਾਉਂਦੇ ਸੀਗੇ, ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਆਹ ਤਾਂ ਸਾਡੀ ਬਦਕਿਸਮਤੀ ਅੱਜ। ਖਹਿਰਾ ਸਾਹਿਬ, ਉਹ ਜਿਹੜੀਆਂ 4 ਰਿਪੋਰਟਾਂ ਨੇ, ਕਿਉਂਕਿ ਤੁਸੀਂ ਬਹੁਤ ਡੀਪਲੀ ਇਸ ਚੀਜ਼ ਨੂੰ ਸਟੱਡੀ ਕੀਤਾ ਹੋਊਗਾ, ਜਿਹੜਾ ਤੁਸੀਂ ਨਾਮ ਵੀ ਲਏ ਆ, ਕੀ ਉਹ 4 ਰਿਪੋਰਟਾਂ ਖੋਲ੍ਹਣ ਦੇ ਉੱਤੇ ਅਦਾਲਤ ਦੀ ਪਾਬੰਦੀ ਹੈ ਵੀ ਇਹਨੂੰ ਨਹੀਂ ਖੋਲ੍ਹ ਸਕਦੇ, ਜਾਂ ਸਰਕਾਰ ਚਾਹੇ ਤਾਂ ਖੋਲ੍ਹ ਸਕਦੀ? ਨਹੀਂ, ਗਵਰਨਮੈਂਟ ਇੰਟਰਸਟਡ ਨਹੀਂ ਜੀ। ਇੱਕ ਖੋਲ੍ਹ ਤਾਂ ਦਿੱਤੀ ਉਹਨਾਂ ਨੇ, ਪਿਛਲੀ ਸਰਕਾਰ ਨੇ ਚੱਕ ਕੇ ਲਿਆ ਕੇ ਖੋਲ੍ਹ ਕੇ ਤੇ ਇੱਕ ਦੇ ਦਿੱਤੀ ਆ। ਹੁਣ ਭਗਵੰਤ ਮਾਨ 10 ਮਹੀਨਿਆਂ ਦਾ, ਇਹਨੂੰ ਪਤਾ ਵਾ ਕਿ ਜੇ ਮੈਂ ਛੇੜੀ ਜੀ ਤਾਂ ਇਹ ਗੱਲ ਜਾਵੇਗੀ ਬਹੁਤ ਦੂਰ ਤੱਕ, ਇਹ ਹੈਂਡਲ ਨਹੀਂ ਕਰ ਸਕਣਗੇ। ਤਾਂ ਇਸ ਕਰਕੇ ਕੋਈ ਸਰਕਾਰ ਨਹੀਂ ਖੋਲ੍ਹਦੀ। ਉਹ ਕਹਿੰਦੇ ਜਿੱਥੇ ਪਈ ਆ ਪਈ ਰਹਿਣ ਦਿਓ। ਅਗਰ ਸਰਕਾਰ ਚਾਵੇ ਤੇ ਹਾਈ ਕੋਰਟ ਨੂੰ ਜਾ ਕੇ ਕਹਿ ਨਹੀਂ ਸਕਦੀ ਕਿ ਪੰਜਾਬ ਬਰਨ ਕਰ ਰਿਹਾ ਜੀ, ਪੰਜਾਬ ਦੇ ਵਿੱਚ ਨਿਤ ਦਿਨ ਨਸ਼ੇ ਦੇ ਕਰਕੇ ਬੱਚੇ ਮਾਰੇ। ਹਾਈ ਕੋਰਟ ਆਪ ਹੀ ਟਿੱਪਣੀਆਂ ਕਰ ਰਿਹਾ ਕਿ ਪੰਜਾਬ ਦੇ ਵਿੱਚ ਬੇਤਹਾਸ਼ਾ ਨਸ਼ੇ ਨੇ ਜੀ। ਤੇ ਫਿਰ ਉਹ ਰਿਪੋਰਟਾਂ ਕਿਉਂ ਨਹੀਂ ਖੋਲ੍ਹਦੇ ਜੀ? ਖੋਲ੍ਹ ਕੇ ਦੱਸਣ ਲੋਕਾਂ ਨੂੰ ਕਿ ਅਸਲ ਬੰਦੇ ਜਿਹੜੇ ਇਸ ਧੰਦੇ ਵਿੱਚ ਇਨਵੋਲਵ ਨੇ, ਜਿਨ੍ਹਾਂ ਨੇ ਬੇਨਾਮੀ ਪ੍ਰਾਪਰਟੀਆਂ ਬਣਾਈਆਂ ਨੇ, ਇਹ ਆ ਕੇਸ ਈਡੀ ਨੂੰ ਜਿਹੜਾ ਚੱਕਣਾ ਚਾਹੀਦਾ। ਪਰ ਕੋਈ ਇਸ ਕਰਕੇ, ਕਿਉਂਕਿ ਸਾਰੇ ਬੜੇ ਵੱਡੇ ਬੰਦੇ ਇਹਦੇ 'ਚ ਬਹੁਤ ਸਾਰੇ ਪੁਲਿਸ ਆਫਸਰਸ ਟੌਪ ਲਾਈਨ ਜੀ, ਔਰ ਇਹ 'ਚ ਬਹੁਤ ਸਾਰੇ ਪੋਲੀਟੀਕਲ ਬੰਦੇ ਇਨਵੋਲਵਡ ਹੋਣਗੇ। ਲੇਕਿਨ ਉਹਨਾਂ ਦੀ ਕਿਉਂਕਿ ਚੱਲਦੀ ਆ, ਸਰਕਾਰਾਂ ਨਾਲ ਨੇ, ਤਾਕਤਵਰ ਨੇ, ਪੈਸੇ ਨੇ, ਉਹਨਾਂ ਕਿਹਾ ਚਲੋ ਖੈਰ ਨੂੰ ਤਾਂ ਖਤਮ ਕਰੋ ਨਾ। ਮੇਰੇ ਖਿਲਾਫ ਤਾਂ ਜਿਹੜਾ ਮਨਸੂਬਾ ਸੀਗਾ, ਇਟ ਵਾਸ ਟੂ ਐਲੀਮੀਨੇਟ ਮੀ ਪੋਲੀਟੀਕਲੀ ਐਂਡ ਆਲਸੋ ਫਿਜ਼ੀਕਲੀ। ਕਿਉਂਕਿ ਜਿਹੜੇ ਬੰਦਿਆਂ ਨੂੰ, ਜਿਹੜੇ ਕੇਸ ਮੈਨੂੰ ਫਸਾਇਆ ਸੀ ਨਾ ਜੀ, ਉਹਦੇ 'ਚ 20 ਸਾਲ ਕੈਦ ਹੋਈ ਆ। ਜਸਟ ਇਮੈਜਿਨ ਇਫ ਆਈ ਵਾਸ ਸੈਂਟੈਂਸਡ ਫॉर 20 ਇਅਰਸ। ਗੱਲ ਖਤਮ ਹੀ ਹੋਣੀ ਸੀ। ਖਤਮ ਹੋਣੀ। ਅੱਛਾ, ਖਹਿਰਾ ਸਾਹਿਬ ਮੈਨੂੰ ਦੱਸਿਓ ਕਿ ਉਹਦੇ ਵਿੱਚ ਜਿਹਦੇ ਆਪਾਂ ਤੁਹਾਡੇ ਕੇਸ ਤੇ ਸ਼ੁਰੂ ਤੋਂ ਚੱਲੀਏ, ਜਿਹੜੇ ਬਾਕੀ ਬੰਦਿਆਂ ਤੇ ਪਰਚੇ ਹੋਏ ਸੀ, ਤੁਹਾਨੂੰ ਤਾਂ ਇੱਕ ਸੁਪਰੀਮ ਕੋਰਟ ਤੱਕ ਤੁਸੀਂ ਗਏ, ਬੂਹਾ ਖੜਕਾਇਆ, ਤੁਸੀਂ ਬਾਹਰ ਆ ਗਏ, ਉਹਨਾਂ ਨੇ ਕਿਹਾ ਜੀ ਨਿਰਦੋਸ਼, ਕੇਸ ਖਤਮ ਕਰ ਦਿਓ। ਬਾਕੀ ਬੰਦਿਆਂ ਦੇ ਨਾਲ ਕੀ ਬਣਿਆ? ਸਾਰੇ ਬਰੀ ਨੇ? ਉਹ ਨਾ 20 ਸਾਲ ਕੈਦ ਹੈ ਉਹਨਾਂ ਨੂੰ। ਬਾਕੀ ਸਾਰਿਆਂ ਨੂੰ? ਸਾਰੇ ਕੈਦੀ ਦੇ ਵਰ ਸੈਂਟੈਂਸਡ। ਅੱਛਾ ਜੀ। ਮਤਲਬ ਕਿ ਤੁਸੀਂ ਅੰਦਾਜ਼ਾ ਲਾ ਲਓ। ਚਲੋ ਉਹਨਾਂ ਬੰਦਿਆਂ ਨੇ ਤਾਂ, ਉਹਨਾਂ ਕੋਲ ਰਿਕਵਰੀਆਂ ਹੋਈਆਂ ਜੀ, ਉਹਨਾਂ ਦੇ ਕੋਲ ਕਰੰਸੀ ਮਿਲੀ, ਉਹਨਾਂ ਦੇ ਕੋਲੋਂ ਡਰੱਗਸ ਮਿਲੇ ਜੀ। ਮੇਰੇ ਕੇਸ ਵਿੱਚ ਅਦਰ ਦੈਨ ਕਾਲ ਰਿਕਾਰਡ, ਮੈਂ ਟੀਵੀ ਤੇ ਕਹਿ ਰਿਹਾ ਜੀ, ਨਾ ਮੇਰਾ FIR ਵਿੱਚ ਨਾਮ ਸੀ, ਨਾ ਮੇਰਾ ਚਲਾਨ 'ਚ ਨਾਮ ਸੀ, ਨਾ ਮੇਰੇ ਕਿਸੇ ਗਵਾਹ ਨੇ ਮੇਰਾ ਨਾਮ ਲਿਆ। ਇਹਨਾਂ ਨੇ ਜਦੋਂ ਦੁਬਾਰਾ ਉਹ 2 ਗਵਾਹ ਬੁਲਾਏ, ਉਹਨੂੰ ਕਹਿੰਦੇ ਰੀਕਾਲ ਐਜ਼ ਐਨ ਆਫਟਰ ਥਾਟ। ਠੀਕ ਹੈ। ਤੇ ਉੱਥੇ ਆਣ ਕੇ ਉਹਨਾਂ ਨੇ ਬਿਆਨ ਦਿੱਤਾ ਜੀ ਕਿ ਜਦੋਂ ਅਸੀਂ ਭੁੱਲ ਗਏ ਕੱਲ ਤਹਿਕੀਕਾਤ ਕਰਨਾ, ਜਦੋਂ ਅਸੀਂ ਫਲਾਣੇ ਗੁਰਦੇਵ ਸਿੰਘ ਦੀ ਤਹਿਕੀਕਾਤ ਕੀਤੀ, ਉਹਨੇ ਕਿਹਾ ਸੀ ਜੀ ਕਿੰਗ ਪਿਨ, ਔਰ ਪੁਲਿਸ ਕਸਟਡੀ 'ਚ ਲਿਆ ਬਿਆਨ ਜੀ ਇਜ਼ ਇਨਐਡਮਿਸਿਬਲ ਇਨ ਦ ਕੋਰਟ ਆਫ ਲਾਅ। ਸਿਰਫ ਪੁਲਿਸ ਵਾਲਿਆਂ ਦੇ ਇਹ ਕਹਿਣ ਨਾ ਕਿ ਅਸੀਂ ਬੰਦੇ ਤੋਂ ਪੁੱਛਿਆ ਸੀ ਤੇ ਉਹਨੇ ਕਹਿ ਦਿੱਤਾ ਤੇ ਇਸ ਕਰਕੇ ਮੈਨੂੰ ਉਲਝਾ ਲਿਆ,
ਇਹ ਬੜਾ ਕਲਾਸਿਕ ਕੇਸ ਹੈ, ਇਹ ਤਾਂ ਕੋਈ ਡੀਪਲੀ ਸਟੱਡੀ ਕਰੇ। ਜੀ। ਇਹ ਤਾਂ ਜੇ ਮੈਂ ਕਿਤੇ ਕੈਨੇਡਾ ਜਾਂ ਨਾਰਥ ਅਮਰੀਕਾ 'ਚ ਹੁੰਦਾ ਤਾਂ ਮੈਨੂੰ ਡੈਫੇਮੇਸ਼ਨ ਵਿੱਚ ਮੇਰੇ ਖਿਆਲ 50-60-100 ਕਰੋੜ ਰੁਪਇਆ ਮਿਲਣਾ ਸੀ। ਉਹ ਬਦਕਿਸਮਤੀ ਇੱਥੇ ਕੋਈ ਡੈਫੇਮੇਸ਼ਨ ਲਾਅ ਹੀ ਹੈ ਨਹੀਂ ਚੰਗਾ। ਅੱਛਾ ਖਹਿਰਾ ਸਾਹਿਬ, ਮੈਨੂੰ ਇੱਕ ਚੀਜ਼ ਹੋਰ ਦੱਸਿਓ ਕਿ ਜਦੋਂ 3 ਦਿਨ ਤੁਸੀਂ ਕਿਹਾ ਕਿ ਸੁਪਰੀਮ ਕੋਰਟ 'ਚ ਬਹਿਸ ਚੱਲੀ, ਕਿਉਂਕਿ ਇਹ ਮਸਲਾ ਛੋਟਾ ਨਹੀਂ, ਤੁਹਾਨੂੰ ਤਾਂ ਪੰਜਾਬੀ, ਹਿੰਦੀ, ਇੰਗਲਿਸ਼ ਆਉਂਦੀ ਹੈ, ਤੁਸੀਂ ਤਾਂ ਵਕੀਲਾਂ ਨੂੰ ਜਾਣਦੇ ਹੋ, ਕਾਨੂੰਨ ਜਾਣਦੇ ਹੋ, ਤੁਸੀਂ ਤਾਂ ਉੱਪਰ ਤੱਕ ਕੁੰਡਾ ਖੜਕਾ ਲਿਆ। ਇਹਦਾ ਮਤਲਬ ਕਿ ਜੇ ਕਿਸੇ ਆਮ ਬੰਦੇ ਨੂੰ ਮਤਲਬ ਹੀ ਕੋਈ ਨਹੀਂਗਾ, ਫਸਾਤਾ ਜਾਵੇ, ਕੋਈ ਬਚ ਹੀ ਨਹੀਂ ਸਕਦਾ। ਪਤਾ ਨਹੀਂ ਕਿੰਨੇ ਮੈਂ ਪਟਿਆਲੇ ਜੇਲ੍ਹ 'ਚ ਰਿਹਾ 80-90 ਦਿਨ, ਯਕੀਨ ਕਰਨਾ ਵਾਸਟ ਮੈਜੋਰਿਟੀ ਲੋਕੀ ਬੇਗੁਨਾਹ ਨੇ। ਛੋਟੇ ਗਰੀਬ ਆਦਮੀਆਂ ਨੂੰ ਚੱਕ ਕੇ ਜੇਲ੍ਹਾਂ 'ਚ ਸੁੱਟਿਆ, ਵੱਡਾ ਤਾਂ ਕੋਈ ਫੜਿਆ ਨਹੀਂ ਗਿਆ। ਉਹ ਬਹੁਤ ਬੇਗੁਨਾਹ ਲੋਕ ਨੇ, ਮੈਂ ਤਾਂ ਕਈਆਂ ਦੀ ਦਾਸਤਾਨ ਸੁਣੀ ਉੱਥੇ ਜੀ। ਤਾਂ ਹੁਣ ਤੁਸੀਂ ਮੇਰਾ ਕੇਸ ਲਵੋ, ਸਪੋਜ਼ ਮੇਰੀ ਜਗ੍ਹਾ ਦੇ ਉੱਤੇ ਕੋਈ ਹੋਰ ਬੰਦਾ ਹੁੰਦਾ, ਕੀ ਸਾਰੇ ਹਾਈ ਕੋਰਟ ਸੁਪਰੀਮ ਕੋਰਟ ਜਾ ਸਕਦੇ ਜੀ? ਤੁਹਾਨੂੰ ਪਤਾ ਬਾਟ ਸਾਹਿਬ ਕਿ ਸੁਪਰੀਮ ਕੋਰਟ ਦੇ ਲਾਇਰ ਦੀ ਕਿੰਨੀ ਫੀਸ ਹੈ ਇੱਕ ਦਿਨ ਦੀ? ਜਿਹੜਾ ਅੱਛਾ ਲਾਇਰ ਆ ਜੀ 5 ਲੱਖ ਰੁਪਇਆ ਇੱਕ ਦਿਨ ਦੀ ਇੱਕ ਪੇਸ਼ੀ ਹੈ। ਮੇਰੀਆਂ ਮੇਰੀ 37 ਪੇਸ਼ੀਆਂ ਪਈਆਂ, ਔਰ ਮੇਰੇ ਕੋਲ ਵੀ ਪੈਸੇ ਹੈ ਨਹੀਂ ਇੰਨੇ। ਮੈਂ ਤਾਂ ਵਾਹਿਗੁਰੂ ਦਾ ਧੰਨਵਾਦ ਨਹੀਂ ਕਰ ਸਕਦਾ। ਇੱਕ ਬਹੁਤ ਕਾਬਲ ਪਰਿਵਾਰ ਇਸ ਪੰਜਾਬ ਦਾ, ਜਸਟਿਸ ਕੁਲਦੀਪ ਸਿੰਘ ਸੁਪਰੀਮ ਕੋਰਟ ਤੋਂ ਰਿਟਾਇਰ ਹੋਏ ਨੇ ਜੀ, ਉਹਨਾਂ ਦਾ ਸੁਪੁੱਤਰ ਪਰਮਜੀਤ ਸਿੰਘ ਪਟਵਾਲੀਆ, ਠੀਕ ਹੈ ਜੀ, ਉਹਨੇ ਮੇਰਾ ਕੇਸ ਫ੍ਰੀ ਲੜਿਆ ਜੀ, ਇੱਕ ਪੈਸਾ ਨਹੀਂ ਲਿਆ, ਨਾਟ 1 ਰੁਪੀ। ਨਹੀਂ ਤਾਂ ਇੱਕ ਵਕੀਲ ਹੋਰ ਨੇ, ਇੱਕ ਵਕੀਲ ਹੋਰ ਨੇ ਜੀ, ਉਹਨਾਂ ਨੇ ਮੇਰਾ ਈਡੀ ਦਾ ਕੇਸ ਲੜਿਆ, ਇੱਕ ਪੈਸਾ ਨਹੀਂ ਲਿਆ। ਉਹ ਮੇਰੇ ਮਤਲਬ ਜਸਟ ਆਊਟ ਆਫ, ਉਹਨਾਂ ਦਾ ਨਾਮ ਸ਼ਾਇਦ ਮੈਂ ਨਾ ਲਵਾਂ ਬਿਕੋਜ਼ ਉਹ ਪਸੰਦ ਨਾ ਕਰਨਗੇ, ਠੀਕ ਹੈ ਜੀ। ਤੇ ਪਟਵਾਲੀਆ ਸਾਹਿਬ ਦਾ ਤਾਂ ਮੈਂ ਕੁਲਦੀਪ ਸਿੰਘ ਜਸਟਿਸ ਦਾ ਦੇਣ ਹੀ ਨਹੀਂ ਦੇ ਸਕਦਾ। ਤੁਸੀਂ ਦੱਸੋ 37 ਨੂੰ 5 ਨਾਲ ਕਰੋ ਮਲਟੀਪਲਾਈ, 1.5-2-3 ਕਰੋੜ ਰੁਪਇਆ ਬਣ ਗਿਆ ਜੀ। ਹਾਈ ਕੋਰਟ ਲੈਦਾ, ਫਾਜ਼ਿਲਕਾ ਲੈਦਾ। ਸੋ ਕਹਾਣੀ ਇਹ ਆ, ਕਿਰਾਇਆ ਹੀ ਨਹੀਂ ਹੁੰਦਾ ਲੋਕਾਂ ਕੋ, ਨਹੀਂ ਹੋ ਸਕਦਾ ਜੀ। ਗਰੀਬ ਆਦਮੀ, ਗਰੀਬ ਨਹੀਂ, ਚੰਗਾ ਸਰਦਾ ਬੰਦਾ ਵੀ ਸੁਪਰੀਮ ਕੋਰਟ ਨੇ ਕੇਸ ਲੜ ਸਕਦਾ। ਇਹ ਤਾਂ ਮੈਂ ਕਿਹਾ ਜਿਹੜਾ 5 ਲੱਖ ਹੋ, ਜਿਹੜੇ ਮੇਰੇ ਖਿਲਾਫ ਪੇਸ਼ ਕੀਤੇ ਵਕੀਲ ਜੀ ਮਗਰਲੀ ਸਰਕਾਰ ਨੇ, ਇਹ ਇੱਕ ਦਿਨ ਦਾ, ਜਿੱਦਾਂ ਪਹਿਲੇ ਪੇਸ਼ੀ ਵਿੱਚ ਸ਼ਾਇਦ ਵਾਟਸ ਹਿਸ ਨੇਮ, ਰੋਹਤਗੀ, ਹਾਂਜੀ ਮੁਕਲ ਰੋਹਤਗੀ, ਹਾਂ, ਉਹ 25 ਲੱਖ ਰੁਪਏ ਲੈਂਦੇ ਜੀ ਇੱਕ ਪੇਸ਼ੀ ਦਾ। ਹਾਂ ਯੈਸ, 25 ਲੱਖ ਰੁਪਇਆ ਉਹ ਮੇਰੇ ਖਿਲਾਫ ਪੇਸ਼ ਹੋ ਰਹੇ ਸੀਗੇ। ਇੱਧਰ ਅਸੀਂ ਸੀਗੇ ਜਿਹੜਾ ਮੇਰੇ ਕੋਲ ਕੋਈ ਪੈਸਾ ਨਹੀਂ ਲੈਣਾ। ਇੱਦਾਂ ਦੇ ਦਿਆਨਤਦਾਰ ਬੰਦੇ ਵੀ ਬੈਠੇ ਨੇ ਦੁਨੀਆ 'ਚ ਜੀ। ਅੱਛਾ ਖਹਿਰਾ ਸਾਹਿਬ, ਉਹ 3 ਦਿਨਾਂ ਦੀ ਬਹਿਸ ਦੇ ਵਿੱਚ ਤੁਸੀਂ ਕਿਹਾ ਕਿ 4 ਸਰਕਾਰਾਂ ਲੱਗੀਆਂ ਹੋਈਆਂ ਸੀ, ਜਦੋਂ ਬਾਦਲ ਸਰਕਾਰ ਤਾਂ ਹੁਣ ਹੈ ਹੀ ਨਹੀਂ, ਭਗਵੰਤ ਮਾਨ ਸਾਹਿਬ ਦੀ ਸਰਕਾਰ, ਕੇਜਰੀਵਾਲ ਸਾਹਿਬ ਦੀ ਸਰਕਾਰ, ਕੇਂਦਰ, ਉਹਨਾਂ ਸਾਰਿਆਂ ਦੇ ਵਕੀਲ ਆਉਂਦੇ ਹੋਣੇ ਆ। ਸਾਰਿਆਂ ਦੇ ਕੰਸਿਸਟੈਂਟਲੀ ਆਉਂਦੇ ਨੇ ਮੇਰੇ ਉਲਟ ਜੀ। ਨਹੀਂ, ਬਾਦਲ ਦੀ ਸਰਕਾਰ ਵੇਲੇ ਕੀ ਹੋਇਆ ਸੀ, ਉਹਨਾਂ ਨੇ SIT ਬਣਾ ਕੇ ਜੀ ਮੇਰਾ ਕਾਲ ਚਾਰਟ ਜਿਹਾ ਬਣਾ ਕੇ, ਠੀਕ ਹੈ ਜੀ, ਛੱਡ ਦਿੱਤਾ। ਦਿਖਾਇਆ ਸੀ, ਕਾਫੀ ਕੁਛ ਹੀ ਦਿਖਾਇਆ ਗਿਆ ਸੀ। 75 ਕਾਲ, ਜਿਹੜੀ ਕਾਲ ਮਿਸ ਵੀ ਉਹ ਵੀ ਵਿੱਚ ਪਾਤੀ, ਜਿਹੜੀ 1 ਸਕਿੰਟ ਦੀ ਕਾਲ ਉਹ ਵੀ ਵਿੱਚ ਪਾਤੀ, 2 ਸਕਿੰਟ ਵਾਲੀ ਬਣਾ ਕੇ 75 ਕਾਲਾਂ ਬਣਾਤੀਆਂ। ਠੀਕ ਹੈ ਜੀ, ਸਿਰਫ ਕਾਲਾਂ। ਹੁਣ ਅਕਸਰ ਗੁਰਦੇਵ ਜਦੋਂ ਫਸਦਾ, ਉਹਦੀ ਭੈਣ ਨੇ ਰਹਿੰਦੀ ਸੀ ਇੰਗਲੈਂਡ, ਉਹਨਾਂ ਨੇ ਵਿਚਾਰੀ ਨੇ ਮੈਨੂੰ ਕਾਲ ਕੀਤੀ, ਉਹਨੂੰ ਵੀ ਵਸਾ ਲਿਆ ਵਿੱਚ ਜੀ। ਠੀਕ ਹੈ ਜੀ। ਜਿਹੜਾ ਮੇਰਾ PA ਮਨੀਸ਼ ਜੀ, ਉਹਨੇ ਜਿਹੜੀ ਮੇਰੀ ਕਾਲ ਡਾਇਵਰਟ ਜਾਂਦੀ, ਮਤਲਬ ਮੈਂ ਨਹੀਂ ਚੁੱਕਦਾ, ਉਹ PA ਕੋਲ, ਉਹ PA ਵੀ ਫਸਾ ਲਿਆ, ਮਨੀਸ਼ ਕੁਮਾਰ। ਕਹਿੰਦੇ ਸੀ ਜੀ ਖਹਿਰਾ ਸਾਹਿਬ ਆਪਣੇ ਫੋਨ ਤੋਂ ਨਹੀਂ ਕਰਦੇ ਸੀ, ਉਹਨਾਂ ਦੇ ਫੋਨ ਤੇ ਗੱਲਾਂ ਕਰਦੇ ਹੁੰਦੇ ਸੀ ਇਦਾਂ ਦੀ। ਨਹੀਂ, ਇੱਕ ਦੇਖੋ, ਜਿਹੜਾ ਮੇਰੀ ਕਾਲ ਮੇਰੇ ਫੋਨ ਤੇ ਆਉਂਦੀ ਸੀ, ਉਹ ਮੇਰੇ PA ਕੋਲ ਜਾਂਦੀ ਸੀ ਨਾ, ਡਾਇਵਰਟ ਹੋ ਕੇ, ਉਹ ਵੀ ਫਸਾ ਲਿਆ। ਉਹ ਬੰਦਾ ਨਿਕਲਿਆ ਹੁਣ ਕਿ ਨਹੀਂ? ਉਹ ਸਾਰੇ ਮੇਰੇ ਨਾਲ ਆਲ ਕੋਸਟ। ਇੱਕ ਮੇਰਾ PSO ਸੀ ਵਿਚਾਰਾ, ਗਰੀਬ ਆਦਮੀ, ਜੋਗਾ ਸਿੰਘ ਕਨਸਟੇਬਲ, ਉਹਨੂੰ ਵੀ ਫਸਾ ਲਿਆ ਜੀ। ਅੱਛਾ, ਤਿੰਨੇ ਦੇ ਤਿੰਨ ਅਸੀਂ ਭਰੇ ਹੋਏ। ਬਲਕਿ ਉਹਦੇ ਖਿਲਾਫ ਵੀ ਜਿਹੜਾ ਕੇਸ ਬਣਾਇਆ ਸੀ, ਸ਼ਾਇਦ ਗੁਰਦੇਵ ਦੀ ਭੈਣ ਇੰਗਲੈਂਡ ਰਹਿੰਦੀ ਆ, ਜਸਟ ਔਨ ਦ ਬੇਸਿਸ ਆਫ ਕਾਲਿੰਗ, ਉਹ ਵੀ ਭਰੀ ਹੈ ਜੀ। ਠੀਕ ਹੈ ਜੀ। ਅੱਛਾ ਖਹਿਰਾ ਸਾਹਿਬ, ਹੁਣ ਥੋੜਾ ਜਿਹਾ ਮੈਨੂੰ ਇਹ ਦੱਸਿਓ, ਆਮ ਧਾਰਨਾ ਪਤਾ ਕੀ ਹੈ, ਜੇ ਕਿਸੇ ਨਾਲ ਆਫ ਦੀ ਰਿਕਾਰਡ ਗੱਲ ਕਰੀਏ, ਲੀਡਰਸ਼ਿਪ 'ਚੋਂ ਗੱਲ ਕਰਦਾ, ਉਹ ਕਹਿੰਦੇ ਨਸ਼ਾ ਨੁਸ਼ਾ ਨਹੀਂ ਬੰਦ ਹੋ ਸਕਦਾ, ਇਹ ਤਾਂ ਚੱਲੀ ਚੁੱਲੀ ਜਾਂਦਾ। ਜਾਣੀ ਕਿ ਜੇ ਸਾਡੀ ਲੀਡਰਸ਼ਿਪ ਦੇ ਕੋਲ, ਸਾਡੀਆਂ ਸਰਕਾਰਾਂ ਦੇ ਕੋਲ, ਵਿਰੋਧੀ ਧਿਰਾਂ ਦੇ ਕੋਲੇ ਵਿਲ ਪਾਵਰ ਹੋਵੇ, ਪੰਜਾਬ 'ਚੋਂ ਨਸ਼ਾ 90-95% ਮੁਕਾਇਆ ਜਾ, ਸੰਭਾਵਨਾ ਹੈਗੀ? ਡੈਫੀਨੇਟਲੀ ਹੋ ਸਕਦੀ, ਕਿਉਂ ਨਹੀਂ ਹੋ ਸਕਦੀ। ਮੈਂ ਤੁਹਾਨੂੰ ਕਹੀ ਤਾਂ ਜਾਣਾ ਵਾਂ ਕਿ ਜਿਹੜੇ ਤੁਸੀਂ ਜਾਏ ਕਰੋ, ਇੱਕ ਜੇਲ੍ਹਾਂ ਦਾ ਸਰਵੇ ਕਰੋ, ਸੈਂਪਲ। ਠੀਕ ਹੈ ਜੀ। ਹੁਣ ਪਟਿਆਲਾ ਜੇਲ੍ਹ ਵਿੱਚ ਅਬਾਊਟ 2000 ਤੋਂ ਉੱਤੇ ਆਦਮੀ ਸੀ, 50% NDPS ਕੇਸਿਸ ਆ, ਦੈਟ ਮੀਨਸ 1000 ਦੇ ਕਰੀਬ। ਜਾ ਕੇ ਤੁਸੀਂ ਦੇਖੋ, ਕਿਸੇ ਤੇ ਐਵੇਂ ਗ੍ਰਾਮ ਪਾਈ ਆ, ਕਿਸੇ 2 ਗ੍ਰਾਮ ਪਾਈ ਆ, ਕਿਸੇ ਤੇ ਚਲੋ ਜ਼ਿਆਦਾ ਵੀ ਪਾਈਆਂ, ਗੋਲੀਆਂ ਪਾਤੀਆਂ, ਉਹ ਕਰਤੀਆਂ। ਕਹਾਣੀ ਕੀ ਆ ਕਿ ਜਦੋਂ ਖੱਪ ਪੈਂਦੀ ਆ ਮੀਡੀਆ 'ਚ, ਪਬਲਿਕ ਡੋਮੇਨ ਵਿੱਚ ਰੌਲਾ ਪੈਂਦਾ ਕਿ ਡਰੱਗਸ ਬਹੁਤ ਨੇ ਜੀ, ਉੱਤੋਂ ਹਦਾਇਤ ਹੋ ਜਾਂਦੀ ਥੱਲੇ ਥਾਣਿਆਂ ਵਿੱਚ ਕਿ ਤੁਸੀਂ ਵੀ ਆਪਣੇ ਥਾਣੇ ਵਿੱਚ ਇੰਨੀ ਨਫਰੀ NDPS ਨਸ਼ੇ ਦੇ ਕੇਸਿਸ ਰਜਿਸਟਰ ਕਰਕੇ ਬੰਦੇ ਫੜ ਕੇ ਦਿਓ, ਸਾਨੂੰ ਨਹੀਂ ਪਤਾ, ਟੀਚਾ ਦੇ ਦਿੰਦੇ ਉਹਨੂੰ। ਠੀਕ ਹੈ। ਉਹ ਥਾਣੇਦਾਰ ਫਿਰ ਥੱਲੇ ਲੱਭਣ ਲੱਗ ਜਾਂਦੇ, ਜਿਹੜੇ ਜੋ ਲੱਭਦਾ ਇੱਧਰ ਉੱਧਰ ਕਰਕੇ ਆਪਣਾ ਪੂਰਾ ਕਰਕੇ, ਲੈਟਸ ਸੇ ਇੱਕ ਪੁਲਿਸ ਸਟੇਸ਼ਨ ਨੂੰ ਕਿਹਾ ਕਿ ਤੇਰੇ ਤੋਂ ਅਸੀਂ 50 NDPS ਦੇ ਕੇਸ ਲੈਣੇ ਆ ਵਿਦਨ 3 ਮੰਥਸ, ਉਹਨੇ ਕਰਕੇ ਪੂਰੇ ਦੇ ਦੇਣੇ। ਕਈ ਮਾਤੜ ਮਾਰੇ ਜਾਣੇ ਨੇ। ਕਈ ਬੰਦੇ ਤਾਂ ਯਾਰ ਆਪਣਾ ਵਕੀਲ ਹੀ ਨਹੀਂ ਕਰ ਸਕਦੇ, ਕਈ ਬੰਦੇ ਤਾਂ ਜ਼ਮਾਨਤ ਹੀ ਨਹੀਂ ਦੇ ਸਕਦੇ। ਜ਼ਮਾਨਤ ਹੋਈ ਆ ਪਟਿਆਲੇ ਜੇਲ੍ਹ 'ਚ, ਇੱਦਾਂ ਦੇ ਬੰਦੇ ਨੇ ਜੀ ਜਿਨ੍ਹਾਂ ਦੀ ਬੇਲ ਹੋਈ ਆ, ਲੱਖ ਰੁਪਇਆ ਸ਼ੋਰਟੀ ਭਰਨੀ, ਉਹਨਾਂ ਕੋਲ ਲੱਖ ਰੁਪਇਆ ਸ਼ੋਰਟੀ ਦੇਣ ਵਾਲਾ ਬੰਦਾ ਕੋਈ ਨਹੀਂ। 2-3 ਤਾਂ ਮੈਚ ਛਡਾਇਆ ਉੱਥੋਂ। ਅੱਛਾ ਜੀ। ਯੈਸ ਖਹਿਰਾ ਸਾਹਿਬ, ਸੋ ਆਵਰ ਸਿਸਟਮ ਇਜ਼ ਸੋ ਕਰਪਟ,
ਇਟ ਇਜ਼ ਸੋ ਇੰਨਾ ਰੱਦੀ ਸਿਸਟਮ ਆ ਜੀ ਇੱਥੇ ਆਮ ਆਦਮੀ ਤਾਂ ਕੋਈ ਲੜਾਈ ਨਹੀਂ ਲੜ ਸਕਦਾ। ਹੁਣ ਤੁਸੀਂ ਡਰੱਗਸ ਦੀ ਗੱਲ ਕੀਤੀ ਜੀ ਕਿਉਂ ਨਹੀਂ ਰੁਕ ਸਕਦਾ ਜੀ? ਆ ਕਢਾਓ 4 ਰਿਪੋਰਟਾਂ, ਜਿੱਦਣ ਸਜ਼ਾ ਮਿਲ ਗਈ ਨਾ ਕਿਸੇ ਵੱਡੇ ਪੱਧਰ ਦੇ ਅਫਸਰ ਨੂੰ ਤੇ ਪੋਲੀਟੀਕਲ ਬੰਦੇ ਨੂੰ, ਆਪੇ ਥੱਲੜੇ ਨੇ ਡਰ ਜਾਣਾ ਵਾ। ਤੇ ਥੱਲੜੇ ਇਹ ਸਾਰਾ ਜਿਹੜਾ ਇਹ ਵਪਾਰ ਆ ਨਾ, ਇਹ ਕਨਾਈਵੈਂਸ ਤੋਂ ਬਗੈਰ ਨਹੀਂ ਹੋ ਸਕਦਾ। ਠੀਕ ਹੈ ਜੀ। ਪੁਲਿਸ ਨੂੰ ਮੋਸਟਲੀ ਥੱਲੜੇ ਪੱਧਰ ਤੇ ਪਤਾ ਹੁੰਦਾ ਕਿ ਉਹਦੀ ਕੌਂਸਟੀਟੂਐਂਸੀ ਵਿੱਚ ਸਬ ਡਿਵੀਜ਼ਨ ਵਿੱਚ ਕਿਹੜੇ ਆਦਮੀ ਨੇ ਜਿਹੜੇ ਡਰੱਗ ਓਪਰੇਟਰਸ ਨੇ, ਉਹ ਉਹਨਾਂ ਨੂੰ ਨਹੀਂ ਫੜਦੇ, ਉਹ ਕੰਜ਼ਿਊਮਰ ਨੂੰ ਫੜਦੇ ਨੇ। ਆਹ ਪਟਿਆਲਾ ਜੇਲ੍ਹ ਵਿੱਚ ਮੈਂ ਕਹਿ ਰਿਹਾ, ਇਹਦੇ 'ਚ 1000 ਬੰਦਾ ਤੇ ਉਹਦੇ 'ਚ 999 ਕੰਜ਼ਿਊਮਰਸ ਨੇ, ਵਪਾਰੀ ਨਹੀਂ ਹੈਗਾ ਨਾ ਵਪਾਰੀ ਹੈ ਨਹੀਂਗਾ ਕੋਈ ਵੀ। ਇੱਕ ਅੱਧਾ ਵਪਾਰੀ ਹੋਊਗਾ ਜਿਹੜਾ ਖੰਨੇ ਤੋਂ ਫੜਿਆ ਸੀ ਇਹਨਾਂ ਨੇ, ਕੋਈ ਰਾਣੂ ਸਰਪੰਚ। ਅਦਰਵਾਈਜ਼ ਆਰ ਆਲ ਕੰਜ਼ਿਊਮਰਸ ਤਾਂ ਵਿਚਾਰੇ ਹੁਣ ਜਿਹੜੇ ਮਾਤੜ ਬੰਦੇ ਡਿਪਰੈਸਡ ਨੇ, ਗਰੀਬ ਨੇ, ਅਨਐਮਪਲੋਇਡ ਨੇ, ਨਸ਼ੇੜੀ ਬਣ ਚੁੱਕੇ ਨੇ, ਉਹਨਾਂ ਤਾਂ ਖਾਣੀ ਆ, ਉਹਨੇ ਇਧਰੋਂ ਨਹੀਂ ਲੱਭੀ ਉਧਰੋਂ ਲੱਭੀ। ਸੋ ਦਾ ਸੋਰਸ ਹੈਜ਼ ਟੂ ਬੀ ਪਲੱਗਡ। ਸੁਖਪਾਲ ਸਿੰਘ ਖਹਿਰਾ ਸਾਹਿਬ ਨੂੰ ਇਹਦਾ ਸੇਕ ਉਦੋਂ ਹੀ ਮਹਿਸੂਸ ਹੋਇਆ ਜਦੋਂ ਪਰਚਾ ਦਰਜ ਹੋਇਆ, ਜਦੋਂ ਈਡੀ ਵਾਲੇ ਆਉਣ ਲੱਗ ਪਏ, ਜਾਂ ਦੁਬਾਰਾ ਸੱਦਿਆ ਜਾਣ ਲੱਗ ਪਿਆ, ਜਾਂ ਵਿਰੋਧੀ ਧਿਰ ਦੇ ਨੇਤਾ ਹੁੰਦੇ ਆ ਵੀ ਕਦੇ ਕੋਈ ਸ਼ਬਦ ਬੋਲਿਆ ਸੀ ਇਸ? ਨਹੀਂ ਡਰੱਗਸ ਬਹੁਤ ਜ਼ਿਆਦਾ। ਮੇਰਾ ਤੁਸੀਂ ਕੈਂਪੇਨ ਕੱਢ ਕੇ ਦੇਖੋ 2017 'ਚ ਜੀ, ਮੈਂ ਜਦੋਂ ਵੀ ਕਿਤੇ ਡਰੱਗਸ ਨਾਲ ਡੈਥ ਹੁੰਦੀ ਸੀਗੀ, ਮੈਨੂੰ ਯਾਦ ਆ ਪੰਜਾਬ ਦੇ ਵਿੱਚ ਕਿਤੇ ਸ਼ਾਇਦ ਬਠਿੰਡੇ, ਕੋਟਕਪੂਰੇ, ਹਰ ਥਾਂ ਸਪੌਟ ਵਿਜ਼ਿਟ ਕਰਦਾ ਸੀ, ਉੱਥੇ ਜਾ ਕੇ ਟੱਬਰ ਨੂੰ ਪੁੱਛਦਾ ਸੀ ਜੀ। ਕਈ ਟੱਬਰ ਤਾਂ ਲੁਕੋ ਲੈਂਦੇ ਨੇ ਕਿ ਜੀ ਅਸੀਂ, ਸਾਡਾ ਬੱਚਾ ਤਾਂ ਬਹੁਤ ਠੀਕ ਸੀ ਜੀ, ਐਂ ਹੋ ਗਿਆ। ਕਈ ਦੱਸਦੇ ਨੇ ਕਿ ਆਹ ਸਿਰਿੰਜ ਲਾਈ ਸੀ ਜੀ, ਆਹ ਉਹਦੀ ਫੋਟੋ ਆ ਜੀ, ਆਹ ਲਾਸਟ ਉਹਦੇ ਸਾਹ ਸੀ ਜੀ। ਇੱਕ ਪੱਟੀ ਹਲਕੇ 'ਚ ਵੀ ਮੈਂ ਗਿਆ ਸੀ, ਧੂਤ ਪਿੰਡ ਕੇ ਕਿਹੜਾ ਕੁਛ ਪਿੰਡ ਇੱਦਾਂ, ਮੈਨੂੰ ਯਾਦ ਨਹੀਂ। ਮੈਂ ਤਾਂ ਮੇਰਾ ਖਿਆਲ ਦਰਜਨਾਂ ਪਿੰਡਾਂ ਦੇ ਵਿੱਚ ਜਾ ਕੇ ਇਸ ਡਰੱਗਸ ਦੇ ਮਸਲੇ ਨੂੰ ਉਠਾਇਆ ਬਹੁਤ ਜ਼ਿਆਦਾ। ਕਹਾਣੀ ਇਹੀ ਹੈ ਨਾ, ਐਕਚੁਅਲੀ ਮੇਰਾ ਜਿਹੜਾ ਸਟਾਈਲ ਆਫ ਵਰਕ ਆ, ਉਹ ਦੂਜਿਆਂ ਨੂੰ, ਜਿਹੜੀ ਵੀ ਇਸਟੈਬਲਿਸ਼ਮੈਂਟ ਹੁੰਦੀ ਆ ਜੀ, ਚਾਹੇ ਉਹ ਬਾਦਲ ਆ, ਚਾਹੇ ਬਾਅਦ 'ਚ ਕੈਪਟਨ, ਚਾਹੇ ਹੁਣ ਆਮ ਆਦਮੀ, ਚਾਹੇ ਬੀਜੇਪੀ, ਉਹਨਾਂ ਨੂੰ ਚੁੱਭਦੀ ਆ ਜੀ। ਤੁਸੀਂ ਨਰਮ ਵਿਰੋਧ ਕਰੀ ਚਲੋ, ਸਾਰਾ ਪੋਲੀਟੀਕਲ ਜਮਾਤ ਨਰਮ ਵਿਰੋਧ ਹੀ ਕਰਦੀ ਨਾ ਕਿ ਦੇਖੋ ਜੀ ਸੜਕਾਂ ਟੁੱਟੀਆਂ ਟੋਏ ਨੇ ਜੀ, ਬਿਜਲੀ ਨਹੀਂ ਆ ਰਹੀ ਪਿੰਡਾਂ ਦੇ ਵਿੱਚ ਜੀ, ਸਾਡੇ ਸਕੂਲ ਨੂੰ ਥੋੜ੍ਹਾ ਠੀਕ ਕਰਾ ਦਿਓ ਸੀ। ਇਹ ਵੀ ਇਸ਼ੂਜ਼ ਨੇ, ਪਰ ਜਿਹੜੇ ਇਸ਼ੂ ਸਾਡੀ ਪੰਜਾਬ ਨੂੰ ਬਦਨਾਮ ਕਰਦੇ ਨੇ, ਜਿਹੜੇ ਡਿਸਟਰੋਏ ਕਰ ਰਹੇ ਨੇ, ਜਿਹੜੇ ਪੰਜਾਬ ਨੂੰ ਰਿਕ ਕਰ ਰਹੇ ਨੇ, ਉਹਨਾਂ ਦੇ ਖਿਲਾਫ ਘੱਟ ਬੋਲਦੇ ਨੇ। ਔਰ ਅਗਰ ਬੋਲਦੇ ਵੀ ਨੇ ਤੇ ਦਬੀ ਜ਼ਬਾਨ 'ਚ ਬੋਲਦੇ ਨੇ। ਬਸ ਮੇਰੇ 'ਚ ਇਹਦਾ ਨੁਕਸ ਕਹਿ ਲਓ, ਚੰਗਾ ਕਹਿ ਲਓ, ਇਹ ਹੁਣ ਮਤਲਬ ਆਈ ਹੈਵ ਬੀਨ ਵੋਕਲ ਜੀ। ਖਹਿਰਾ ਸਾਹਿਬ, ਮਾਨ ਸਾਹਿਬ ਦੇ ਨਾਲ ਤਾਂ ਚਲੋ ਸਿਆਸੀ ਵਿਰੋਧ ਹੈ, ਬੀਜੇਪੀ ਦੇ ਨਾਲ ਵਿਰੋਧ ਹੈ, ਕਾਂਗਰਸ ਪਾਰਟੀ ਦੇ ਵਿੱਚ ਤੁਸੀਂ ਕਿਹਾ ਕਿ ਰਾਣਾ ਗੁਰਜੀਤ ਸਿੰਘ ਸਾਹਿਬ ਦਾ ਜ਼ਿਕਰ ਕੀਤਾ, ਤੁਸੀਂ ਸੀਟ, ਤੁਸੀਂ ਕਿਹਾ ਕਿ ਲੋਕਾਂ ਨੇ ਮੈਨੂੰ ਪਹਿਚਾਣਿਆ, ਮੈਨੂੰ ਪਤਾ ਸੀ, ਲੋਕਾਂ ਨੂੰ ਪਤਾ ਸੀ ਤੁਹਾਡਾ ਕੀ। ਉਹਨਾਂ ਨੂੰ ਤਾਂ ਸੀਟਾਂ ਸੁੱਖ ਨਾਲ 2 ਜਿਤਾਤੀਆਂ। ਜੇ ਤੁਸੀਂ ਰੇਤਾ ਵਾਲਾ ਮਸਲਾ ਉਧਰ ਲਿਜਾਂਦੇ ਹੋ, ਉਹ 2 ਸੀਟਾਂ ਕਿਵੇਂ ਜਿੱਤ ਗਏ? ਦੇਖੋ ਦੈਟ ਇਜ਼ ਮੇਰੀ ਲੜਾਈ ਜਿੱਥੋਂ ਤੱਕ ਮੇਰੇ ਨਾਲ ਆ, ਉਹ ਮੈਂ ਤੁਹਾਨੂੰ ਆਪਣਾ ਪੱਖ ਦਿੱਤਾ ਵੀ ਉਹਦਾ ਕੀ ਰੋਲ ਹੈ, ਕੀ ਰੋਲ ਹੈ, ਸਮਝ ਗਏ? ਔਰ ਇਹਦੇ ਤੋਂ ਬਹੁਤ ਜ਼ਿਆਦਾ ਰੋਲ ਮੈਂ ਹਲੇ ਡਿਸਕਲੋਜ਼ ਨਹੀਂ ਕਰ ਰਿਹਾ। ਆਈ ਹੈਵ ਗॉट ਆਲ ਦ ਫੈਕਟਸ। ਇਹਨਾਂ ਨੇ ਕਿਸ ਤਰ੍ਹਾਂ ਮੈਨੂਪਲੇਟ ਕੀਤੇ ਪੁਲਿਸ ਨੂੰ, ਕਿਸ ਤਰ੍ਹਾਂ ਪ੍ਰੋਸੀਕਿਊਸ਼ਨ ਮੈਨੂਪਲੇਟ ਕੀਤੀ, ਕਿਸ ਤਰ੍ਹਾਂ ਜੱਜ ਨੂੰ ਮੈਨੂਪਲੇਟ ਕੀਤਾ, ਸਾਰਾ ਰਿਕਾਰਡ ਹੈ। ਠੀਕ ਹੈ, ਉਹ ਮੈਂ ਕਦੀ ਲੋੜ ਪਈ ਸਮਾਂ ਆਉਣ ਤੇ। ਹੁਣ ਇਹਨਾਂ ਦੀ ਸੀਟਸ ਜਿਹੜੀਆਂ ਨੇ, ਕਪੂਰਥਲਾ ਪ੍ਰੀਡੋਮੀਨੈਂਟਲੀ ਪੱਕੀ ਠੱਕੀ ਕਾਂਗਰਸ ਦੀ ਸੀਟ ਰਹੀ ਹੈ। 50% ਸ਼ੇਅਰ ਹੈ ਇਕੱਲਾ, ਉਹ ਕਾਂਗਰਸ ਨੂੰ ਉੱਦਾਂ ਹੀ ਪੈਂਦਾ। ਬਾਕੀ ਸਰਮਾਏਦਾਰ ਬੰਦੇ ਨੇ। ਠੀਕ ਹੈ ਜੀ। ਸੁਲਤਾਨਪੁਰ ਜਾ ਕੇ ਪੈਸਾ ਸੁੱਟ ਕੇ ਇਹਨਾਂ ਦੇ ਆ ਜਿਹੜੇ ਫੌਜ ਜੀ ਰੱਖੀ ਇਹਨਾਂ ਨੇ, ਆਪਣੀ ਮਿੱਲਾਂ ਮੁੱਲਾਂ ਦੀ 400-500 ਬੰਦਾ ਸੁੱਟ ਦਿੰਦੇ ਨੇ, 100-150 ਪਿੰਡ ਹੁੰਦਾ। ਸੋ ਆਈ ਡੋਂਟ ਨੋ। ਠੀਕ ਹੈ ਜੀ। ਖਹਿਰਾ ਸਾਹਿਬ, ਹੁਣ ਆਉਂਦੇ ਆ ਮੌਜੂਦਾ ਸਰਕਾਰ ਤੇ। ਤੁਸੀਂ ਕਿਹਾ ਕਿ ਭਾਈ ਪੂਰਾ ਜ਼ੋਰ ਲਾ ਦਿੱਤਾ ਉਧਰਲੇ ਪਾਸੇ, ਮੇਰੇ ਖਿਲਾਫ ਵੀ ਵਕੀਲ ਭੇਜੇ ਮਾਨ ਸਾਹਿਬ ਦੀ ਸਰਕਾਰ ਨੇ। ਕੀ ਲੱਗਦਾ, ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਭਾਈ ਭ੍ਰਿਸ਼ਟਾਚਾਰ ਕੀਤਾ ਰਵਾਇਤੀ ਪਾਰਟੀਆਂ ਨੇ, ਤੇ ਤੁਸੀਂ ਰਵਾਇਤੀ ਪਾਰਟੀ 'ਚ ਇਸ ਵੇਲੇ ਹੋ, ਤੁਹਾਡੀਆਂ ਵੀ ਸਰਕਾਰਾਂ ਇੱਥੇ ਰਹੀਆਂ, ਚਾਹੇ ਕੈਪਟਨ ਸਾਹਿਬ ਵਾਲੀ ਹੈ ਜਾਂ ਪਿਛਲੀ ਹੈ। ਉਹਨਾਂ ਨੇ ਰਵਾਇਤੀ ਪਾਰਟੀਆਂ ਦੇ ਖਿਲਾਫ 92 ਸੀਟਾਂ ਇਹ ਕਹਿ ਕੇ ਜਿੱਤੀਆਂ ਕਿ ਅਸੀਂ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੇਣਾ, ਤੇ ਉਹ ਕਹਿੰਦੇ ਜੀ ਅਸੀਂ ਐਕਸ਼ਨ ਲਾਈਨ ਸਥਾਪਿਤ ਕਰ ਦਿੱਤੀ, ਅਸੀਂ ਬੰਦੇ ਰੋਜ਼ ਫੜੇ ਵੀ ਜਾ ਰਹੇ ਆ। ਸੁਖਪਾਲ ਸਿੰਘ ਖਹਿਰਾ ਸਾਹਿਬ ਕਿੰਨੇ ਕੁ ਨੰਬਰ ਦਿੰਦੇ ਆ ਜੀ ਮਾਨ ਸਾਹਿਬ ਦੀ? ਨਾਟ ਐਟ ਆਲ, 0 ਜੀ। ਦੇयर ਇਜ਼ ਰੈਂਪੈਂਟ ਕਰਪਸ਼ਨ ਇਨ ਪੰਜਾਬ। ਮੈਂ 100 ਚੋਂ ਪੁੱਛੇ। ਹਾਂ, -0। ਹੁਣ ਸੁਣੋ ਕਿਉਂ ਜੀ। ਤੁਸੀਂ ਪਹਿਲੀ ਗੱਲ ਤਾਂ ਆਪਾਂ ਇਹਨਾਂ ਦੇ 3 ਭ੍ਰਿਸ਼ਟਾਚਾਰ ਦੇ ਜਿਹੜੇ ਉੱਪਰਲੇ ਬੰਦੇ ਆਏ ਨੇ। ਡਾਕਟਰ ਵਿਜੇ ਸਿੰਘਲਾ, ਇਹਨੂੰ ਭਗਵੰਤ ਮਾਨ ਨੇ ਕੋ ਆਡੀਓ ਸੁਣੀ, ਕਹਿੰਦਾ ਜੀ ਮੈਂ ਸੁਣ ਲਈ, ਮੈਂ ਕੱਢਤਾ ਜੀ, ਜੇਲ੍ਹ ਭੇਜਤਾ। ਚੰਗੀ ਗੱਲ ਸੀ। ਵਾਟ ਅਬਾਊਟ ਸਰਾਰੀ ਫੌਜਾ ਸਿੰਘ, ਜਿਸ ਬੰਦੇ ਦੀ ਆਡੀਓ ਜਗਜ਼ਾਰ ਹੋਈ, ਜਿਹੜਾ ਕਨਾਈਵ ਕਰ ਰਿਹਾ ਵਾ, ਉਹਨੂੰ ਹੁਣ ਕੈਬਨਿਟ ਚੋਂ ਤਾਂ ਕੱਢਤਾ। ਕਿਉਂ ਕੱਢਿਆ ਵਾ? ਕੋਈ ਪਰਸਨਲ ਰੀਜ਼ਨਸ ਕਰਕੇ ਥੋੜ੍ਹਾ ਕੱਢਿਆ, ਇਸੇ ਕਰਕੇ ਕੱਢਿਆ, ਪਰ ਉਹਦੇ ਖਿਲਾਫ ਕਾਰਵਾਈ ਕੀਤੀ ਆ। ਹੁਣ ਆ ਜੋ ਅਮਿਤ ਰਤਨ ਕੋਟਫੱਤਾ ਜੀ, ਜਿਹੜਾ ਆਦਮੀ ਅਕਾਲੀ ਦਲ ਨੇ, ਆ ਕੈਮਰੇ ਤੇ ਨੋਟ ਕਰ ਲੈਣ ਸਾਰੇ ਜਾਣੇ, ਠੀਕ ਹੈ, 2020 ਵਿੱਚ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ 'ਚ ਅਕਾਲੀ ਦਲ ਨੇ ਐਕਸਪੈਲ ਕਰਤਾ ਉਹਨੂੰ। ਉਹ ਇਹਨਾਂ ਨੇ ਚੱਕ ਲਿਆ ਐਜ਼ ਅ ਉਮੀਦਵਾਰ। ਹੁਣ ਜੇ ਆ ਝਾੜੂ ਪੋਚੇ ਪਾਰਟੀ 'ਚ ਕੋਈ ਆ ਜਾਊਗਾ ਤੇ ਉਹ ਦੁੱਧ ਧੋਤਾ ਹੋ ਜੂ, ਜਸਟ ਬਿਕੋਜ਼ ਇਹ ਸਵਿਚ ਪਾਰਟੀ। ਕਿਰਦਾਰ ਤਾਂ ਉਹੀ ਰਹਿਣਾ ਨਾ। ਫਸ ਗਿਆ ਆਣ ਕੇ 25 ਲੱਖ ਰੁਪਏ ਸਰਪੰਚ ਪ੍ਰਿਤਪਾਲ ਘੁੱਦੇ ਪਿੰਡ ਤੋਂ ਮੰਗਦਾ ਸੀਗਾ, ਆਡੀਓ ਵੀ ਆ ਗਈ, ਵੀਡੀਓ ਵੀ ਆ ਗਈ। ਹੁਣ ਉਹਦੇ ਪੀਏ ਨੂੰ ਕਹਿੰਦੇ ਜੀ, ਅੱਛਾ ਪੀਏ ਦੀ ਜ਼ਰੂਰਤ ਹੈ ਕਿ 25 ਲੱਖ ਰੁਪਏ ਦੀ ਗ੍ਰਾਂਟ ਉਹਨੂੰ ਦਵਾ ਦਿੰਦਾ ਸਰਪੰਚ ਨੂੰ, ਵੀਡੀਓ ਜਾਂ ਡੀਡੀਪੀਓ ਨੂੰ ਕਹਿ ਕੇ।
ਵਿਦਆਊਟ ਦੀ ਕਨਾਈਵੈਂਸ ਆਫ ਐਮਐਲਏ ਹੋ ਹੀ ਨਹੀਂ ਸਕਦਾ। ਹੁਣ ਐਮਐਲਏ ਨੂੰ ਬਚਾ ਰਹੇ ਨੇ। ਸੋ ਇੱਥੋਂ ਪਤਾ ਲੱਗ ਗਿਆ ਕਿ ਕਿੰਨੇ ਕੁ ਇਮਾਨਦਾਰ ਨੇ, ਨੰਬਰ 1 ਜੀ। ਨੰਬਰ 2, ਜੇ ਤੁਸੀਂ ਮਾਈਨਿੰਗ ਦੇਖੋਗੇ, ਜੇ ਤੁਸੀਂ ਡਰੱਗਸ ਦਾ ਵਪਾਰ ਦੇਖੋਗੇ, ਜੇ ਤੁਸੀਂ ਸਾਰੀਆਂ ਤਹਿਸੀਲਾਂ 'ਚ ਐਂ ਕਰੋ ਕਿਸੇ ਦਿਨ ਹਿਡਨ ਕੈਮਰਾ ਲੈ ਕੇ ਜਾਓ ਕਿਸੇ ਤਹਿਸੀਲ ਤੇ ਥਾਣੇ ਵਿੱਚ, ਠੀਕ ਹੈ ਜੀ, ਥੋੜਾ ਆਪਣਾ ਚੇਂਜ ਕਰ ਲਿਓ, ਪਤਾ ਨਾ ਲੱਗੇ ਕਿ ਪ੍ਰਾਈਮ ਏਸ਼ੀਆ ਦੇ ਟੀ ਹੈਗੇ ਨੇ, ਤੁਹਾਨੂੰ ਆਪੇ ਪਤਾ ਲੱਗ ਜਾਏਗਾ ਦੇयर ਇਜ਼ ਰੈਂਪੈਂਟ ਕਰਪਸ਼ਨ। ਇਹਨਾਂ ਦੇ ਪੋਰਟਲ ਤੇ ਖਰੇ 3.5 ਕੇ 4 ਲੱਖ ਕੰਪਲੇਂਟ ਗਈ, ਪਰਚੇ ਦਰਜ ਹੋਏ ਨੇ 28। ਮੈਂ ਕੀਤੀਆਂ 3-4 ਕੰਪਲੇਂਟਸ ਲਵਲੀ ਯੂਨੀਵਰਸਿਟੀ ਵਾਲੇ ਕੋਲ। ਹਾਂ, ਮੇਰੇ ਭਗਵੰਤ ਮਾਨ ਨਹੀਂ ਦੀ, ਤੁਸੀਂ ਉਸ ਪੋਰਟਲ ਤੇ ਗਏ ਹੋ? ਭਗਵੰਤ ਮਾਨ ਦੀ ਨੂੰ ਸ਼ਿਕਾਇਤ ਈਮੇਲ ਤੇ ਭੇਜੀ ਆ ਕਿ ਲਵਲੀ ਯੂਨੀਵਰਸਿਟੀ ਵਾਲੇ ਕੋਲ 100 ਕਰੋੜ ਰੁਪਏ ਦੀ 13 ਏਕੜ ਜ਼ਮੀਨ ਚਹੇੜੂ ਪਿੰਡ ਦੀ, ਜਿਹੜਾ ਇਹਦੇ ਕੋਲ ਨਜਾਇਜ਼ ਕਬਜ਼ੇ 'ਚ ਆ। ਨੋ ਐਕਸ਼ਨ। ਨਹੀਂ ਤੁਹਾਨੂੰ ਕੋਈ ਰਿਪਲਾਈ ਆਇਆ ਹੋਵੇ ਵੀ ਅਸੀਂ ਜਾਂਚ? ਨੋ ਰਿਪਲਾਈ। ਮੈਂ ਤਾਂ ਭਗਵੰਤ ਮਾਨ ਕੋ, ਚਲੋ ਇਹ ਤਾਂ ਮੇਰੀ ਹੋ ਗਈ ਨਾ ਉਹਦੇ ਨਾਲ ਇੱਕ ਵਿਰੋਧ ਜੀ। ਮੈਂ ਇੱਕ ਬੜੇ ਪੋਜ਼ਿਟਿਵ ਏਜੰਡੇ ਵਾਸਤੇ ਉਹਨੂੰ ਮਿਲਣਾ ਚਾਹੁੰਦਾ ਸੀਗਾ। ਬੜੀ ਵਾਰੀ ਫੋਨ ਕੀਤੇ ਇਹਦੇ ਪੀਏ ਸ਼ਾਇਦ ਸੁਖਬੀਰ ਹੈ, ਇੱਕ ਜਿਹੜੇ ਵੈਨਿਊ ਪ੍ਰਸਾਦ ਜਿਹੜੇ ਪ੍ਰਿੰਸੀਪਲ ਸੈਕਟਰੀ, ਉਹਨਾਂ ਨੂੰ ਫੋਨ ਕੀਤਾ ਲੱਗ, ਨੋ ਟਾਈਮ। ਉਹਨਾਂ ਨਾਲ ਗੱਲ ਹੋ ਜਾਂਦੀ ਰਹੀ ਤੁਹਾਡੀ? ਅਫਸਰਾਂ ਨਾਲ ਤਾਂ ਗੱਲ ਹੋਈ ਨਾ। ਮੈਂ ਕਿਹਾ ਜੀ ਮੈਂ ਮਿਲਣਾ ਚਾਹੁੰਦਾ, ਕਿਉਂਕਿ ਮੇਰੇ ਕੋਲ ਇੱਕ ਬਹੁਤ ਅੱਛੀ ਪ੍ਰਪੋਜ਼ਲ ਹੈ। ਇਹ ਕਹਿੰਦੇ ਨੇ ਡਾਇਵਰਸੀਫਿਕੇਸ਼ਨ ਕਰਨੀ, ਝੋਨਾ ਘਟਾਉਣਾ, ਜ਼ਮੀਨੀ ਪਾਣੀ ਬਚਾਉਣਾ। ਮੇਰੇ ਕੋਲ ਹੈ ਪ੍ਰਪੋਜ਼ਲ ਬਹੁਤ ਅੱਛੀ, ਲੇਕਿਨ ਇਹ ਮਿਲੇ ਤਾਂ ਹੁਣ ਮੈਂ ਸੋਚਿਆ ਕਿ ਇਹਨੂੰ ਮਿਲਣ ਦੀ ਬਜਾਏ ਮੈਂ ਜਾ ਕੇ ਜਿਹੜੇ ਮਿਸਟਰ ਟੋਮਰ ਨੇ ਐਗਰੀਕਲਚਰ ਮਿਨਿਸਟਰ, ਆਈ ਵਿਲ ਟਰਾਈ ਐਂਡ ਮੀਟ ਹਿਮ। ਹਾਲਾਂਕਿ ਉਹ ਬੀਜੇਪੀ 'ਚ ਆ, ਪਰ ਉਹ ਪੰਜਾਬ ਦੀ ਬਹੁਤ ਅੱਛੀ ਪ੍ਰਪੋਜ਼ਲ ਆ ਕਿ ਅਸੀਂ ਹਰ ਸਾਲ 25% ਤੋਂ ਲੈ ਕੇ 30% ਝੋਨਾ ਘਟਾ ਸਕਦੇ ਹਾਂ। 3-4 ਸਾਲਾਂ 'ਚ ਅਸੀਂ ਇਹ ਝੋਨੇ ਨੂੰ ਇੱਕ ਇਹੋ ਜਿਹੀ ਫਸਲ ਨਾਲ ਰਿਪਲੇਸ ਕਰ ਸਕਦੇ ਜਿਹਦੀ ਆਮਦਨ ਝੋਨੇ 'ਚ ਨਹੀਂ ਹੋ। ਪ੍ਰੈਕਟੀਕਲ ਹੈ ਜੀ ਉਹ? ਐਬਸੋਲਿਊਟਲੀ। ਪੰਜਾਬ ਦੀ ਜਲਵਾਯੂ ਬਿਲਕੁਲ 14 ਲੱਖ ਟਿਊਬਵੈੱਲ, 500 ਫੁੱਟ ਤੇ ਪਾਣੀ ਸਾਡਾ ਥੱਲੇ ਚਲੇ ਗਿਆ ਜੀ। ਇਹ ਕਾਗਜ਼ਾਂ ਦੀ ਗੱਲਾਂ ਕਰੀ ਜਾਂਦੇ ਨੇ ਕਿ ਅਸੀਂ ਡਾਇਵਰਸੀਫਿਕੇਸ਼ਨ, ਮੂੰਗੀ ਦੀ ਦਾਲ ਦੀ ਫਸਲ ਦਿੱਤੀ। ਭਗਵੰਤ ਮਾਨ ਦੇ ਨਹੀਂ ਨਾ ਸਕਦਾ, ਪੈਸੇ ਹੈ ਨਹੀਂਗੇ। ਇਹਨੇ ਕਿਹਾ ਜੀ ਮੈਂ 7275 ਰੁਪਏ ਕੁਇੰਟਲ ਦਊਂਗਾ ਮੂੰਗੀ ਦੀ ਫਸਲ ਬੀਜੋ। ਲੋਕਾਂ ਨੇ ਬੀਜਤੀ। 5.5 ਲੱਖ ਕੁਇੰਟਲ ਮੰਡੀਆਂ 'ਚ ਫਸਲ ਆਈ ਆ। ਜਗਰਾਓਂ ਮੰਡੀ ਸਪੈਸ਼ਲ, ਮਾਨਸਾ ਜੀ, ਤੇ ਸਿਰਫ 10% MSP ਤੇ ਚੱਕੀ, ਕਿਉਂਕਿ ਪੈਸੇ ਹੈ ਨਹੀਂ ਸਰਕਾਰ ਕੋਲ। 90% ਡਿਸਟ੍ਰੈਸ ਸੇਲ 'ਚ ਗਈ ਆ। ਹੁਣ ਲੋਕੀ ਗਾਂ ਮੂੰਗੀ ਨਹੀਂ ਬੀਜਣਗੇ, ਝੋਨਾ ਹੀ ਬੀਜਣਗੇ ਦੁਬਾਰਾ ਫਿਰ। ਆਈ ਮੀਨ ਦੇ ਵਿਲ ਨਾਟ। ਇਹ ਤਾਂ ਹਟਣਗੇ ਜੇ ਝੋਨੇ 'ਚੋਂ 50-60 ਹਜ਼ਾਰ ਰੁਪਏ ਏਕੜ ਦੀ ਆਮਦਨ ਆਉਂਦੀ ਆ, ਅਸੀਂ ਉਹਨੂੰ ਰਿਪਲੇਸ ਕਰੀਏ। ਝੋਨਾ ਛੱਡ ਦਿਓ, ਆ ਲਓ ਚੱਕੋ 50-60 ਹਜ਼ਾਰ ਰੁਪਏ। ਬਦਲ ਹੈਗਾ 100%। ਤੁਹਾਨੂੰ ਆਫ ਦਾ ਰਿਕਾਰਡ ਦੱਸ ਦੂੰਗਾ। ਬਿਲਕੁਲ ਠੀਕ। ਹੁਣੇ ਡਿਸਕਲੋਜ਼ ਕਰਤਾ ਨਹੀਂ ਫਿਰ ਕੰਮ ਖਰਾਬ ਹੋ ਜਾਊਗਾ। ਮੈਂ ਉਹ ਪੁੱਛਦਾ ਵੀ ਨਹੀਂ। ਭਗਵੰਤ ਸਿੰਘ ਮਾਨ ਸਾਹਿਬ ਦੇ ਨਾਲ ਆਖਰੀ ਮੁਲਾਕਾਤ ਕਦੋਂ ਹੋਈ ਸੀ? ਜਦੋਂ ਮੈਂ ਇਹਨਾਂ ਦੇ ਨਾਲ ਪਾਰਟੀ 'ਚ ਕੰਮ ਕਰਦਾ। ਉਹਦੇ ਤੋਂ ਬਾਅਦ ਨਹੀਂ ਹੋਈ? ਇੱਕ ਭਗਵੰਤ ਮਾਨ ਦੀ ਇੰਟਰਸਟਿੰਗ ਗੱਲ ਦੱਸਦਾ, ਹੀ ਮੇ ਟੇਕ ਇਟ ਐਜ਼ ਐਨ ਆਫੈਂਸ ਜੀ। ਇਹ ਕਦੀ ਅੱਖ ਚੱਕ ਪਾ ਕੇ ਨਹੀਂ ਮੇਰੇ ਨਾਲ ਗੱਲ ਕਰਦਾ ਸੀ, ਜਿੱਦਾਂ ਤੁਹਾਡੇ ਨਾਲ ਮੈਂ ਅੱਖ ਚੱਕ ਪਾ ਰਿਹਾ। ਹੀ ਵਿਲ ਆਲਵੇਜ਼ ਪੁੱਟ ਹਿਸ ਹੈਡ ਡਾਊਨ। ਮੈਂ ਤੇ ਕੰਵਰ ਸੰਧੂ ਸਾਡੇ ਸਤਿਕਾਰਯੋਗ MLA ਸਾਹਿਬ, ਇੱਕ ਦੋ ਵਾਰੀ ਅਸੀਂ ਬਿਠਾ ਕੇ ਵੀ ਟਰਾਈ ਟੂ ਐਕਸਪਲੇਨ ਕਿ ਆਪਾਂ ਪਾਰਟੀ 'ਚ ਇਕੱਠੇ ਚੱਲੀਏ, ਕੁਝ ਕੰਮ ਕਰੀਏ। ਬਿਕੋਜ਼ ਇਹਨਾਂ ਦੇ ਭਗਵੰਤ ਦੇ ਮਨ 'ਚ ਇਹ ਸੀਗਾ ਕਿ ਕੋਈ ਵੀ ਇੱਦਾਂ ਦਾ ਬੰਦਾ ਜਿਹੜਾ ਰਹਿ ਗਿਆ ਥੋੜ੍ਹਾ ਜਿਹਾ ਕੇਪੇਬਲ, ਤੇ ਮੇਰਾ ਮੌਕਾ ਨਹੀਂ ਲੱਗਣਾ। ਵਿੱਚ ਫੁਲਕਾ ਉਡਾਤਾ, ਵਿੱਚ ਛੋਟੇਪੁਰ ਕੱਢਤਾ। ਉਹ ਛੋਟੇਪੁਰ ਦਾ 2 ਲੱਖ ਦਾ ਸਟਿੰਗ ਕਿੱਥੇ ਆ ਜੀ? 2 ਲੱਖ ਦਾ ਇਲਜ਼ਾਮ ਲਾਤਾ ਵਿਚਾਰੇ ਆਦਮੀ ਤੇ, ਸ਼ਰੀਫ ਆਦਮੀ ਤੇ, ਕੱਢਤਾ ਪਾਰਟੀ 'ਚੋਂ। ਡਾਕਟਰ ਗਾਂਧੀ ਕੱਢਦੇ। ਹੀ ਨੈਵਰ ਵਾਂਟਡ ਕਿ ਕੋਈ ਇੱਦਾਂ ਦਾ ਆਦਮੀ। ਉਹ ਫਿਰ ਇਹਦੀ ਚੱਲਦੀ ਸੀ, ਉਹ ਕੇਜਰੀਵਾਲ ਵਗੈਰਾ, ਮਨੀਸ਼ ਸਿਸੋਦੀਆ ਵਗੈਰਾ ਦੀ ਸੁਣਦੇ ਹੋਣਗੇ ਜੀ। ਸੋ ਇਸ ਕਰਕੇ ਮੈਨੂੰ ਲਾਸਟ ਮੁਲਾਕਾਤ ਚਿਰ ਹੋ ਗਿਆ। ਠੀਕ ਹੈ ਜੀ। ਕੀ ਤੁਸੀਂ ਅਫਸਰ ਸਾਹਿਬਾਨਾਂ ਦੇ ਨਾਲ, ਕਿਉਂਕਿ ਇਹ ਵੱਡੀ ਸਟੇਟਮੈਂਟ ਹੈ ਕਿ ਤੁਸੀਂ ਪੰਜਾਬ ਦੀ ਡਿਵੈਲਪਮੈਂਟ ਲਈ ਇੱਕ ਪ੍ਰਪੋਜ਼ਲ, ਉਹਨਾਂ ਨੂੰ ਦੱਸਦੇ ਸੀ ਕਿ ਮੈਂ ਇਸ ਕੰਮ ਲਈ ਮਿਲਣਾ? ਉਹਨਾਂ ਨੂੰ ਮੈਂ ਦੱਸਦਾ ਸੀਗਾ ਕਿ ਦੇਰ ਇਜ਼ ਸਮਥਿੰਗ, ਕਿਉਂਕਿ ਮੈਂ ਹੁਣ ਹੈਗਾ ਫਾਰਮਰਸ ਜਿਹੜਾ ਕਾਂਗਰਸ ਦਾ ਵਿੰਗ ਆ ਸਾਰੇ ਇੰਡੀਆ ਦਾ ਪ੍ਰੈਜ਼ੀਡੈਂਟ ਜੀ, ਤੇ ਮੇਰੇ ਕੋਲ ਬਹੁਤ ਅੱਛੀ ਇਨਪੁਟਸ ਆਉਂਦੀ। ਮੇਰੇ ਇੱਕ ਇਨਫੈਕਟ ਬਾਹਰ ਸਾਇੰਟਿਸਟ ਬੈਠੇ ਨੇ USA 'ਚ ਜੀ, ਸ਼ਿਕਾਗੋ 'ਚ। ਠੀਕ ਹੈ ਜੀ। ਉਹਨਾਂ ਨੇ ਮੈਨੂੰ ਐਡਵਾਈਸ ਕੀਤਾ। ਅਸੀਂ ਕਾਫੀ ਦੇਰ ਉਹਨੂੰ, ਮੇਰੇ ਕੋਲ ਪੂਰਾ ਸਾਰਾ ਪੁਲੰਦਾ ਤਿਆਰ ਬੈਠਾ, ਬਲੂਪ੍ਰਿੰਟ ਹੈਗਾ ਸਰ। 100%। ਠੀਕ ਹੈ ਜੀ। ਤਾਂ ਉਹਨੂੰ ਸਿਰਫ ਆਪਾਂ, ਅਗਰ ਗਵਰਨਮੈਂਟ ਦੇਖੋ, ਇੱਕ ਹੈ ਤਾਂ ਪੰਜਾਬ ਦੇ ਹਿੱਤ ਦੀ ਗੱਲ, ਜੇ ਪੰਜਾਬ ਮੈਨੂੰ ਮੌਕਾ ਦੇਵੇ, ਉਸ ਗੱਲ ਨੂੰ ਸੁਣੇ ਔਰ ਅਸੀਂ ਜਾ ਕੇ ਗਵਰਨਮੈਂਟ ਆਫ ਇੰਡੀਆ ਦੇ ਨਾਲ ਟੇਕ ਅਪ ਕਰੀਏ ਜੀ, ਇਸ ਮਸਲੇ ਦਾ ਹੱਲ ਹੈਗਾ। ਥੋੜਾ ਫਿਰ ਇਦਾਂ ਨਾ ਹੋਵੇ ਸਿਹਰਾ ਸਾਰਾ ਖਹਿਰਾ ਸਾਹਿਬ ਲੈਣ, ਥੋੜਾ ਜਿਹਾ ਸਿਹਰਾ ਉਹਨਾਂ ਨੂੰ ਵੀ ਦੇ ਦਿਓਗੇ? ਉਹਨਾਂ ਨੂੰ ਜ਼ਿਆਦਾ ਦੇਵਾਂਗੇ। ਜੇ ਭਗਵੰਤ ਮਾਨ ਮੈਨੂੰ ਮਿਲੇ ਜੀ, I will give him all credit, ਕਿਉਂਕਿ ਅਲਟੀਮੇਟਲੀ ਕ੍ਰੈਡਿਟ ਕੀ ਆ? ਸਾਡਾ ਪਾਣੀ ਬਚਣਾ ਵਾ, ਸਾਡੀ ਧਰਤੀ ਬਚਣੀ ਆ, ਸਾਡੀ ਬਿਜਲੀ ਬਚਣੀ ਆ। ਠੀਕ ਹੈ ਜੀ। ਯੂ ਕੈਨ ਇਮੈਜਿਨ ਕਿੰਨੀ ਬਿਜਲੀ ਖਰਚ ਹੋ ਰਹੀ ਆ, ਕਿਉਂਕਿ ਬਿਜਲੀ ਫ੍ਰੀ ਹੈ ਟਿਊਬਵੈਲ ਨੂੰ। ਤੇ ਝੋਨਾ ਜਦੋਂ ਆਉਂਦਾ, ਆਟੋਮੈਟਿਕ ਸਟਾਰਟਰ ਲੱਗੇ ਹੋਏ ਨੇ, ਚੱਲੀ ਜਾਂਦੀ ਆ। And it's a very highly water consuming crop. ਠੀਕ ਹੈ ਜੀ। So we have alternate crops within the same frame. ਜੀ। So ਬਹੁਤ ਅੱਛੀ ਪ੍ਰਪੋਜ਼ਲ ਹੈ। ਅਗਰ ਮੈਂ ਫਿਰ ਟਰਾਈ ਕਰ ਲੂੰਗਾ ਤੁਹਾਡੇ ਤੋਂ ਬਾਅਦ 'ਚ। ਹੁਣ ਵਿਧਾਨ ਸਭਾ ਆਉਣੀ, I will try ਕਰੀ, ਸਾਹਮਣੇ ਬੈਠੇ ਹੁੰਦੇ ਆ। The question is not about credit. ਜੇ ਭਗਵੰਤ ਸਿੰਘ ਮਾਨ ਇਸ ਨੂੰ ਸਮਝੂਗਾ, ਉਹਦੇ 'ਚ ਪੰਜਾਬ ਦਾ ਭਲਾ ਹੋਊਗਾ। ਠੀਕ ਹੈ ਜੀ। ਮੈਨੂੰ ਖੈਰ ਸਾਹਿਬ ਅੱਧਾ ਮਿੰਟ ਦਿਓ ਜੀ। ਸੋ ਪ੍ਰਾਈਮ ਏਸ਼ੀਆ TV ਦੇ ਪਰਿਵਾਰ ਦੇ ਮੈਂਬਰਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਸਰਦਾਰ ਸੁਖਪਾਲ ਸਿੰਘ ਖਹਿਰਾ ਸਾਹਿਬ ਦੇ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ, ਤੇ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ, ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਭਾਈ
ਠੀਕ ਹੈ, ਤੁਸੀਂ ਦਾਅਵਾ ਕਰਦੇ ਹੋ ਕਿ ਅਸੀਂ ਪੰਜਾਬ ਦੀ ਡਿਵੈਲਪਮੈਂਟ ਦੇ ਲਈ ਸਾਰਾ ਕੁਝ ਲੈ ਕੇ ਆ ਰਹੇ ਹਾਂ, ਬਹੁਤ ਵਧੀਆ, ਸ਼ੁਭ ਇੱਛਾਵਾਂ। ਪਰ ਜੇ ਵਿਰੋਧੀ ਧਿਰ ਦੇ ਨੇਤਾ, ਵਿਰੋਧੀ ਧਿਰ ਦੀ ਜਿਹੜੀ ਲੀਡਰਸ਼ਿਪ ਹੈ, ਉਹਨਾਂ ਦੇ ਵਿੱਚੋਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ ਸਰਦਾਰ ਸੁਖਪਾਲ ਸਿੰਘ ਖਹਿਰਾ, ਮਿਲ ਲੈਣਾ ਚਾਹੀਦਾ, ਸਮਾਂ ਕੱਢ ਲੈਣਾ ਚਾਹੀਦਾ। ਜੇ ਕਿਤੇ ਮੌਕਾ ਤੁਸੀਂ ਦੇ ਸਕੋ, ਨਾ ਚੰਗੀ ਲੱਗੀ ਤਾਂ ਕੋਈ ਗੱਲ ਨਹੀਂ, ਤੇ ਅਸੀਂ ਉਮੀਦ ਕਰਦੇ ਹਾਂ ਕਿ ਸੈਸ਼ਨ ਤੋਂ ਪਹਿਲਾਂ ਤੁਹਾਡੇ ਨਾਲ ਮੁਲਾਕਾਤ ਹੋ ਜੇ। ਹਾਂ, ਮੈਂ ਆਈ ਵਿਲ ਕਾਲ ਹਿਮ ਅਗੇਨ। ਮੈਂ ਵੈਸੇ ਮੈਸੇਜ ਵਗੈਰਾ ਕਾਫੀ ਛੱਡੇ, ਫਿਰ ਜਦੋਂ ਨਹੀਂ ਵਾਪਸ ਦਿੱਤਾ ਫਿਰ ਹੁਣ ਮੈਂ ਕਿਹਾ ਦੁਬਾਰਾ ਕਹਿੰਦਾ ਸੈਸ਼ਨ 'ਚ ਵੀ ਟਰਾਈ ਕਰ ਲੂੰਗਾ। ਮੈਨੂੰ ਕੋਈ ਪਰਸਨਲ ਈਗੋ ਨਹੀਂ ਗੀ ਜੀ। ਦੇਖੋ, ਦੋ ਪਾਰਟ ਨੇ, ਇੱਕ ਸਾਡਾ ਉਹਨਾਂ ਦੇ ਨਾਲ ਵਿਰੋਧ ਹੈ ਸਿਧਾਂਤਕ ਤੌਰ ਤੇ, ਉਹ ਚੱਲੀ ਜਾਊਗਾ। ਇੱਕ ਹੈ ਪੰਜਾਬ ਦਾ ਪੱਖ। ਵੈਸੇ ਤਾਂ ਜਦੋਂ ਬਦਲਾਵ ਦੀ ਕਹਿੰਦੇ ਰਾਜਨੀਤੀ ਕਰਨੀ ਹੈ ਤੇ ਫਿਰ ਵਿਰੋਧੀਆਂ ਨਾਲ ਉਹੀ ਵਤੀਰਾ ਰੱਖਿਆ, ਤੇ ਫਿਰ ਕੈਪਟਨ ਅਮਰਿੰਦਰ ਸਾਹਿਬ ਬਾਦਲ ਦੇ ਵਤੀਰੇ ਨਾਲੋਂ ਕੀ ਫਰਕ ਹੈ ਇਹਨਾਂ ਦਾ ਜੀ? ਠੀਕ ਹੈ, ਜਿਹੜੇ ਕਰਪਟ ਬੰਦੇ ਨੇ ਫੜੋ ਜ਼ਰੂਰ, ਲੇਕਿਨ ਸਾਰੀ ਦੁਨੀਆ ਥੋੜ੍ਹੋ ਕਰਪਟ ਹੈਗੀ ਕਿ ਆਪਾਂ ਬਾਕੀ ਸਾਰੇ ਕਰਪਟ ਨੇ, ਇਕੱਲੇ ਅਸੀਂ ਇਮਾਨਦਾਰ ਹਾਂ। ਠੀਕ ਹੈ, ਇਹ ਰਵੱਈਆ ਬਦਲਣਾ ਚਾਹੀਦਾ। ਮੈਂ ਨਾ ਪਿਛਲੇ ਦਿਨੀ ਜਦੋਂ ਅਜੇ ਵਾਪਸ ਆਇਆ ਹੀ ਸੀ ਭਾਰਤ ਦੇਸ਼ ਦੇ ਵਿੱਚ, ਤਾਂ ਆਉਂਦਿਆਂ ਹੀ ਨਵਾਂ ਸ਼ਹਿਰ ਦੇ ਲਾਗੇ ਇੱਕ ਰੇਤਾ ਦੀ ਖੱਡ ਹੈ। ਕੈਬਨਿਟ ਮਿਨਿਸਟਰ ਮੀਤ ਹੇਰ ਸਾਹਿਬ ਵੀ ਉੱਥੇ ਆਏ ਸੀ, ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਗੱਲ ਕਰਨੀ ਪਈ ਰੇਤਾ ਦਾ ਰੌਲਾ ਸਾਰੀ ਦੁਨੀਆ ਤਰਾਹ ਕਰਦੀ ਪਈ। ਉਹ ਕਹਿੰਦੇ ਜੀ ਖੱਡ ਤੇ ਚੱਲ ਜਾਓ, ਮੈਂ ਜੇ ਕਹੂੰ ਮੈਂ ਆ ਜਾਣਾ। ਮੈਂ ਕਿਹਾ ਤੁਸੀਂ ਵੀ ਆਓ। ਉੱਥੇ ਜਾ ਕੇ 5.5 ਰੁਪਏ ਫੁੱਟ ਰੇਤਾ ਲੋਕ ਆਪ ਭਰਦੇ ਸੀ। ਲੇਬਰ ਉੱਥੋਂ ਦੀ ਸਥਾਨਕ ਵੀ ਸੀ, ਕਿਰਤੀ ਬੰਦੇ ਬਾਹਰੋਂ ਵੀ ਆਏ ਸੀ, ਕੋਈ JCB ਮਸ਼ੀਨ ਨਹੀਂ ਸੀ। ਉਹ ਕਹਿੰਦੇ ਜੀ ਅਸੀਂ 5.5 ਰੁਪਏ ਫੁੱਟ ਇੱਥੋਂ ਦਿੰਦੇ ਹਾਂ, ਬਕਾਇਦਾ ਉਹ QR ਕੋਡ ਜਿਹਾ ਲੱਗਦਾ, ਸਾਰਾ ਕੁਝ ਉਹ ਕਹਿੰਦੇ ਸੀ ਤੁਹਾਡੇ ਸਾਹਮਣੇ ਆ। ਮੈਂ ਉਹਨਾਂ ਨੂੰ ਕਿਹਾ ਸੀ ਮੈਂ ਮੁੜ ਕੇ ਆ ਕੇ ਚੈੱਕ ਕਰੂੰ ਕਿਸੇ ਦਿਨ, ਅਸੀਂ ਮੀਡੀਆ ਵਾਲੇ, ਸਾਡੀ ਡਿਊਟੀ ਹੈ। ਤੁਸੀਂ ਕਹਿੰਦੇ ਹੋ ਕਿ ਭਾਈ ਉਹ ਕੰਮ ਕੰਟਰੋਲ ਦੇ ਵਿੱਚ ਨਹੀਂ ਹੋਇਆ, ਕੀ 5.5 ਰੁਪਏ ਰੇਤਾ ਹੁਣ ਨਹੀਂ ਮਿਲਦੀ? ਦੇਖੋ, ਇਹ ਹਲੇ ਹੁਣੇ ਸਟਾਰਟ ਕੀਤਾ, ਹਲੇ ਝੰਡੀਆਂ ਦਿਖਾ ਰਹੇ ਨੇ। ਹਾਂਜੀ, ਬਲਕਿ ਝੰਡੀ ਇੱਕ ਇਹੋ ਜਿਹੇ ਟਰੈਕਟਰਾਂ ਨੂੰ ਦਿਖਾਈ ਭਗਵੰਤ ਮਾਨ ਨੇ, ਉਹਦੇ ਮਾਈਨਿੰਗ ਦਾ ਪਰਚਾ ਸੀ ਉਸ ਬੰਦੇ ਤੇ। ਹਾਂ, ਪਰਸੋਂ ਜਿਹੜੀ ਇਹਨਾਂ ਨੇ ਝੰਡੀ ਦਿਖਾਈ ਆ, ਜਿਹੜਾ ਬੰਦਾ ਟਰੈਕਟਰ ਤੇ ਬੈਠਾ ਉਹਦੇ ਤੇ ਗੈਰ ਕਾਨੂੰਨੀ ਮਾਈਨਿੰਗ ਦਾ ਪਰਚਾ ਉਸ ਬੰਦੇ ਤੇ। ਚਲੋ ਛੱਡੋ ਉਸ ਨੂੰ ਵੀ ਜੀ। ਹੁਣ ਕੁਐਸਚਨ ਹੈ ਕਿ ਇਹਨਾਂ ਨੇ 1 ਸਾਲ ਬਾਅਦ ਇਹ ਕਹਿੰਦੇ ਅਸੀਂ 5.5 ਨੂੰ ਦੇ ਰਹੇ ਹਾਂ ਜੀ। ਜਿਹੜਾ 1 ਸਾਲ ਸਾਡਾ ਕੰਸਟਰਕਸ਼ਨ ਦਾ ਕੰਮ ਪੰਜਾਬ ਦੇ ਵਿੱਚ, ਪਿੰਡਾਂ ਦੀ ਡਿਵੈਲਪਮੈਂਟ, ਨਵੀਆਂ ਸੜਕਾਂ ਦਾ ਕੰਮ, ਮੇਰੇ ਹਲਕੇ 'ਚ 65 ਕਿਲੋਮੀਟਰ ਨਵੀਆਂ ਸੜਕਾਂ ਬਣਾਈਆਂ, ਸਾਰਾ ਠੱਪ ਰਿਹਾ ਵਾ ਜੀ। ਅੱਛਾ, ਉਹਨੂੰ ਵੀ ਛੱਡ ਦਿਓ। ਹੁਣ ਇਹ ਕਹਿੰਦੇ ਅਸੀਂ ਗੈਰ ਕਾਨੂੰਨੀ ਮਾਈਨਿੰਗ ਬੰਦ ਕਰ। ਮੈਂ 3-4 ਵੀਡੀਓਜ਼ ਇਹਨਾਂ ਨੂੰ ਟੈਗ ਕਰਕੇ ਭੇਜੀਆਂ। ਇੱਕ ਤਾਂ ਭੇਜੀ ਜਗਦੇਵ ਖੁਰਦ ਦੀ, ਠੀਕ ਹੈ, ਜਿੱਥੇ ਜਗਦੇਵ ਧਾਲੀਵਾਲ ਕਿ ਕੁਲਦੀਪ ਧਾਲੀਵਾਲ ਮਿਨਿਸਟਰ, ਉਹਦੇ ਹਲਕਾ ਅਜਨਾਲੇ ਦੀ, ਠੀਕ ਹੈ, ਰਾਤ ਨੂੰ 12 ਤੋਂ ਲੈ ਕੇ 3 ਵਜੇ ਤੱਕ ਲੋਕਾਂ ਨੇ ਖੜ ਕੇ ਆ ਦਿਖਾਏ, ਗਣਾਏ ਦਰਜਨਾਂ ਟਰੱਕ, 28ਵਾਂ ਟਰੱਕ, 29ਵਾਂ ਟਰੱਕ, 30ਵਾਂ ਟਰੱਕ, ਨੋ ਐਕਸ਼ਨ। ਫਿਰ ਮੈਂ ਐਲਗਰਾ ਪਿੰਡ ਹੈ ਇੱਕ ਨੂਰਪੁਰ ਬੇਦੀ ਦੇ ਵਿੱਚ, ਉੱਥੇ 70 ਫੁੱਟ ਡੂੰਘਾ ਟੋਆ ਉਹਨਾਂ ਨੇ ਦਿਖਾਇਆ, ਮੈਨੂੰ ਵੀਡੀਓ ਭੇਜੀ ਕਿ ਜੀ ਆਹ ਦੇਖ ਲਓ 70 ਫੁੱਟ ਡੂੰਘਾ ਟੋਆ, ਇੱਥੇ ਰੋਜ਼ ਆਹ ਕ੍ਰਸ਼ਰ ਵੀ ਦਿਖਾਇਆ ਉਹਨਾਂ ਨੇ, ਕੋਈ ਕ੍ਰਸ਼ਰ ਸੀ ਲਾਗੇ, ਤੇ ਉਹਨੂੰ ਪੁੱਛੋ ਉਹ ਮਾਲ ਕਿੱਥੋਂ ਆਉਂਦਾ, ਉਹ ਇੱਥੋਂ ਚੱਕਿਆ ਵਾ। ਸੋ ਅੱਜ ਵੀ ਗੈਰ ਕਾਨੂੰਨੀ ਮਾਈਨਿੰਗ ਚੱਲ ਰਹੀ ਆ। ਔਰ ਇੱਕ ਗੱਲ ਹੋਰ ਐਡ ਕਰਦਾ ਜੀ, ਸਭ ਤੋਂ ਵੱਡਾ ਇਹ ਛੱਡੋ ਕਿ 5.5 ਚੰਨੀ ਨੇ ਵੀ ਕੀਤੀ ਸੀ ਨਾ, ਠੀਕ ਹੈ। ਇਹ ਕਹਿੰਦੇ ਸੀ ਕੇਜਰੀਵਾਲ ਨੂੰ ਜਦੋਂ ਪੁੱਛਿਆ ਨਾ ਕਿ ਤੁਸੀਂ ਗਰੰਟੀਆਂ ਦੇ ਰਹੇ ਹੋ ਬਿਜਲੀ ਦੀ, ਔਰਤਾਂ ਨੂੰ ਪੈਸੇ ਕਿੱਥੋਂ ਲੈ ਕੇ ਆਉਂ? ਕਹਿੰਦਾ ਮੈਂ 20,000 ਕਰੋੜ ਰੁਪਈਆ ਗੈਰ ਕਾਨੂੰਨੀ ਮਾਈਨਿੰਗ ਚੋਂ 1 ਸਾਲ ਵਿੱਚ ਬੰਦ ਕਰਕੇ ਪੈਦਾ ਕਰੂੰਗਾ। ਲੈ ਸਾਲ ਪੂਰਾ ਹੋ ਚੱਲਿਆ, ਅਸੀਂ ਬਜਟ 'ਚ ਚੱਲੇ ਆ ਵਿਧਾਨ ਸਭਾ 'ਚ, ਮੈਂ ਪੁੱਛੂੰਗਾ। ਨਾਰਮਲ ਕੋਰਸ ਵਿੱਚ ਪੰਜਾਬ 'ਚ 250-300 ਕਰੋੜ ਰੁਪਏ ਆਮਦਨ ਹੁੰਦੀ ਰਹੀ ਆ ਮਾਈਨਿੰਗ ਤੋਂ 1 ਸਾਲ 'ਚ, ਠੀਕ ਹੈ, ਨਾਰਮਲ ਕੋਰਸ 'ਚ। ਤੇ ਇੱਕ ਕੇਜਰੀਵਾਲ ਕਹਿੰਦਾ 20,000 ਕਰੋੜ ਰੁਪਇਆ, ਐਡਾ ਵੱਡਾ ਝੂਠ ਹੈ। ਹੁਣ ਅਸੀਂ ਚੈੱਕ ਕਰਾਂਗੇ, ਮੇਰਾ ਖਿਆਲ 19 ਕੀ ਆਮਦਨ ਪੰਜਾਬ ਨੂੰ ਇਸ ਵਰੇ ਹੋਈ ਹੈ। ਠੀਕ ਹੈ ਜੀ। ਖਹਿਰਾ ਸਾਹਿਬ, ਵੈਸੇ ਤਾਂ ਵਿਰੋਧੀ ਧਿਰ ਦਾ ਕੰਮ ਹੁੰਦਾ ਨਹੀਂ ਮੰਨਣਾ ਵੀ ਜਾਣੀ ਸਰਕਾਰ ਨੇ ਕੱਖ ਨਹੀਂ ਕੀਤਾ। ਕੁਲਦੀਪ ਸਿੰਘ ਧਾਲੀਵਾਲ ਸਾਹਿਬ ਦਾ ਤੁਸੀਂ ਜ਼ਿਕਰ ਕੀਤਾ ਤਾਂ ਮੈਨੂੰ ਚੇਤਾ ਆ ਗਿਆ। ਅਸੀਂ ਬਹੁਤ ਸਾਰੀਆਂ ਉਹਨਾਂ ਦੀਆਂ ਪ੍ਰੈਸ ਕਾਨਫਰੰਸ ਦੇਖੀਆਂ, ਉਹਨਾਂ ਨੇ ਜਾ ਕੇ ਬੋਰਡ ਵੀ ਲਵਾਏ। ਇੱਕ ਵਾਰੀ ਤਾਂ ਭਗਵੰਤ ਮਾਨ ਸਾਹਿਬ ਵੀ ਗਏ ਸੀ। ਤੁਸੀਂ ਇਹ ਦੇਖੋ, ਤੁਹਾਡੀਆਂ ਵੀ ਸਰਕਾਰਾਂ ਰਹੀਆਂ, ਸਾਰੀ ਦੁਨੀਆ ਨੂੰ ਪਤਾ ਕਿ ਜ਼ਮੀਨਾਂ ਦਬੀਆਂ ਹੁੰਦੀਆਂ। ਹੁਣ ਉਹ ਕਹਿੰਦੇ 1000 ਏਕੜ ਜ਼ਮੀਨ ਅਸੀਂ ਛਡਾ ਲਈ ਹੈ। ਤੁਹਾਡੀ ਵੀ ਸਰਕਾਰ ਰਹੀ ਹੈ, ਤੁਹਾਡੀ ਸਰਕਾਰ ਤੋਂ ਨਹੀਂ ਛਡਾਈਆਂ ਗਈਆਂ। ਇਸ ਮੁੱਦੇ ਦੇ ਉੱਤੇ ਤਾਂ ਰੁਖ ਰੁਝਾਨ। ਓਕੇ, ਵੈਰੀ ਗੁੱਡ ਆਈਡੀਆ, ਵੈਰੀ ਗੁੱਡ ਕੁਐਸਚਨ ਜੀ। ਅਸਲ 'ਚ ਇਹ ਕਹਾਣੀ ਕੀ ਸੀਗੀ ਕਿ ਜਸਟਿਸ ਕੁਲਦੀਪ ਸਿੰਘ ਦੀ ਇੱਕ ਰਿਪੋਰਟ ਬਣੀ ਸੀ, ਉਹਨਾਂ ਹੀ ਜੱਜ ਸਾਹਿਬ ਦੀ, ਠੀਕ ਹੈ ਜੀ। ਉਹਨਾਂ ਨੂੰ ਹਾਈ ਕੋਰਟ ਨੇ ਡਿਪਿਊਟ ਕੀਤਾ ਸੀਗਾ ਕਿ ਜਿਹਦਾ ਤੁਸੀਂ ਪਹਿਲਾਂ ਜ਼ਿਕਰ ਕੀਤਾ। ਹਾਂ, ਜਸਟਿਸ ਕੁਲਦੀਪ ਸਿੰਘ ਰਿਟਾਇਰਡ ਜੱਜ ਆਫ ਦਾ ਸੁਪਰੀਮ ਕੋਰਟ, ਜਿਹੜੀ ਡੀਲਿਮਿਟੇਸ਼ਨ ਹੋਈ ਨਾ 2012 'ਚ ਉਹਨਾਂ ਨੇ ਕੀਤੀ ਸੀ, ਠੀਕ ਹੈ ਜੀ। ਉਹਨਾਂ ਨੂੰ ਹਾਈ ਕੋਰਟ ਨੇ ਕਿਹਾ ਕਿ ਕਰੀ ਮੋਹਾਲੀ ਜ਼ਿਲ੍ਹੇ 'ਚ ਪਹਿਲਾਂ ਸਟੱਡੀ ਕਰੋ ਕਿ ਪੰਚਾਇਤ ਦੀਆਂ ਜ਼ਮੀਨਾਂ ਤੇ ਕਿੰਨੇ ਕੁ ਲੋਕ ਕਾਬਜ਼ ਆ। ਉਹਦੀਆਂ 2 ਵੋਲਿਊਮਸ ਦੀ ਰਿਪੋਰਟ ਆ। ਉਹ ਮੈਂ ਜਦੋਂ ਪਬਲਿਕ ਡੋਮੇਨ 'ਚ ਲੈ ਕੇ ਆਇਆ, ਰੌਲਾ ਪਾਇਆ, ਉੱਥੋਂ ਚੱਕੀ ਗੱਲ ਇਹਨਾਂ ਨੇ, ਠੀਕ ਹੈ ਜੀ। ਉਹਨਾਂ ਦੀਆਂ ਰਿਪੋਰਟਸ ਚੱਕਣ, ਮੋਹਾਲੀ ਜ਼ਿਲ੍ਹੇ ਵਿੱਚ ਜਿਹੜੀਆਂ ਜ਼ਮੀਨਾਂ ਨੇ ਨਾ, ਉਹ ਚੰਡੀਗੜ੍ਹ ਦੀ ਪੈਰੀਫਰੀ ਤੇ ਆ। ਉਹ ਇੱਕ ਜ਼ਮੀਨ, ਇੱਕ ਕਿੱਲਾ 2-2, 3-3 ਕਰੋੜ ਦਾ, ਠੀਕ ਹੈ ਜੀ। ਔਰ ਦੱਬਿਆ ਸਾਰੇ ਤਾਕਤਵਰ ਬੰਦਿਆਂ ਨੇ। ਫਿਰ ਉਹੀ ਗੱਲ ਆ ਗਈ, ਤਾਕਤਵਰ IAS IPS, ਇਹਨਾਂ ਦੀ ਗਵਰਨਮੈਂਟ ਵਿੱਚ ਜਿਹੜੇ ਹੁਣ ਸਰਵਿੰਗ ਆਫਿਸਰਸ, ਬਹੁਤ ਪੋਲੀਟੀਕਲ ਬੰਦੇ, ਸਾਰੀਆਂ ਪਾਰਟੀਆਂ ਦੇ। ਹੁਣ ਧਾਲੀਵਾਲ ਨੂੰ ਪਹਿਲਾਂ ਤਾਂ ਚਾਹੀਦਾ ਸੀ ਕਿ ਇੱਧਰ ਕਰਦਾ ਮੂੰਹ। ਜੇ 50,000 ਕਿੱਲੇ ਚੋਂ 10,000 ਕਿੱਲਾ ਵੀ 5 ਕਰੋੜ 3 ਕਰੋੜ ਵਾਲਾ ਛਡਾ ਲੈਂਦੇ, ਕਿੱਥੇ ਜਾਂਦੀ ਗੱਲ ਜੀ। ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਪੰਜਾਬ 'ਚ ਕੈਂਪੇਨ ਸ਼ੁਰੂ ਕਰਤਾ। ਇੱਕ ਚਹੇੜੀ ਕਲਾਂ ਪਿੰਡ ਆ ਕੋਈ ਫਤਿਹਗੜ੍ਹ ਸਾਹਿਬ 'ਚ, ਉੱਥੇ 300-400 ਕਿੱਲਾ 2-3 ਕਿੱਲੇ ਵਾਲੇ ਮਾਲਕ ਸੀ। ਉਹਨਾਂ ਨੂੰ ਅਪਰੂਵ ਕੀਤਾ,
ਇੱਕ ਭੰਮੇ ਕਲਾਂ ਪਿੰਡ ਸੀ ਲੁਧਿਆਣੇ 'ਚ, ਇੱਕ ਪਾਤੜਾਂ ਦੇ ਕੋਲ ਪਿੰਡ ਸੀਗਾ, ਇੱਕ ਇੱਧਰ ਮਾਝੇ ਵਿੱਚ ਚਲੇ ਗਏ, ਠੀਕ ਹੈ। ਉਹਦੇ ਨਾਲ ਕੀ ਹੋਇਆ ਕਿ ਹਾਹਾਕਾਰ ਮਚਣ ਲੱਗ ਗਈ ਕਿ ਇਸ ਤਾਂ ਯਾਰ ਛੋਟੇ ਕਿਸਾਨ ਆ, 2-3 ਕਿੱਲੇ ਨਾਲ ਸਾਡੀ ਸਰ ਰੋਜ਼ੀ ਰੋਟੀ ਕਮਾਉਣੇ ਆ, ਇਹਨੂੰ ਛੱਡੋ, ਤੁਸੀਂ ਮੋਹਾਲੀ ਵਿੱਚ ਜਾਓ। ਫਿਰ ਚਲੇ ਗਏ ਇੱਕ ਦਿਨ, ਯਾਦ ਜਿਹੜਾ ਤੁਸੀਂ ਬੋਰਡ ਲਾਇਆ ਭਗਵੰਤ ਮਾਨ ਨੂੰ ਜੀ, ਉਹ ਪਿੰਡ ਮੈਂ ਨਾਮ ਭੁੱਲ ਗਿਆ, ਉਹ ਬਿਲਕੁਲ ਚੰਡੀਗੜ੍ਹ ਦੇ ਮੁੱਲਾਪੁਰ ਦੇ ਨਾਲ ਹੈ ਜੀ। ਉੱਥੇ ਪਤਾ ਕਿਉਂ ਗਏ ਸੀ? ਕਿਉਂਕਿ ਉੱਥੇ ਸਿਮਰਨਜੀਤ ਮਾਨ ਦੇ ਪਰਿਵਾਰ ਦੀ ਜ਼ਮੀਨ ਸੀ। ਇਹਨਾਂ ਨੇ ਕਿਹਾ 100 ਏਕੜ ਜੀ, ਤੇ ਉਹਨਾਂ ਦਾ ਜਵਾਬ ਆਇਆ ਅਗਲੇ ਦਿਨ, ਉਹ ਕਹਿੰਦੇ ਸਾਡੇ ਕੋਲ 10 ਏਕੜ ਆ ਤੇ ਸਾਡੇ ਕੋਲ 40 ਸਾਲ ਪੁਰਾਣੀ ਰਜਿਸਟਰੀ ਵਾਲੀ ਜ਼ਮੀਨ ਆ। ਤੁਸੀਂ ਮੁੜ ਕੇ ਉਸ ਪਿੰਡ ਦਾ ਕਦੇ ਨਾਮ ਸੁਣਿਆ? ਮੇਰੇ ਕੋਲ ਅਗਲੇ ਦਿਨ ਪਿੰਡ ਵਾਲੇ ਆਏ ਸਾਰੇ ਜੀ, ਉਹ ਕਹਿੰਦੇ ਸਾਡਾ 600 ਪਰਿਵਾਰ ਉਜਾੜਿਆ ਜੀ ਕੁਲਦੀਪ ਧਾਲੀਵਾਲ ਤੇ ਭਗਵੰਤ ਮਾਨ ਨੇ ਆ ਕੇ ਬੋਰਡ ਲਾ ਗਏ ਨੇ। ਉੱਥੇ ਕੱਚੇ ਪਹਾੜਾਂ ਵਿੱਚ ਖੈਰ ਦੇ ਦਰਖਤਾਂ ਦੀ ਖੇਤੀ ਹੁੰਦੀ ਹੈ, ਥੋੜੀ ਥੋੜੀ ਆਮਦਨ ਹੈ, ਕਿਸੇ ਕੋਲ 4 ਬਿੱਗੇ ਆ, ਕਿਸੇ ਕੋਲ 2 ਬਿੱਗੇ ਆ, ਠੀਕ ਹੈ ਜੀ। ਵਾਟ ਇਜ਼ ਦਿਸ ਅਚੀਵਮੈਂਟ ਜੀ? ਵਾਈ ਨਾਟ ਮੋਹਾਲੀ? ਵਾਈ ਨਾਟ IPS ਐਂਡ IAS ਆਫਿਸਰਸ? ਐਂਡ ਵਾਈ ਨਾਟ ਲਵਲੀ ਯੂਨੀਵਰਸਿਟੀ? ਹੁਣ ਲਵਲੀ ਯੂਨੀਵਰਸਿਟੀ ਦਾ ਸੁਣੋ ਕਿੱਡਾ ਪੁਖਤਾ ਕੇਸ ਆ। ਲਵਲੀ ਯੂਨੀਵਰਸਿਟੀ 2005-6 ਚ ਬਣਨੀ ਸ਼ੁਰੂ ਹੋਈ, ਠੀਕ ਹੈ। ਚਹੇੜੂ ਪਿੰਡ ਦੀ 13 ਕਿੱਲੇ, ਚਹੇੜੂ ਐਂਡ ਨਾਨਕ ਨਗਰੀ 2 ਪੰਚਾਇਤਾਂ ਦੀਆਂ, ਮਤਲਬ ਇੱਕ ਪਿੰਡ ਚੋਂ ਨਿਕਲੀ ਚਹੇੜੂ ਚੋਂ ਨਾਨਕ ਨਗਰੀ, 13 ਕਿੱਲੇ ਜ਼ਮੀਨ ਇਹਨਾਂ ਦੇ ਯੂਨੀਵਰਸਿਟੀ ਦੇ ਅੱਜ ਵੀ ਅੰਦਰ ਹੈ। ਪੰਚਾਇਤ ਦੀ ਜ਼ਮੀਨ ਹੁੰਦਿਆਂ ਇਹਨਾਂ ਨੇ ਪਹਿਲਾਂ ਬਿਲਡਿੰਗਾਂ ਖੜੀਆਂ ਕੀਤੀਆਂ, ਫਿਰ ਤਬਾਦਲਾ ਮੂਵ ਕੀਤਾ ਕਿ ਚਹੇੜੂ ਨੂੰ ਅਸੀਂ ਬਾਹਰ ਦੇ ਦਿੰਦੇ ਵਹੀਂ ਦੇ ਕੰਢੇ ਦੇ ਉੱਤੇ ਜੀ। 100 ਕਰੋੜ ਵਾਲੀ ਜ਼ਮੀਨ ਲੈ ਕੇ 2016 ਚ ਤਬਾਦਲਾ ਅਪਰੂਵ ਹੁੰਦਾ, ਉਹਦੀ ਕੀਮਤ 2 ਕਰੋੜ ਆ, ਵਹੀਂ ਦੇ ਹੜ ਮਾਰੂ ਜ਼ਮੀਨ ਦੇਤੀ ਵਹੀਂ ਦੇ ਕੰਢੇ ਦੇ ਉੱਤੇ। ਪਰ ਇਹਦੇ ਵਿੱਚ ਵੀ ਇੱਕ ਨੁਕਤਾ ਕਿ ਨਾਨਕ ਨਗਰੀ ਜਿਹੜੀ 40% ਸਟੇਕ ਹੋਲਡਰ ਸੀ ਇਸ ਪੰਚਾਇਤ ਦੀ, ਉਹ ਕਦੀ ਮੰਨੇ ਹੀ ਨਹੀਂ ਗਏ। ਤਬਾਦਲਾ ਲਾਓ ਗਿਆ, ਉਹ ਹਾਈ ਕੋਰਟ ਚਲੇ ਗਏ। ਇਹ ਤਾਕਤਵਰ ਬੰਦੇ ਸੀ ਲਵਲੀ ਵਾਲੇ, ਇਹਨਾਂ ਨੇ 2019 ਚ ਰਿਟ ਵਿਡਰਾਅ ਕਰਾ ਲਈ ਉਸ ਸਰਪੰਚ ਤੋਂ। ਜਿਹੜਾ ਨਵਾਂ ਸਰਪੰਚ ਬਣਿਆ ਅਧਿਕਾਰਤ ਪੰਚ, ਉਹ ਸਾਡੇ ਕੋਲ ਆਇਆ। ਮੈਂ ਆਪਣੇ ਬੇਟੇ ਨੂੰ ਕਹਿ ਕੇ ਮਹਿਤਾਬ ਖਹਿਰਾ ਨੂੰ ਉਹੀ ਰਿਟ ਰੀਇਨਸਟੇਟ ਕਰਾ ਲਈ, ਨੋਟਿਸ ਹੋ ਗਿਆ April ਦਾ, ਉਹ ਅਜੇ ਚੱਲਦੀ ਆ। ਹਾਂ, ਰੀਇਨਸਟੇਟ ਕਰਾ ਲਈ ਆ ਰਿਟ। ਅੱਛਾ ਜੀ, ਉਹਨੂੰ ਰੀਓਪਨ ਕਰਾ ਲਿਆ ਕੇਸ ਨੂੰ ਉਸੇ, ਬਿਕੋਜ਼ ਹੁਣ ਨਵੀਂ ਕਰਾਂਗੇ ਤਾਂ ਕਿੰਨਾ ਟਾਈਮ ਲੱਗੂ। ਉਹ ਸਾਰਾ 80% ਕੰਮ ਹੋਇਆ ਸੀਗਾ, ਜਵਾਬ ਤਲਬੀ ਸਾਰਾ ਹਾਜ਼ਰ ਹੁਜ਼ਰ ਸਾਰੇ ਇਹਨਾਂ ਨੇ ਵਿਡਰਾਅ ਕਰਾ ਲਈ ਸੀ, ਅਸੀਂ ਉਹ ਬਹਾਲ ਕਰਾ ਲਈ ਰਿਟ। ਹੁਣ ਕੁਲਦੀਪ ਧਾਲੀਵਾਲ ਵਾਸਤੇ ਐਡਾ ਛੋਟਾ ਜਿਹਾ ਇਮਤਿਹਾਨ ਹੈ, ਟੈਸਟ ਹੈ ਉਹਦਾ, ਠੀਕ ਹੈ, ਕੁਛ ਨਹੀਂ ਕਰਨਾ। ਉਹ ਤਬਾਦਲਾ ਗਲਤ ਹੈ ਕਿਉਂਕਿ 40 ਆਪਾਂ ਦੋਨਾਂ ਦੀ ਜ਼ਮੀਨ ਆ, ਆਪਾਂ ਤੀਜੇ ਬੰਦੇ ਨਾਲ ਤਬਾਦਲਾ ਕਰਦੇ, ਮੈਂ ਕਹਿੰਦਾ ਮੈਂ ਨਹੀਂ ਤੁਹਾਨੂੰ ਦੇਣੀ ਜੀ, ਤਬਾਦਲਾ ਫਿਰ ਕੱਲਾ ਤੁਹਾਡੇ ਕੋਲ ਕਰਾ ਕੇ ਲੈ ਗਿਆ, ਉਹ ਤਬਾਦਲਾ ਗਲਤ ਹੈ। ਉਹ ਤੋਂ ਅੱਗੇ ਹੋਰ ਵੱਡੀ ਇੱਕ ਠੱਗੀ ਵੱਜੀ, ਬਿਲਡਿੰਗਾਂ ਬਣ ਗਈਆਂ 2007-8 ਚ, ਉਹਦਾ ਚੇਂਜ ਆਫ ਲੈਂਡ ਯੂਜ਼, ਬਿਕੋਜ਼ ਐਗਰੀਕਲਚਰ ਕਿਸਮ ਸੀ, ਪੰਚਾਇਤ ਦੀ ਜ਼ਮੀਨ ਸੀਗੀ, ਉਹਦਾ ਚੇਂਜ ਆਫ ਲੈਂਡ ਯੂਜ਼ ਹੁੰਦਾ 2018 ਚ। ਜਾਨੀ ਜ਼ਮੀਨ ਖੇਤੀ ਦੀ ਆ ਤੇ ਉਹਦੇ ਤੇ ਬਿਲਡਿੰਗ ਬਣਨ ਦਾ ਕੰਮ 8-10 ਸਾਲ ਬਾਅਦ ਹੁੰਦਾ? ਨਹੀਂ, ਹਾਂ, ਨਾ ਅਪਰੂਵਲ ਜਿਹੜੀ ਮਿਲਦੀ ਹੈ, ਅਪਰੂਵਲ ਚੇਂਜ ਆਫ ਲੈਂਡ ਯੂਜ਼ 2018 ਚ, ਬਿਲਡਿੰਗ 2008 ਚ। ਇਹ ਡਾਕੂਮੈਂਟਡ ਆ ਸਾਰਾ ਕੁਝ, ਆਲ ਇਟਸ ਅ ਪਾਰਟ ਆਫ ਦ ਰਿਟ। ਹੁਣ ਕੁਲਦੀਪ ਧਾਲੀਵਾਲ ਲਈ ਕਿੱਡਾ ਸੌਖਾ ਕੰਮ ਹੈ ਕਿ ਫਾਈਲ ਮੰਗਾਵੇ, ਤਬਾਦਲਾ ਹੀ ਰੱਦ ਕਰ ਦੇ, ਸਿਰਫ ਹੀ ਹੈਜ਼ ਟੂ ਰਾਈਟ ਦੈਟ, ਕਿਉਂਕਿ ਡਾਇਰੈਕਟਰ ਪੰਚਾਇਤ ਤੋਂ ਤਬਾਦਲਾ ਹੁੰਦਾ ਜੀ। ਉਹ ਤਬਾਦਲਾ ਗਲਤ ਮੈਂ ਤਾਂ ਕਹਿ ਰਿਹਾ ਕਿਉਂਕਿ ਨਾਨਕ ਨਗਰੀ ਮੰਨ ਨਹੀਂ ਰਿਹਾ, ਅੱਜ ਵੀ ਨਹੀਂ ਮੰਨ ਰਿਹਾ। ਉਹ ਸਟੈਂਡ ਕਰਦੇ ਬੰਦੇ, ਦੇ ਆਰ ਦ ਪਟੀਸ਼ਨਰਸ। ਹਾਈ ਕੋਰਟ ਵਿੱਚ ਉਹੀ ਗਿਆ, ਨਾਨਕ ਨਗਰੀ ਦਾ ਅਧਿਕਾਰਤ ਪੰਚ ਰਾਮ ਲੁਭਾਇਆ ਜੀ ਤੇ ਨਾਲ ਉਹਦੇ ਸਾਰੇ ਮੈਂਬਰ, ਤੇ ਇਹਨੇ ਕੁਝ ਨਹੀਂ ਕਰਨਾ। ਇਹ ਕਹਿੰਦਾ ਮੈਂ ਪੰਚਾਇਤਾਂ ਦੀ ਜ਼ਮੀਨਾਂ ਛਡਾਉਣੇ, ਉਹਨਾਂ ਦਾ ਤਬਾਦਲਾ ਰੱਦ ਕਰਕੇ ਉਹ ਜ਼ਮੀਨ ਰਿਸਟੋਰ ਕਰਾ ਲੈਣ। ਅੱਛਾ, ਅਗਲੀ ਸਜ਼ਾ, ਇਹਦੇ 2 ਡਿਪਾਰਟਮੈਂਟਸ ਆ ਗਏ। ਅਕਸਰ ਕਿਸੇ ਨੇ ਤਬਾਦਲਾ ਗਲਤ ਅਲਾਓ ਕੀਤਾ, BDO ਤੋਂ ਲੈ ਕੇ ਡਿਪਟੀ ਡਾਇਰੈਕਟਰ ਪੰਚਾਇਤ ਤਾਈਂ, ਦੇ ਆਰ ਰਿਸਪੌਂਸਿਬਲ। ਪੰਜਾਬ ਦੀ ਜ਼ਮੀਨ ਸੀ ਨਾ, ਇੱਕ ਲਵਲੀ ਯੂਨੀਵਰਸਿਟੀ ਵਾਲਾ ਲੈ ਗਿਆ। ਦੂਜਾ ਡਿਪਾਰਟਮੈਂਟ ਲੋਕਲ ਬਾਡੀਜ਼, ਬਿਲਡਿੰਗਾਂ ਪਹਿਲਾਂ ਬਣ ਗਈਆਂ 10 ਸਾਲ, ਚੇਂਜ ਆਫ ਲੈਂਡ ਯੂਜ਼ 2018 ਚ ਮਿਲਦਾ, ਉਹਨਾਂ ਨੂੰ ਫੜਨਾ ਨਹੀਂ ਚਾਹੀਦਾ ਸਾਰਿਆਂ ਨੂੰ? ਲੈ ਇੱਥੋਂ ਪਤਾ ਲੱਗ ਜਾਣਾ ਕਿ ਕੱਟੜ ਇਮਾਨਦਾਰ ਹੈ ਕਿ ਨਹੀਂ, ਇੱਥੋਂ ਪਤਾ ਲੱਗ ਜਾਣਾ ਇੱਕੋ ਛੋਟੀ ਜਿਹੀ ਗੱਲ ਤੋਂ। ਪਰ ਹੁਣ ਕੀ ਕਰਨਗੇ ਜੀ? ਇਹ ਨਹੀਂ ਕਰਨਗੇ ਇਹਨਾਂ ਨੇ, ਕਿਉਂਕਿ ਜਿਹੜਾ ਪਹਿਲਾ ਰਿਪਲਾਈ ਦਿੱਤਾ ਪੇਸ਼ ਹੁੰਦਿਆਂ ਸਾਰੀ, ਇਹ ਲਵਲੀ ਯੂਨੀਵਰਸਿਟੀ ਨੂੰ ਵਿਚਾਰੇ, ਕਿਉਂਕਿ ਆਮ ਆਦਮੀ ਪਾਰਟੀ ਦੇ ਰਾਜ ਸਭਾ ਦਾ ਮੈਂਬਰ ਹੈ ਉਹ। ਅੱਛਾ, ਸਰਕਾਰ ਨੇ ਉੱਥੇ ਰਿਪਲਾਈ ਕੋ ਦਿੱਤਾ? ਕਰਤਾ ਸ਼ੁਰੂ, ਉਹਨਾਂ ਨੇ ਬਚਾਉਣਗੇ ਉਹਨਾਂ ਨੂੰ। ਅੱਛਾ, ਆਪਾਂ ਲੜਨਾ ਪੈਣਾ ਨਾ ਹੁਣ, ਇਹੀ ਤਾਂ ਗੱਲ। ਅੱਛਾ, ਦੂਜਾ ਸੀਚੇਵਾਲ ਸਾਹਿਬ ਜੀ, ਵਾਤਾਵਰਨ ਪ੍ਰੇਮੀ, 23 ਕਿੱਲੇ ਉਹਨਾਂ ਕੋਲ ਹੈ ਸ਼ਾਹਕੋਟ 'ਚ। ਜਦੋਂ ਮੈਂ ਉਠਾਇਆ ਮਸਲਾ ਜੀ, ਉਹ ਇਮੀਡੀਏਟਲੀ ਸੋਸ਼ਲ ਮੀਡੀਆ 'ਤੇ ਕਹਿੰਦੇ ਜੀ ਅਸੀਂ ਤਾਂ ਗਾਈਆਂ ਪਾਲ ਰਹੇ ਹਾਂ। ਵੀ ਗਾਈਆਂ ਪਾਲਣਾ ਸੀਚੇਵਾਲ ਸਾਹਿਬ ਦਾ ਕੰਮ ਨਹੀਂਗਾ। ਵੀ ਆਰ ਪੇਇੰਗ, ਹਰ ਘਰ ਦਾ ਬੰਦਾ ਬਿਜਲੀ ਦੇ ਬਿੱਲ ਤੇ 0.8% ਬਿਜਲੀ ਦੇ ਬਿੱਲ ਤੇ ਸੈਸ ਦੇ ਰਿਹਾ, ਕਾਓ ਸੈਸ। ਹਰ ਸ਼ਰਾਬ ਦੀ ਬੋਤਲ ਦੇ ਉੱਤੇ ਕਾਓ ਸੈਸ ਆ। ਤੇ ਫਿਰ ਸੀਚੇਵਾਲ ਸਾਹਿਬ ਪੰਚਾਇਤ ਦੀ ਜ਼ਮੀਨ ਘੇਰ ਕੇ ਔਨ ਦਾ ਪ੍ਰੋਟੈਕਸਟ ਕਿ ਮੈਂ ਗਾਈਆਂ ਪਾਲ ਰਿਹਾ। ਨਹੀਂ, ਉਹ ਪੰਚਾਇਤ ਵਾਲੇ ਵਿਰੋਧ ਕਰਦੇ ਆ ਕਿ ਹੱਕ 'ਚ ਨੇ ਉਹਨਾਂ ਦੇ? ਨਹੀਂ, ਪੰਚਾਇਤ ਦੀ ਜ਼ਮੀਨ ਮੈਨੂੰ ਕੰਪਲੇਂਟ ਕੀਤੀ ਨਾ ਜੀ, ਪੰਚਾਇਤ ਵਾਲਿਆਂ ਨੇ ਮੈਨੂੰ ਕੀਤੀ, ਮੈਂ ਰੈਵਨਿਊ ਰਿਕਾਰਡ ਕਢਾਇਆ। ਠੀਕ ਹੈ, ਤੁਸੀਂ ਅੱਜ ਵੀ ਪਤਾ ਕਰਾ ਲਓ। ਸੀਚੇਵਾਲ ਸਾਹਿਬ ਨੂੰ ਕਹਿੰਦੇ ਉਹਨਾਂ ਕੋਲ ਜਵਾਬ ਇੱਕੋ, ਮੈਂ ਗਾਈਆਂ ਪਾਲ ਰਿਹਾ ਜੀ। ਹੀ ਨੈਵਰ ਸੇਜ਼ ਕਿ ਜ਼ਮੀਨ ਮੇਰੀ ਹੈ। ਉਹ ਅੱਜ ਵੀ ਸ਼ਾਹਕੋਟ ਦੇ ਏਰੀਆ 'ਚ, ਸੁਲਤਾਨਪੁਰ ਸ਼ਾਹਕੋਟ ਦੇ ਏਰੀਆ 'ਚ, ਮੈਂ ਸਾਰਾ ਮੇਰੇ ਕੋਲ ਉਹ ਇਹ ਵੀ ਈਮੇਲ ਕੀਤੀ ਹੋਈ ਆ ਭਗਵੰਤ ਮਾਨ ਨੂੰ ਸ਼ਿਕਾਇਤ। ਅੱਛਾ, ਠੀਕ ਹੈ ਜੀ। ਚਲੋ ਖਹਿਰਾ ਸਾਹਿਬ, ਮੈਨੂੰ ਇੱਕ ਚੀਜ਼ ਹੋਰ ਦੱਸਿਓ। ਮੈਂ ਨਾ ਪਿੱਛੇ ਜਦੋਂ ਆਇਆ, ਕਿਉਂਕਿ ਜਿੱਦਾਂ ਵਿਰੋਧੀ ਧਿਰ ਦੀ ਡਿਊਟੀ ਹੁੰਦੀ, ਸਾਡੀ ਵੀ ਡਿਊਟੀ ਹੁੰਦੀ ਕਿ ਜਿੱਥੇ ਲੋਕਾਂ ਦੀ ਤੰਗੀ ਹੈ ਅਸੀਂ ਅੱਗੇ ਲੈ ਕੇ ਆਈਏ। ਅਬੋਹਰ ਦੇ ਨੇੜੇ ਧਰਾਂਗਲਾ ਪਿੰਡ ਹੈ ਤੇ ਉੱਥੋਂ
ਦੇ ਜਿਹੜੇ MLA ਸਾਹਿਬ ਨੇ ਉਹ ਵੀ ਤੁਹਾਡੇ ਨੇੜੇ ਵਾਲੇ ਬੰਦੇ ਨੇ ਨਾ, ਜਾਣੀ ਵੋਰ ਵਾਲੇ ਜਾਖੜ ਸਾਹਿਬ। ਓਕੇ। ਉਹ ਤਰਾਂਗਲਾ ਪਿੰਡ ਦੇ ਵਿੱਚ ਗਏ ਤਾਂ ਲੋਕਾਂ ਦੀ ਤੰਗੀ ਕੀ ਸੀ ਕਿ ਜ਼ਮੀਨ ਵਾਲਾ ਪਾਣੀ ਖਾਰਾ, ਅਸੀਂ ਪੀ ਵੀ ਨਹੀਂ ਸਕਦੇ। ਤਾਂ ਨਹਿਰੀ ਪਾਣੀ, ਹਾਂਜੀ, ਉਹਨਾਂ ਨੇ ਮੈਨੂੰ ਇੱਕ ਬੋਤਲ ਭਰ ਕੇ ਦਿੱਤੀ ਹੇਠਲੇ ਪਾਣੀ ਦੀ, ਤਾਂ ਉਹ ਜੀਭ ਤੇ ਮੈਂ 2 ਤਿਬਕੇ ਪਾਏ ਤਾਂ ਨਮਕੀਨ ਨਹੀਂ ਕਰ ਸਕਦੇ। ਹਾਂ, ਉਹ ਖੇਤੀ ਲਈ ਵੀ ਨਹੀਂ ਚੰਗਾ ਹੋਣਾ। ਨਹੀਂ ਜੀ, ਉਹ ਕਹਿੰਦੇ ਇੱਕ ਵਾਰੀ ਲਾ ਦਈਏ ਤਾਂ ਖਤਮ ਹੋ ਜਾਂਦੀ, ਸਾਡੀ ਖੇਤੀ ਨਹੀਂ ਹੁੰਦੀ, ਪਸ਼ੂਆਂ ਨੂੰ ਪਲਾ ਨਹੀਂ ਸਕਦੇ। ਨਹਿਰੀ ਪਾਣੀ ਆਉਂਦਾ ਸਾਰਾ ਹੀ ਕਾਲਾ, ਬੱਚੇ ਵੀ ਬਿਮਾਰ ਪੈਦਾ ਹੋਏ ਨੇ ਉਸ ਪਿੰਡ, ਬੱਚੇ ਮੰਦਬੁੱਧੀ ਨੇ। ਮੈਂ ਗਿਆ ਹਾਂ ਉਸ ਪਿੰਡ 'ਚ। ਹਾਂਜੀ, ਖਾਰਿਸ਼ ਹੁੰਦੀ ਹੈ। ਬੀਬੀਆਂ ਜਣੀ ਕਹਿਣ ਦਾ ਭਾਵ ਆ ਕਿ ਮੈਨੂੰ ਐਂ ਲੱਗਦਾ ਕਿ ਉਹ ਨਰਕ 'ਚ ਰਹਿ ਰਹੇ ਨੇ। ਕਰੈਕਟ। ਸਾਡੇ ਪੰਜਾਬ 'ਚ ਨੇ। ਹੁਣ ਬੁੱਢੇ ਨਾਲੇ ਦਾ ਪਾਣੀ ਉਧਰਲੇ ਪਾਸੇ ਜਾਂਦਾ ਹੈ। ਸਰਕਾਰਾਂ ਤੁਹਾਡੀਆਂ ਵੀ ਰਹੀਆਂ, ਸਰਕਾਰਾਂ ਨਵੀਆਂ ਵੀ ਆ ਗਈਆਂ। ਜਣੀ ਅਸੀਂ ਪੱਤਰਕਾਰਾਂ ਨੇ, ਤੁਸੀਂ ਲੀਡਰਾਂ ਨੇ, ਅਸੀਂ ਉਹਨਾਂ ਨੂੰ ਮਰਦੇ ਵੇਖਣਾ ਕਿ ਹੁਣ ਅੱਗੇ ਕਿਤੇ ਤੁਰਨਾ। ਨਹੀਂ, ਮੈਂ ਤਾਂ ਕਹਿੰਦਾ ਕਿ ਜਿਹੜੇ ਇਦਾਂ ਦੇ ਇਸ਼ੂਜ਼ ਨੇ, ਹਿਊਮੈਨਿਟੀ ਨਾਲ ਕੰਸਰਨ ਨੇ ਜੀ, ਉਹਨਾਂ ਨੂੰ ਟੌਪ ਪ੍ਰਾਇੋਰਟੀ ਤੇ ਲੈ ਕੇ ਆਵੇ ਸਰਕਾਰ, ਕਰੇ ਠੀਕ। ਹੁਣ ਇਹਨਾਂ ਨੂੰ ਮੌਕਾ ਮਿਲਿਆ ਵਾ, ਦੇ ਕੈਨ ਆਲਵੇਜ਼, ਬਿਕੋਜ਼ ਪਹਿਲਾਂ ਤਾਂ ਆਪਾਂ ਆਪੋਜੀਸ਼ਨ ਸੀਗੇ। ਦੇਖੋ ਤੁਸੀਂ ਮੈਨੂੰ ਕਹਿ ਰਹੇ ਨਾ ਕਿ ਤੁਹਾਡੀਆਂ ਸਰਕਾਰਾਂ, ਮੈਂ ਅੱਜ ਤੱਕ ਕਦੀ ਸਰਕਾਰ 'ਚ ਨਹੀਂ ਰਿਹਾ। ਠੀਕ ਹੈ ਜੀ। ਨੈਵਰ। 3 ਵਾਰ ਮੈਂ ਆਪੋਜੀਸ਼ਨ 'ਚ ਇਲੈਕਟ ਹੋਇਆ ਵਾਂ ਜੀ। ਜੇ ਪਿਛਲੀ ਸਰਕਾਰ ਅਮਰਿੰਦਰ ਸਿੰਘ ਦੀ, ਮੈਂ 6 ਮਹੀਨੇ ਪਹਿਲਾਂ ਆਇਆ ਜੀ, ਜਦੋਂ ਕੰਮ ਸਰਕਾਰ ਦਾ ਖਤਮ ਹੋ ਗਿਆ, ਉਹ 'ਚੋਂ 3 ਮਹੀਨੇ ਮੈਨੂੰ ਜੇਲ੍ਹ 'ਚ ਰੱਖਿਆ। ਠੀਕ ਹੈ, ਤੁਸੀਂ ਦੱਸੋ ਮੇਰੇ ਕੋਲ ਕਿੱਥੇ। ਸੋ ਆਈ ਨੋਟ ਦੈਟ ਆਈ ਐਮ ਡਿਸਓਨਿੰਗ ਜੀ। ਇਹ ਮਸਲੇ ਬਹੁਤ ਇੰਪੋਰਟੈਂਟ ਨੇ। ਪੀਣ ਵਾਲਾ ਪਾਣੀ, ਇੰਡਸਟਰੀਅਲ ਪੋਲਿਊਟੈਂਟਸ, ਜ਼ੀਰੇ ਫੈਕਟਰੀ 'ਚ ਕਿੱਡਾ ਵੱਡਾ ਧਰਨਾ ਲੱਗਿਆ। ਹੁਣ ਉਹ ਬੜਾ ਵੱਡਾ ਇਸ਼ੂ ਕਿਉਂਕਿ ਕੈਂਸਰ ਫੈਲ ਰਿਹਾ ਜੀ। ਹੁਣ ਕੈਂਸਰ ਨੇ ਤਾਂ ਸਪੇਅਰ ਨਹੀਂ ਕਰਨਾ ਕਿ ਕਾਂਗਰਸ ਦਾ ਵਾ, ਇਹ ਅਕਾਲੀ ਆ, ਇਹ ਆਮ ਆਦਮੀ ਆ ਜੀ, ਉਹ ਤਾਂ ਸਾਰੇ ਸ਼ਿਕਾਰ ਹੋਣਗੇ। ਅੱਜ ਤੁਸੀਂ ਆਪਾਂ ਆਫ ਦਾ ਰਿਕਾਰਡ ਗੱਲ ਕਰ ਰਹੇ ਸੀਗੇ, 75 ਸਾਲਾਂ ਦੇ ਆਜ਼ਾਦੀ ਤੋਂ ਬਾਅਦ ਹਲੇ ਅਵਾਰਾ ਪਸ਼ੂ ਨਹੀਂ ਸਾਂਭੇ ਗਏ। ਬਿਲਕੁਲ ਠੀਕ ਹੈ। ਆਪਾਂ ਡਿਵੈਲਪਮੈਂਟ ਕਿਹੜੀ ਦੀ ਗੱਲ ਕਰਦੇ ਆ? ਸਿਰਫ ਕੰਕਰੀਟ ਦੀਆਂ ਬਿਲਡਿੰਗਾਂ ਖੜੀਆਂ ਕਰਨੀਆਂ, ਮਾਲ ਬਣਾ ਦੇਣੇ ਤੇ ਸੜਕਾਂ ਵੱਡੀਆਂ ਬਣਾ ਦੇਣੇ। ਦਿਸ ਇਜ਼ ਨਾਟ ਡਿਵੈਲਪਮੈਂਟ। ਡਿਵੈਲਪਮੈਂਟ ਇਜ਼ ਜਦੋਂ ਆਪਣੇ ਇੱਥੋਂ ਦੇ ਬਸ਼ਿੰਦਿਆਂ ਦੇ ਚਿਹਰਿਆਂ ਦੇ ਉੱਤੇ ਰੌਣਕ ਆਊਗੀ ਜੀ। ਸੋ ਪਸ਼ੂ ਨਹੀਂ ਸਾਂਭੇ ਗਏ। ਸੋਲਿਡ ਵੇਸਟ ਮੈਨੇਜਮੈਂਟ ਐਂਡ ਦੈਟ ਫॉर ਦੈਟ ਮੈਟਰ, ਨਾਟ ਓਨਲੀ ਆਪਾਂ ਪੰਜਾਬ ਸਰਕਾਰ ਨੂੰ ਛੱਡੋ, ਸਾਰੇ ਇੰਡੀਆ ਦੇ ਕੋਲ ਸੋਲਿਡ ਵੇਸਟ ਮੈਨੇਜਮੈਂਟ ਦੀ ਕੋਈ ਹੱਲ ਨਹੀਂ ਲੱਭਿਆ। ਦਿੱਲੀ ਦੇ ਬਾਹਰ ਜਾਂਦੇ ਹੋ, ਜਿਹੜਾ ਉਹ ਮੁਕਰਬਾ ਚੌਂਕ ਆ ਜੀ, ਪੂਰਾ ਪਹਾੜ ਲੱਗ ਗਿਆ ਕੂੜੇ ਦਾ। ਉਹ ਚਾਰੋਂ ਪਾਸੇ ਆ ਦਿੱਲੀ ਦੇ ਜੀ, ਆਗਰਾ ਬਾਰਡਰ ਤੇ, ਯੂਪੀ ਬਾਰਡਰ ਤੇ ਇੱਧਰ ਰਾਜਸਥਾਨ ਬਾਰਡਰ ਤੇ। ਜੇ ਰਾਜਧਾਨੀ 'ਚ ਇਹ ਹਾਲ ਆ, ਹਾਂ, ਰਾਜਧਾਨੀ ਦੇ ਬਾਹਰ ਕੂੜੇ ਦੇ ਪਹਾੜ ਜੀ। ਜਿਹੜੀ ਸਰਕਾਰਾਂ 75 ਸਾਲਾਂ 'ਚ ਗੰਦ ਨਹੀਂ ਸਾਂਭ ਸਕੀ, ਉਹ ਲੋਕਾਂ ਨੂੰ ਦੱਸੋ ਕੀ ਸਾਂਭੂਗੀ ਜੀ। ਸੋ ਦੇਰ ਆਰ ਮੇਜਰ ਫਲॉज, ਕਿਉਂਕਿ ਮੈਂ ਸਮਝਦਾ ਵਾਂ ਕਿ ਹਲੇ ਸਰਕਾਰਾਂ ਦਾ ਸਹੀ ਏਜੰਡਾ ਹੀ ਨਹੀਂਗਾ। ਠੀਕ ਹੈ ਜੀ। ਖਾਸਾ ਟਾਈਮ ਵੇਸਟ ਕਰਦੇ ਨੇ ਔਨ ਨੌਨ ਇਸ਼ੂਜ਼। ਕਿਸੇ ਨੇ ਬਿਆਨ ਦਿੱਤਾ, ਕੋਈ ਟੁੱਟਾ ਭੱਜਾ, ਜਾਂ ਫਿਰ 15 ਦਿਨ ਉਹ 'ਤੇ ਲੜਾਈ ਹੁੰਦੀ ਰਹਿੰਦੀ ਆ। ਠੀਕ ਹੈ ਜੀ। ਮੀਡੀਆ ਆਲਸੋ ਹਾਈਲਾਈਟਸ ਸਪਾਈਸੀ ਥਿੰਗਸ ਨਾਲ ਹੀ ਆ ਜੀ। ਹੁਣ ਤੁਸੀਂ ਜੇ ਕਹੋਗੇ ਕਿ ਆਪਾਂ ਸਕੂਲ ਵੱਲ ਲੈ ਕੇ ਚੱਲੀਏ ਕਿਸੇ ਮੀਡੀਆ ਵਾਲੇ ਨੂੰ, ਨੋਬਡੀ ਵਿਲ ਗੋ। ਐਜੂਕੇਸ਼ਨ, ਹੈਲਥ ਕੇਅਰ, ਸੇਫ ਡਰਿੰਕਿੰਗ ਵਾਟਰ, ਕੈਂਸਰ ਦੀ ਨਾਲ ਲੜਾਈ, ਜ਼ਮੀਨੀ ਪਾਣੀ ਬਚਾਉਣਾ, ਇਹ ਸਾਰੇ ਸਾਡੇ ਬੜੇ ਇੰਪੋਰਟੈਂਟ ਇਸ਼ੂਜ਼ ਨੇ, ਲੇਕਿਨ ਅਨਫੋਰਚੂਨੇਟਲੀ ਅੱਜ ਤੱਕ ਸਹੀ ਮਾਇਨਿਆਂ 'ਚ ਏਜੰਡੇ ਤੇ ਨਹੀਂ ਰਹੇ। ਖੈਰ ਸਾਹਿਬ, ਮੈਂ ਜੇ ਭਲਕ ਨੂੰ, ਕਿਉਂਕਿ ਮੇਰੀ ਹੁਣ ਇੱਛਾ ਹੈਗੀ ਹੈ ਕਿ ਮੈਂ ਉਸ ਪਾਸੇ ਨੂੰ, ਪ੍ਰਦੂਸ਼ਣ ਵਾਲੇ ਪਾਸੇ ਵਧਣਾ, ਪਾਣੀ ਵਾਲੇ ਪਾਸੇ ਨਾ, ਜੇ ਭਲਕ ਨੂੰ ਬੁੱਢੇ ਨਾਲੇ ਦੇ ਵਿੱਚ ਜਾਂ ਬਾਕੀ ਥਾਵਾਂ ਦੇ ਉੱਤੇ ਜਿਹੜੇ ਫੈਕਟਰੀਆਂ ਦਾ ਪਾਣੀ ਪੈਂਦਾ ਹੈ, ਜੇ ਸਰਕਾਰ ਕਿਤੇ ਕਹਿੰਦੀ ਹੈ ਕਿ ਭਾਈ ਅਸੀਂ ਬੰਦ ਕਰਨੇ ਆ, ਕੱਲ੍ਹ ਨੂੰ ਤੁਸੀਂ ਜਾ ਕੇ ਧਰਨਾ ਲਾ ਕੇ ਤਾਂ ਨਹੀਂ ਬਹਿ ਜਾਓਗੇ ਵਿਰੋਧੀ ਧਿਰ ਵਾਲੇ ਕਿ ਭਾਈ ਇੱਥੇ ਤਾਂ ਹੁਣ ਫੈਕਟਰੀਆਂ ਜਿਹੜੀਆਂ ਨੇ ਜੋ ਬੰਦ ਹੋ ਜਾਣਗੀਆਂ ਤਾਂ ਬੇਰੁਜ਼ਗਾਰੀ ਹੋ ਜੂਗੀ। ਅਸੀਂ ਧਰਨਾ ਲਾਵਾਂਗੇ ਉਹਨਾਂ ਦੇ ਉਲਟ। ਅੱਛਾ, ਮੈਂ ਜਦੋਂ ਲੀਡਰ ਆਫ ਆਪੋਜੀਸ਼ਨ ਸੀ ਜੀ, ਫਿਰ ਇਹਨਾਂ ਜਿੰਨੀਆਂ ਜ਼ਹਿਰੀਲੇ ਪਾਣੀਆਂ ਵਾਲੀਆਂ ਫੈਕਟਰੀਆਂ ਸਾਰਿਆਂ ਦੇ ਖਿਲਾਫ ਜਾ ਕੇ ਬੋਲਿਆ। ਆ ਹੁਣ ਇੱਕ ਫਿਰ ਗੱਲ ਆ ਜਾਂਦੀ ਰਾਣੇ ਗੁਰਜੀਤ ਦੀ। ਠੀਕ। ਬੁੱਟਰ ਪਿੰਡ ਜਿਹੜੀ ਲਾਈ ਆ, ਉਹਨਾਂ ਦੇ ਸਿਰ ਸਾਰੇ ਸਵਾਹ ਉੱਡ ਕੇ ਪੈਂਦੀ। ਮੈਂ ਗਿਆ, ਮੈਨੂੰ ਜਾਣ ਨਹੀਂ ਦਿੱਤਾ ਪੁਲਿਸ ਨੇ। ਠੀਕ ਹੈ। ਬੜਾ ਵਾਇਰਲ ਹੋਇਆ ਸੀ ਇਸ਼ੂ। ਹੁਣ ਇਹਦੀ ਇੱਕ ਡਿਸਟਿਲਰੀ ਇੱਥੇ, ਨਾਟ ਦੈਟ ਆਈ ਐਮ ਸਿੰਗਲਿੰਗ ਹਿਮ ਆਊਟ ਜੀ, ਜਿੰਨੀਆਂ ਡਿਸਟਿਲਰੀਆਂ ਨੇ, ਸਾਰਾ ਪਾਣੀ ਕੀ ਕਰਦੇ ਨੇ ਵੱਡੇ ਆਦਮੀ ਕਿ ਇਹ ਜਿਹੜੇ ਇਹਨਾਂ ਦੇ ਵਾਟਰ ਟ੍ਰੀਟਮੈਂਟ ਪਲਾਂਟਸ ਨੇ ਜੀ, ਦੇ ਆਰ ਵੈਰੀ ਐਕਸਪੈਂਸਿਵ, ਜਿਹੜੇ ਇੰਟਰਨੈਸ਼ਨਲ ਮਿਆਰ ਨਾਲ ਹੋਣੇ ਚਾਹੀਦੇ ਜੀ। ਮੋਸਟਲੀ ਇਹ ਆਪਣੇ ਕੰਪਲੈਕਸ ਦੇ ਅੰਦਰ ਹੀ ਵੱਡੇ ਵੱਡੇ ਬੋਰ ਕਰਕੇ ਉੱਥੇ ਹੀ ਸਾਰਾ ਗੰਦ ਸੁੱਟ ਦਿੰਦੇ ਨੇ, ਤਾਂ ਕਰਕੇ ਆਪਣਾ ਜ਼ਮੀਨੀ ਪਾਣੀ ਡਿਸਟਰੋਏ ਹੋ ਰਿਹਾ। ਇਕੱਲੇ ਇਹ ਨਹੀਂ, ਜਿੰਨੀ ਇੰਡਸਟਰੀ ਆ, ਜਿਹੜੀ ਲੁਧਿਆਣੇ ਦੀ ਡਾਈਂਗ ਇੰਡਸਟਰੀ ਆ, ਹੋਜ਼ਰੀ ਇੰਡਸਟਰੀ ਆ, ਪੇਪਰ ਮਿਲਸ ਨੇ, ਇਹ ਬਹੁਤ ਜ਼ਿਆਦਾ ਪੋਲਿਊਟ ਕਰਦੇ ਨੇ, ਤਾਂ ਕਰਕੇ ਸਾਰੇ ਪੰਜਾਬ ਦੇ ਵਿੱਚ ਕੈਂਸਰ ਬਹੁਤ ਬੁਰੀ ਤਰ੍ਹਾਂ ਫੈਲਿਆ। ਮੈਂ ਤਾਂ ਜਾਣਾ ਆਪਣੇ ਇਲਾਕੇ 'ਚ ਜੀ, ਜੇ 10 ਮੌਤਾਂ ਹੁੰਦੀਆਂ, ਉਹਨਾਂ ਤੋਂ 4-5 ਪੱਕੀਆਂ ਕੈਂਸਰ ਨਾਲ ਰਿਲੇਟਡ, ਐਂਡ ਦੇ ਆਰ ਡਾਇਰੈਕਟਲੀ ਕੰਸਰਨਡ ਵਿਦ ਬਿਕੋਜ਼ ਆਫ ਆਰ ਕੰਟੈਮੀਨੇਟਡ ਵਾਟਰ। ਆਖਰੀ ਸਵਾਲ ਹੈ ਖਹਿਰਾ ਸਾਹਿਬ, ਸਮਾਂ ਸਮਾਪਤੀ ਵਾਲੇ ਪਾਸੇ ਹੈ, ਬੀਬੀ ਜਗੀਰ ਕੌਰ ਹੋਰਾਂ ਦੇ ਨਾਲ ਸੰਬੰਧਿਤ ਹੈ। ਤੁਹਾਡਾ ਹਰ ਵਾਰੀ ਸਿਆਸੀ ਤੌਰ 'ਤੇ ਆਡਾ ਉਹਨਾਂ ਦੇ ਨਾਲ ਹੀ ਹੁੰਦਾ ਹੈ, ਭੁਲੱਥ ਹਲਕੇ ਤੋਂ ਹੀ ਨਹੀਂ। ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀ, ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਆਏ। ਉਹ ਕਹਿੰਦੇ ਜੀ ਹੁਣ SGPC ਨੂੰ ਆਜ਼ਾਦ ਕਰਾਉਣਾ ਹੈ ਉਹਨਾਂ ਦੇ ਕੋਲੋਂ, ਬਾਦਲਾਂ ਦੇ ਕੋਲੋਂ ਜਾਂ ਕਿੱਧਰਲੇ ਪਾਸਿਓਂ ਜੀ, ਠੀਕ ਨਹੀਂ ਹੈ।
ਹੁਣ ਫਿਰ ਤੁਹਾਡਾ ਉਸ ਮੁੱਦੇ ਦੇ ਉੱਤੇ, ਕਿਉਂਕਿ ਉਹਨਾਂ ਨੇ ਤਾਂ ਦੇਖੋ ਵੱਡਾ ਮੁੱਦਾ ਚੁੱਕਿਆ ਨਾ, ਹੁਣ ਸੁਖਪਾਲ ਸਿੰਘ ਖਹਿਰਾ ਸਾਹਿਬ ਦਾ ਕੀ ਅੱਛਾ, ਗੁੱਡ ਕੁਐਸਚਨ। ਜੇ ਇਹੀ ਮਸਲਾ ਜੀ ਜਦੋਂ ਬੇਅਦਬੀਆਂ ਹੋਈਆਂ ਸੀ, ਜੀ ਜਦੋਂ ਅਕਾਲ ਤਖਤ ਸਾਹਿਬ ਦਾ ਦੁਰਉਪਯੋਗ SGPC ਪ੍ਰੈਜ਼ੀਡੈਂਟ ਹੁੰਦਿਆਂ ਦੌਰਾਨ ਹੋ ਰਿਹਾ ਸੀ, ਜਦੋਂ ਉਸ ਡੇਰਾ ਸੱਚਾ ਸੌਦਾ ਦੇ ਸਾਧ ਨੂੰ ਇੱਕ ਫਰਜ਼ੀ ਮਾਫੀ ਦਵਾਈ ਗਈ ਸੀ ਬਿਨਾਂ ਪੇਸ਼ ਹੋਣ ਤੋਂ, ਹਿੰਦੀ ਦੇ ਵਿੱਚ ਚਿੱਠੀ ਆਉਣ ਤੇ, ਅਗਰ ਬੀਬੀ ਜੀ ਉਦਣ ਬੋਲਦੇ ਨਾ, ਉਹਦੀ ਵੈਲਿਊ ਹੋਰ ਹੋਣੀ ਸੀ। ਜਾਂ ਜਦੋਂ ਅਕਾਲੀ ਦਲ ਦੇ ਵਿੱਚ ਮਿਨਿਸਟਰ ਬੈਠੇ ਸੀ ਜੀ, ਅਕਾਲੀ ਦਲ ਦੀ ਸਰਕਾਰ ਦੇ ਵਿੱਚ ਬੈਠੇ ਸੀ, ਕਹਿੰਦੇ ਕਿ ਤੁਸੀਂ ਬਾਈਬਲ ਕਲਾਂ ਦੇ ਜਿਹੜੇ 2 ਨੌਜਵਾਨ ਮਾਰੇ, ਆ ਚੱਕੋ ਮੇਰਾ ਅਸਤੀਫਾ, ਉਹਦੀ ਵੈਲਿਊ ਹੋਰ ਹੋਣੀ ਸੀ। ਹੁਣ ਜਿੰਨੇ ਵੀ ਅਕਾਲੀ ਨਿਕਲ ਕੇ ਆ ਰਹੇ ਨੇ ਨਾ ਬਾਦਲ ਦੇ ਟੋਲੇ ਚੋਂ ਜੀ, ਉਹਦਾ ਇੰਪੈਕਟ ਇਸ ਕਰਕੇ ਨਹੀਂ ਹੋ ਰਿਹਾ ਬਿਕੋਜ਼ ਐਵਰੀਬਡੀ, ਬੱਚੇ ਥੋੜ੍ਹਾ ਲੁਕਿੰਗ, ਉਹ ਕਹਿੰਦੇ ਹੁਣ ਤੁਸੀਂ ਡੁੱਬਦੀ ਬੇੜੀ ਦੇਖ ਰਹੇ ਹੋ ਜੀ, ਤੇ ਸਾਰੇ ਛਾਲਾ ਮਾਰ ਰਹੇ ਹੋ। ਕਹਾਣੀ ਸਿਰਫ ਇੰਨੀ, ਮੇਰੀ ਉਹਨਾਂ ਨਾਲ ਕੋਈ ਜ਼ਾਤੀ ਨਹੀਂ ਕਿ ਮੈਨੂੰ ਹੁਣ ਕਿਤੇ ਮਿਲਦੇ ਤਾਂ ਮੈਂ ਫਤਿਹ ਵੀ ਬੁਲਾ ਦਿੰਦਾ ਠੀਕ ਹੈ ਠੀਕ ਔਰ ਮੇਰੀ ਥੋੜੀ ਹਮਦਰਦੀ ਵੀ ਆ, ਜੀ। ਕਿਉਂਕਿ ਅਕਾਲੀ ਦਲ ਨੇ ਉਹਨੂੰ ਪੁੱਛਿਆ ਨਹੀਂ, ਗਿੱਛਿਆ ਨਹੀਂ, ਬਿਨਾਂ ਨੋਟਿਸ ਤੋਂ ਚੱਕ ਕੇ ਬਾਹਰ ਮਾਰਿਆ। ਸੋ ਦੇਰ ਇਜ਼ ਆਈ ਹੈਵ ਸਮ ਸਿੰਪਥੀ ਬਿਕੋਜ਼ ਆਫਟਰ ਆਲ ਮੇਰੀ ਕਨਸਟੀਟੂਐਂਸੀ ਦੇ ਨੇ, ਜੀ। ਔਰ ਇਸ਼ੂਜ਼ ਹੁਣ ਜਿਹੜੇ 18 ਨੇ ਇਹ ਇਸ਼ੂਜ਼ ਵੈਲਿਡ ਨੇ ਜੀ, ਪਰ ਅਗਰ ਇਹ ਅਕਾਲੀ ਦਲ ਦੇ ਵਿੱਚ ਰਹਿ ਕੇ ਉਠਾਉਂਦੇ, ਮੈਂ 2015 ਦਾ ਬੇਅਦਬੀਆਂ ਦੀ ਲੜਾਈ ਲੜ ਰਿਹਾ, ਇਹ ਲੀਡਰ ਆਫ ਆਪੋਜੀਸ਼ਨ ਸੀਗਾ, ਜਦੋਂ ਮੈਂ ਉੱਥੇ ਜਾਂਦਾ ਸੀ ਨਾ ਬਰਗਾੜੀ, ਮੇਰੇ ਆਪਣੇ ਜਿਹੜੇ ਹੁਣ ਵਿੱਚੋਂ ਕਈ ਨੇ ਇਹ ਰੋਕਦੇ ਸੀਗੇ, ਠੀਕ ਹੈ ਜੀ, ਕਿ ਇੱਥੇ ਜਾਵਾਂਗੇ ਤਾਂ ਜੀ ਫਲਾਨਾ ਜਿਹੜਾ ਵਰਗ ਆ ਲੋਕਾਂ ਦਾ ਇਹ ਤੁਹਾਡੇ ਨਾਲ ਨਾਰਾਜ਼ ਹੋਊਗਾ। ਮੈਂ ਕਿਹਾ ਮੈਂ ਗੱਲ ਨਾਰਾਜ਼ਗੀ ਦੀ ਨਹੀਂ, ਕਿ ਗੱਲ ਇਨਸਾਫ ਦੀ ਹੈ, ਇਨਸਾਫ ਦੀ ਹੈ। ਸੋ ਆਈ ਐਮ ਗੋਇੰਗ ਟੂ ਫਾਈਟ ਫॉर ਜਸਟਿਸ। ਤੁਹਾਡੇ ਲਈ ਥੋੜਾ ਸੌਖਾ ਨਹੀਂ ਹੋ ਗਿਆ, ਕਿਉਂਕਿ ਆਮ ਆਦਮੀ ਪਾਰਟੀ ਦੀ ਤੁਹਾਡੇ ਹਲਕੇ 'ਚੋਂ ਜ਼ਮਾਨਤ ਜ਼ਬਤ ਹੋਈ ਸੀ, ਅਕਾਲੀਆਂ ਦੇ 2 ਧੜੇ ਹੋ ਗਏ, ਕਾਂਗਰਸ ਵੱਲੋਂ, ਤੁਸੀਂ, ਤੁਹਾਨੂੰ ਸੌਖਾ ਨਹੀਂ ਲੱਗਦਾ ਹੁਣ ਹੋਰ ਥੋੜਾ ਜਿਹਾ? ਹਾਂ, ਅੱਜ ਦੀ ਡੇਟ ਵਿੱਚ ਕਾਫੀ ਇੱਦਾਂ ਹੁੰਦਾ, ਬਟ ਮੈਂ ਤੁਹਾਨੂੰ ਗੱਲ ਦੱਸਾਂ ਜੀ, ਕਦੀ ਇਹ ਨਹੀਂ ਪ੍ਰਜ਼ਿਊਮ ਕਰਨਾ ਜੀ, ਕਿ ਗਾਂ ਕੋਈ ਓਪੋਨੈਂਟ ਹੀ ਨਹੀਂਗਾ। ਬਿਲਕੁਲ ਠੀਕ ਹੈ। ਨੋ, ਇਹ ਅੱਜ ਠੀਕ ਆ, ਉਹਦੇ ਸਾਰੇ ਖਿੰਡਰੇ ਹੋਏ ਨੇ। ਜਿਹੜਾ ਤੁਸੀਂ ਆਮ ਆਦਮੀ ਕਹਿੰਦੇ ਹੋ, ਉਹੀ ਕੈਂਡੀਡੇਟ ਕਾਂਗਰਸ ਵੇਲੇ ਵੀ ਜ਼ਮਾਨਤ ਜ਼ਬਤ ਕਰਾ ਗਿਆ ਪਹਿਲਾਂ। ਚਲੋ ਉਹ ਵੀ ਛੱਡੋ, ਮੈਂ ਕੋਈ ਹੰਕਾਰ ਦੀ ਗੱਲ ਨਹੀਂ ਕਰਦਾ, ਬਟ ਆਈ ਨੈਵਰ ਟੇਕ ਥਿੰਗਸ ਵੀਕਲੀ, ਕਿਉਂਕਿ ਕੁਦਰਤ ਦਾ ਨਿਯਮ ਆ ਕਿ ਕੋਈ ਕਦੀ ਵੀ ਵੈਕਿਊਮ ਰਹਿੰਦਾ ਨਹੀਂਗਾ ਕਿਸੇ ਜਗ੍ਹਾ ਦੇ ਉੱਤੇ, ਤੁਸੀਂ ਖਲਾਓ ਛੱਡੋਗੇ ਉਹ ਭਰਿਆ ਜਾਣਾ ਕਿਤੇ ਨਾ ਕਿਤੇ। ਅੱਛਾ ਖਹਿਰਾ ਸਾਹਿਬ, ਇੱਕ ਚੀਜ਼ ਮੈਨੂੰ ਚੇਤੇ ਆ ਗਈ, ਇੱਕ ਸਮਾਂ ਇਦਾਂ ਦਾ ਆ ਗਿਆ ਸੀ, ਤੁਹਾਡੇ ਪਰਿਵਾਰ ਦੇ ਵਿੱਚੋਂ ਸਰਪੰਚ ਦੀ ਇਲੈਕਸ਼ਨ ਹਾਰ ਗਿਆ ਸੀ ਬੀਬੀ ਜੀ, ਉਦੋਂ ਕਹਿੰਦੇ ਸੀ ਖਹਿਰਾ ਸਾਹਿਬ ਤਾਂ ਪਿੰਡੋਂ ਨਹੀਂ ਜਿੱਤ ਸਕੇ, ਜਿੱਤ ਕੇ ਤਾਂ ਜਾਣਗੇ, ਬਾਅਦ 'ਚ ਫਿਰ ਕ੍ਰਿਸ਼ਮਾ ਕਿੱਦਾਂ ਹੋ ਗਿਆ? ਨਹੀਂ, ਉਹ ਮੇਰੇ ਨਾਲ ਹੀ ਹੁੰਦੇ ਨੇ ਜੀ। ਦੈਟ ਵਾਸ ਵਨ ਪੰਚਾਇਤੀ ਇਲੈਕਸ਼ਨ। ਪੰਚਾਇਤੀ ਇਲੈਕਸ਼ਨ ਵਿੱਚ ਕਈ ਲੋਕਲ ਛੋਟੇ-ਮੋਟੇ ਮੁੱਦੇ ਹੁੰਦੇ ਨੇ ਪਿੰਡ ਪੱਧਰ ਦੇ ਜੀ। ਹੁਣ ਤੁਸੀਂ ਐਂ ਕਰੋ, ਅਸੈਂਬਲੀ ਦਾ ਰਿਕਾਰਡ ਕਢਾਓ 2022 ਦਾ, ਠੀਕ ਹੈ ਜੀ, ਮੈਂ ਆਪਣੇ ਪਿੰਡੋਂ, ਮੇਰਾ ਛੋਟਾ ਜਿਹਾ ਪਿੰਡ ਆ ਜੀ, ਸ਼ਾਇਦ 900-950 ਵੋਟ ਪੋਲ ਹੋਈ, ਮੈਂ 450 ਵੋਟ ਤੇ ਜਿੱਤਿਆ ਉਸੇ ਪਿੰਡ 'ਚੋਂ, ਉਹ ਰਾਮਗੜ੍ਹ ਤੋਂ ਹੀ। ਚਲੋ ਕਈ ਵਾਰੀ ਮਿਸਕਨਸੈਪਸ਼ਨ। ਇੱਕ ਮੈਂ ਗੱਲ ਕਹਿਣਾ, ਪਲੀਜ਼ ਉਹ ਤੁਸੀਂ ਆਪਾਂ ਭੁੱਲ ਗਏ ਡਿਸਕਸ ਕਰਨਾ। ਇੱਕ ਮੈਂ ਪ੍ਰਾਈਵੇਟ ਮੈਂਬਰਸ ਬਿੱਲ ਲੈ ਕੇ ਆਇਆ ਪੰਜਾਬ ਵਿਧਾਨ ਸਭਾ 'ਚ, ਆ ਰਹੇ ਹੋ ਐਤਕੀ? ਹਾਂ, ਮੈਂ ਦੇਤਾ ਸਪੀਕਰ ਸਾਹਿਬ ਨੂੰ। ਠੀਕ ਹੈ ਜੀ। ਮੈਂ ਤੇ ਪ੍ਰਤਾਪ ਬਾਜਵਾ ਗਏ ਸੀਗੇ, ਸਾਡੇ ਲੀਡਰ ਆਫ ਆਪੋਜੀਸ਼ਨ, ਮੈਂ ਉਹਨਾਂ ਨੂੰ ਦੇਖ ਕੇ ਆਇਆ, ਬਹੁਤ ਇੰਪੋਰਟੈਂਟ ਆ ਜੀ। ਔਰ ਹੁਣ ਪਤਾ ਲੱਗੇਗਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਲਈ ਕਿੰਨੀ ਸੁਹਿਰਦ ਆ। ਇਸ਼ੂ ਇਹ ਆ ਕਿ ਹਿਮਾਚਲ ਪ੍ਰਦੇਸ਼ ਔਰ ਰਾਜਸਥਾਨ ਦੀ ਤਰਜ਼ ਤੇ, ਠੀਕ ਹੈ, ਕਿਸੇ ਵੀ ਗੈਰ ਪੰਜਾਬੀ ਨੂੰ ਡਾਇਰੈਕਟਲੀ ਪੰਜਾਬ ਦੇ ਵਿੱਚ ਜ਼ਮੀਨ ਲੈਣ ਦਾ, ਮਾਲਕ ਬਣਨ ਦਾ ਤੇ ਵੋਟਰ ਬਣਨ ਦਾ ਅਧਿਕਾਰ ਨਾ ਦਿੱਤਾ। ਦੇयर ਸ਼ੁੱਡ ਬੀ ਸਰਟਨ ਰੂਲਸ। ਜੀ, ਤੁਸੀਂ ਜਾ ਨਹੀਂ ਸਕਦੇ, ਹਿਮਾਚਲ ਨਹੀਂ ਲੈ ਸਕਦੇ। ਔਰ ਹਿਮਾਚਲ ਦਾ ਐਕਟ ਵਾਈਐਸ ਪਰਮਾਰ ਚੀਫ ਮਿਨਿਸਟਰ ਸੀ ਕਾਂਗਰਸ ਦੇ, 72 ਚ ਪਾਸ ਕੀਤਾ। ਅਗਰ ਨਾ ਕੀਤਾ ਹੁੰਦਾ, ਦਿੱਲੀ ਵਾਲਿਆਂ ਨੇ ਸਾਰੇ ਬਾਗ ਖਰੀਦ ਲੈਣੇ ਸੀ ਹਿਮਾਚਲ ਦੇ। ਠੀਕ ਹੈ, ਇਦਾਂ ਹੀ ਰਾਜਸਥਾਨ ਨੇ ਪ੍ਰੋਟੈਕਟ, ਇਦਾਂ ਹੀ ਆਰਟੀਕਲ 370 ਪ੍ਰੋਟੈਕਸ਼ਨ ਦਿੰਦਾ ਸੀ ਜੰਮੂ ਕਸ਼ਮੀਰ ਨੂੰ, ਇਹਨਾਂ ਨੇ ਤੋੜੀ ਆ ਜੀ। ਪਰ ਉਹ ਨਹੀਂ ਤਾਂ ਵੈਲੀ ਕਸ਼ਮੀਰ ਦਾ, ਵੈਲੀ ਬੰਬੇ ਤੇ ਦਿੱਲੀ ਦੇ ਵਪਾਰੀਆਂ ਨੇ ਸਾਰੇ ਖਰੀਦ ਲੈਣੇ ਸੀ। ਠੀਕ ਹੈ ਜੀ, ਕਰੈਕਟ। ਹੁਣ ਪੰਜਾਬ 'ਚ ਕੀ ਹੋ ਰਿਹਾ ਕਿ ਸਾਡਾ ਆਲਮੋਸਟ 3 ਕਰੋੜ ਆਬਾਦੀ 'ਚੋਂ 50 ਲੱਖ ਪੰਜਾਬੀ ਵਿਦੇਸ਼ਾਂ ਵਿੱਚ ਜਾ ਚੁੱਕਾ ਵਾ, 10 ਲੱਖ ਤਾਂ ਤੁਹਾਡੇ ਕੈਨੇਡਾ 'ਚ ਹੀ ਬੈਠੇ ਨੇ। ਠੀਕ ਹੈ, ਕਰੈਕਟ। ਸੋ ਅਗਰ ਆਪਾਂ ਇਸ ਨੂੰ ਨਹੀਂ ਲਿਆਵਾਂਗੇ ਤਾਂ ਸਾਡੀ ਜਿਹੜੀ ਮਾਈਗ੍ਰੇਸ਼ਨ ਹੈ, ਐਕਸੋਡਸ, ਬਹੁਤ ਤੇਜ਼ੀ ਨਾਲ ਜਾ ਰਿਹਾ ਵਾ, ਨਾਲ ਪੈਸਾ ਵੀ ਜਾ ਰਿਹਾ। ਚਲੋ ਦੈਟਸ ਅ ਸੈਪਰੇਟ ਮੈਟਰ। ਮੈਂ ਇਕੱਲੇ ਡੈਮੋਗ੍ਰਾਫਿਕ ਸਿਚੁਏਸ਼ਨ ਦੀ, ਯਾਨੀ ਕਿ ਆਬਾਦੀ ਦੇ ਸੰਤੁਲਨ ਦੀ ਜਿਹੜਾ ਵਿਗੜ ਰਿਹਾ, ਜਿਹੜਾ ਉਹ ਇੰਬੈਲੈਂਸ ਹੋ ਰਿਹਾ, ਮੈਂ ਉਹਦੀ ਗੱਲ ਕਰ ਰਿਹਾ ਵਾਂ। ਇਹ ਸਾਨੂੰ ਬਿੱਲ ਲਿਆਉਣਾ ਚਾਹੀਦਾ ਵਾ। ਗੈਰ ਪੰਜਾਬੀ ਜੀ ਸਦਕੇ ਪੰਜਾਬ 'ਚ ਆਉਣ, ਕੰਮ ਕਰਨ, ਪੈਸੇ ਕਮਾਉਣ, ਆਹ ਸ਼ਰਤਾਂ ਨੇ, ਬਸ਼ਿੰਦੇ ਵੀ ਬਣ ਜਾਓ, ਡਾਇਰੈਕਟਲੀ ਨਹੀਂ। ਨੰਬਰ 2, ਅਗਰ ਤੁਸੀਂ ਦੇਖੋਗੇ ਮਿਡਲ ਈਸਟ ਵਿੱਚ, ਦੁਬਈ, ਸਾਊਦੀ ਅਰੇਬੀਆ, ਲੋਟਸ ਆਫ ਕੰਟਰੀਜ਼ ਇਨ ਦ ਵਰਲਡ, ਉਹ ਕਹਿੰਦੇ ਨੇ ਤੁਸੀਂ ਜ਼ਮੀਨ ਜਮੂਨ ਤਾਂ ਛੱਡੋ, ਤੁਸੀਂ ਕੰਮ ਵੀ ਜੇ ਕਰਨਾ ਤਾਂ ਇੱਥੋਂ ਦਾ ਇੱਕ ਬੰਦਾ ਨਾਲ ਪਾਰਟਨਰ ਬਣਾਓ, ਜੇ ਬਿਜ਼ਨਸ ਕਰਨਾ। ਹਾਂ, ਉਹਨਾਂ ਨੂੰ ਆਮਦਨ ਹੋ ਰਹੀ ਹੈ ਬੈਠਿਆਂ ਨੂੰ। ਸੋ ਪੰਜਾਬ ਦੇ ਵਿੱਚ ਅਗਰ ਇਹ ਸਾਥ ਦੇਣਗੇ ਸਾਰੀ ਅਸੈਂਬਲੀ, ਇਹ ਬਿੱਲ ਪਾਸ ਕਰੋ, ਇੱਕ ਐਡੀਸ਼ਨ ਕਰੋ ਕਿ ਜਿਹੜਾ ਵੀ ਬੰਦਾ ਬਾਹਰੋਂ ਆਊਗਾ, ਹੀ ਹੈਜ਼ ਟੂ ਮੇਕ ਵਨ ਫੈਮਿਲੀ ਐਜ਼ ਅ ਪਾਰਟਨਰ ਇਨ देयर ਵੈਂਚਰ। ਠੀਕ ਹੈ, ਆਟੋਮੈਟਿਕਲੀ ਉਹਨਾਂ ਨੂੰ। ਖਹਿਰਾ ਸਾਹਿਬ, ਮੁੱਦਾ ਇਹ ਇੰਪੋਰਟੈਂਟ ਹੈ, ਪ੍ਰਾਈਵੇਟ ਮੈਂਬਰ ਬਿੱਲ, ਕਿਉਂਕਿ 1 ਮਿੰਟ ਦੇ ਵਿੱਚ ਆਪਾਂ ਸਮਝਾਉਣਾ ਹੈ। ਜਿਹੜਾ ਪ੍ਰਾਈਵੇਟ ਮੈਂਬਰ ਬਿੱਲ ਹੈ, ਜਦੋਂ ਪੇਸ਼ ਹੁੰਦਾ, ਪੋਲੀਟੀਕਲ ਸਾਇੰਸ ਪੜ੍ਹਨ ਵਾਲਿਆਂ ਨੂੰ ਤਾਂ ਪਤਾ, ਜੇ ਉਹ ਇਕੱਲਾ ਪੇਸ਼ ਹੋ ਕੇ ਰਹਿ ਜਾਂਦਾ, ਪਾਸ ਵੀ ਹੋ ਜਾਂਦਾ, ਤਾਂ ਉਹਦੀ ਕਾਨੂੰਨੀ ਵੈਲਿਊ, ਜੇ ਸਰਕਾਰ ਨਾਲ ਰਲੇ ਤਾਂ ਕਾਨੂੰਨੀ ਵੈਲਿਊ ਕੀ ਹੈ? ਨਹੀਂ, ਇਹ ਸਰਕਾਰ ਵਾਸਤੇ ਹੈ ਜੀ। ਅੱਛਾ, ਇਹ ਸਰਕਾਰ ਨੇ ਹੀ ਪਾਸ ਕਰਵਾਉਣਾ ਵਾ, ਬਿਕੋਜ਼ 92 ਬੰਦੇ ਤਾਂ ਉਹ ਨੇ।
ਅਸੀਂ ਤਾਂ ਸਿਰਫ 18 ਕਾਂਗਰਸ ਜੇ ਦੇ। ਪਾਸ ਹੋ ਗਿਆ ਫਿਰ ਲਾਗੂ ਹੈ, ਜੇ ਪਾਸ ਹੋ ਗਿਆ ਕਾਨੂੰਨ ਬਣ ਗਿਆ। ਕਾਨੂੰਨ ਬਣ ਗਿਆ। ਠੀਕ ਹੁਣ ਹੈ ਜੀ, ਕੁਐਸਚਨ ਇਹ ਆਉਂਦਾ ਕਿ ਪਤਾ ਲੱਗ ਜੂਗਾ ਕਿ ਕਿੰਨੇ ਕੁ ਇੰਟਰਸਟਿਡ ਨੇ, ਠੀਕ ਹੈ ਜੀ। ਕੀ ਉਹ ਪੰਜਾਬ ਦੇ ਹਿਤੈਸ਼ੀ ਨੇ। ਭਾਵੇਂ ਬਿੱਲ ਕਿਸੇ ਨੇ ਲਿਆਂਦਾ ਜੀ। ਅੱਛਾ ਮੈਨੂੰ ਕਹਿ ਦੇਣ ਕਿ ਚੰਗਾ ਐਂ ਕਰੋ ਤੁਸੀਂ ਵਿਡਰਾਅ ਕਰ ਲਓ, ਅਸੀਂ ਬਿੱਲ ਸਰਕਾਰੀ ਲਿਆਉਣੇ, ਮੈਂ ਵਿਡਰਾਅ ਕਰ ਲੂੰਗਾ। ਅੱਛਾ ਤੁਸੀਂ ਵਾਪਸ ਲੈ ਲਓਗੇ? ਲੈ ਲੂੰਗਾ। ਸਿਹਰਾ ਭਾਵੇਂ ਉਹਨਾਂ ਨੂੰ ਜਾਏ, ਸਿਹਰਾ ਲੈਣ ਜੀ। ਅੱਛਾ ਜੀ, ਕੰਮ ਕਰ ਦੇਣ ਪਲੀਜ਼। ਠੀਕ ਹੈ, ਤੁਸੀਂ ਖੜੇ ਰਹਿਣਾ ਫੇਸ ਗੱਲ ਤੇ। ਹਾਂ ਤੁਹਾਡੇ ਨਾਲ ਵਾਅਦਾ ਮੇਰਾ। ਠੀਕ ਹੈ ਜੀ, ਤੁਸੀਂ ਮੈਨੂੰ ਫੋਨ ਕਰ ਦਿਓ। ਠੀਕ ਹੈ ਜੀ। ਲੈ ਤੁਸੀਂ ਐਂ ਕਰੋ, ਉਹਨਾਂ ਨੂੰ ਕਹੋ ਕਿ ਮੈਂ ਸੈਸ਼ਨ ਤੋਂ ਪਹਿਲਾਂ ਹੀ ਵਿਡਰਾਅ ਕਰ ਲੈਣਾ, ਇਹ ਕਹਿਣ ਕਿ ਆ ਲੈਜਿਸਲੇਸ਼ਨ ਅਸੀਂ ਲੈ ਕੇ ਆ ਰਹੇ ਹਾਂ। ਚਲੋ ਠੀਕ ਹੈ, ਖਹਿਰਾ ਸਾਹਿਬ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਥੈਂਕ ਯੂ। ਸ਼ੁਕਰੀਆ ਜੀ। ਸਰਦਾਰ ਸੁਖਪਾਲ ਸਿੰਘ ਖਹਿਰਾ ਸਾਹਿਬ ਦੇ ਨਾਲ ਗੱਲਬਾਤ ਚੱਲ ਰਹੀ ਸੀ। ਇੱਕ ਤਾਂ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਸਾਹਿਬ ਨੂੰ ਇੱਕ ਪ੍ਰਪੋਜ਼ਲ ਦੇਣੀ, ਆਪਾਂ ਪੋਜ਼ਿਟਿਵ ਗੱਲ ਦੇ ਉੱਤੇ ਨਿਬੇੜਦੇ ਹਾਂ। ਪੰਜਾਬ ਦੇ ਵਿੱਚ ਫਸਲਾਂ ਦੀ ਜਿਹੜੀ ਹੈ ਵਿਭਿੰਨਤੀਕਰਨ ਹੈ, ਉਧਰਲੇ ਪਾਸੇ ਡਾਇਵਰਸਿਫਿਕੇਸ਼ਨ ਵਾਲੇ ਪਾਸੇ ਤੁਰਨਾ ਹੈ। ਗੱਲਬਾਤ ਹੈ ਲੋਕਤੰਤਰ ਦੇ ਵਿੱਚ ਪੰਜਾਬ ਦਾ ਤਾਂ ਮੁੱਢਲਾ ਫਲਸਫਾ ਹੀ ਵਿਚਾਰ ਵਟਾਂਦਰੇ ਦਾ ਸਮਾਂ ਜੇ ਮਿਲ ਜਾਏ ਤਾਂ ਬਹੁਤ ਚੰਗਾ, ਫਿਰ ਅਗਲੇ ਪਾਸੇ ਤੁਰ ਪਾਂਗੇ। ਦੂਸਰੀ ਆਹ ਗੱਲ ਜਿਹੜੀ ਹੈ ਪ੍ਰਾਈਵੇਟ ਮੈਂਬਰ ਬਿੱਲ ਦੀ, ਕਿ ਜੇ ਸਰਕਾਰ ਇਹਦੇ ਤੇ ਸਹਿਮਤ ਹੈ ਭਾਈ ਬਿੱਲ ਹੀ ਤੁਸੀਂ ਲੈ ਆਓ। ਖਹਿਰਾ ਸਾਹਿਬ ਕਹਿੰਦੇ ਮੈਂ ਵਾਪਸ ਕਰ ਦੂੰ। ਔਨ ਏਅਰ ਕਿਹਾ ਹੁਣ ਤਾਂ ਕੋਈ ਇੱਧਰ ਉੱਧਰ ਦੀ ਗੱਲ ਹੀ ਨਹੀਂ ਰਹੀ। ਕੋਈ ਵੀ ਟਿੱਪਣੀ ਕਰਨੀ ਹੈ ਸਹੀ ਪੰਜਾਬੀ ਭਾਸ਼ਾ ਦੇ ਵਿੱਚ, ਚੰਗੀ ਪੰਜਾਬੀ ਭਾਸ਼ਾ ਜਿਹੜੀ ਪਰਿਵਾਰ ਦੇ ਵਿੱਚ ਬੈਠ ਕੇ ਪੜ੍ਹੀ ਜਾ ਸਕਣ ਵਾਲੀ ਭਾਸ਼ਾ 'ਚ ਟਿੱਪਣੀ ਕਰ ਦਿਓ। ਸਵਾਲ ਵੀ ਹੋਵੇ ਆਪਾਂ ਖਹਿਰਾ ਸਾਹਿਬ ਨੂੰ ਦੁਬਾਰਾ ਸੱਦ ਲਾਂਗੇ, ਤੇ ਕੋਈ ਗੱਲ ਜਿਹੜੀ ਹੋਰ ਵੀ ਸਵਾਲ ਹੋਵੇ, ਤੁਸੀਂ ਸਹਿਮਤੀ ਹੈ ਜੋ ਮਰਜ਼ੀ ਲਿਖੋ, ਕੋਈ ਗੱਲ ਨਹੀਂ, ਪਰ ਭਾਸ਼ਾ ਸਹੀ ਆਪਾਂ ਵਰਤਣੀ ਹੈ। ਸੋ ਇੱਥੇ ਦਿਓ। ਪਰਮਜੀਤ ਸਿੰਘ ਬਾਟ ਨੂੰ ਆ ਗਿਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਥੈਂਕ ਯੂ।